शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। मैं ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:16 ਹੋਏ ਨੇ ਤੇ 7 ਸਤੰਬਰ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ, 23 ਭਾਦੋਂ ਨਾਨਕ ਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਜਿੱਦੀ ਲੋਕ ਸੱਥ ਦੇ ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਚੱਲਾਂਗੇ। ਪੰਜਾਬ ਨੂੰ ਸਰਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਕੁਝ ਖਬਰਾਂ ਖਾਸ ਤੋਂ ਬਾਅਦ 10:10 ਤੇ ਗੱਲਬਾਤ ਸ਼ੁਰੂ ਕਰਨੀ ਹੈ ਕਿ ਜ਼ਿੰਦਗੀ ਦੇ ਵਿੱਚ ਸਖਤ ਫੈਸਲੇ ਕਿਉਂ ਜ਼ਰੂਰੀ ਨੇ। ਜ਼ਿੰਦਗੀ ਦੇ ਵਿੱਚ ਸਖਤ ਫੈਸਲੇ ਕਿਉਂ ਜ਼ਰੂਰੀ ਨੇ। ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਕਿਉਂ ਜ਼ਰੂਰੀ ਹੈ। ਜ਼ਿੰਦਗੀ ਜਿਹੜੀ ਹੈ ਆਰਾਮ ਦੇ ਨਾਲ ਨਹੀਂ ਗੁਜ਼ਰਦੀ। ਜ਼ਿੰਦਗੀ ਮਖਮਲੀ ਗਲੀਚਿਆਂ 'ਚੋਂ ਨਿਕਲ ਕੇ ਬਾਹਰ ਖੱਬਲ ਤੇ ਬਹਿ ਕੇ ਖੇਸ ਦੀ ਬੁੱਕਲ ਮਾਰ ਕੇ ਚੱਪ ਮਾਰ ਕੇ ਵਾਹਿਗੁਰੂ ਕਹਿਣ ਦਾ ਦੂਜਾ ਨਾਂ ਹੈ। ਅੱਜ ਮਾਵਾਂ ਬੱਚਿਆਂ ਨੂੰ ਛੱਡ ਰਹੀਆਂ ਨੇ। ਕੁਛ ਮਾਵਾਂ ਦੇ ਬੱਚੇ ਬੱਚੀਆਂ ਯੂਨੀਵਰਸਿਟੀਆਂ ਚਲੇ ਗਏ, ਉਹ ਇਕੱਲੇ ਰਹਿ ਗਏ। ਤੇ ਸੇਮ ਟੋਕਨ ਤੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ 20 ਵਰਿਆਂ ਦੀ ਬਾਲੜੀ ਜਿਹੜੀ ਉਹ ਇੱਥੇ ਇੱਕ ਨਵੀਂ ਜ਼ਿੰਦਗੀ 'ਚ ਆਈ ਹੈ। ਫਰਕ ਵੇਖ ਲਿਓ ਕਿੰਨਾ। ਤੁਸੀਂ 20 ਸਾਲ ਦੇ ਇੱਕ ਬੱਚੀ ਨੂੰ ਇੱਥੇ ਦੀ ਯੂਨੀਵਰਸਿਟੀ 'ਚ ਭੇਜ ਰਹੇ ਹੋ ਤਾਂ ਮਾਵਾਂ ਰੋ ਰਹੀਆਂ ਨੇ। ਇੱਕ ਧੀ ਧਿਆਣੀ ਜਿਹੜੀ ਜਾਂ ਮੁੰਡੇ ਜਾਂ ਕੁੜੀਆਂ 20 ਵਰਿਆਂ ਦੇ ਪੰਜਾਬ ਤੋਂ ਉਤਰ ਰਹੇ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਦਿਹਾੜੀ ਜੋਤੇ ਕਰਨ ਗਏ ਲੋਕ ਅੱਜ ਹੁਣ ਹੱਥਣੇ ਘਰਾਂ ਨੂੰ ਮੁੜ ਰਹੇ ਨੇ 100-150 ਰੁਪਈਆ ਕਮਾ ਕੇ। ਤੁਸੀਂ ਇੱਥੇ ਬੈਠੇ ਹੋ ਜਿਨ੍ਹਾਂ ਨੇ $200 ਕਮਾਉਣਾ ਹੱਥਣ ਤੱਕ। ਘਰ ਦੇ ਵਿੱਚ ਰੋਟੀ ਪਾਣੀ, ਕਾਰਾਂ 'ਚ ਤੇਲ ਪਾਣੀ, ਘਰ ਦੇ ਵਿੱਚ ਛੱਤ ਕੱਪੜਾ ਤੇ ਗਲਾ ਕੌੜਾ ਕਰਨ ਲਈ ਅਲੱਗ-ਅਲੱਗ ਕਿਸਮ ਦਾ ਸਮਾਨ, ਚਾਹਾਂ, ਦੁੱਧ, ਜਿਹੜਾ ਵੀ ਤੁਸੀਂ ਚਾਹੋ ਉਹ ਚੀਜ਼ਾਂ ਕੋਲ। ਤੇ ਪਰ ਹਲੇ ਵੀ ਝੋਰੇ ਨਹੀਂ ਮੁੱਕਦੇ। ਅੱਜ ਵੇਖਾਂਗੇ ਕਿ ਸਖਤ ਫੈਸਲੇ ਜ਼ਿੰਦਗੀ ਦੇ ਵਿੱਚ ਕਿਉਂ ਜ਼ਰੂਰੀ ਨੇ। ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਨਿਕਲਣਾ ਹੈ ਕਿਉਂ ਜ਼ਰੂਰੀ ਹੈ। 604-204-0600 ਆਨ 에ਅਰ ਨੰਬਰ ਰਹੇਗਾ ਤੇ 604-729-1224 WhatsApp ਤੇ ਟੈਕਸਟ ਲਈ ਨੰਬਰ ਹੈ 0 ਅਰਬਾ 0 ਜਿਹੜੇ ਪੰਜਾਬ ਰੇਡੀਓ.ca ਤੇ ਸਿੱਧਾ ਪ੍ਰਸਾਰਣ ਚੱਲਦਾ ਹੈ ਤੇ ਐਪ ਡਾਊਨਲੋਡ ਕਰ ਸਕਦੇ ਹੋ। ਫੇਸਬੁੱਕ ਸ਼ੇਰੇ ਪੰਜਾਬ ਦੀ ਨਾਲ ਲਾਈਕ ਕਰਿਆ ਕਰੋ। ਸਾਡੀ ਜਿਹੜੀ ਟੀਮ ਹੈ ਪੂਰੀ ਸੋਸ਼ਲ ਮੀਡੀਆ ਤੇ 5 ਜਣੇ ਨੇ ਜਿਹੜੇ ਪੂਰੀ ਮਿਹਨਤ ਕਰਦੇ ਰਹਿੰਦੇ ਤੇ ਤੁਸੀਂ ਵੀ ਫੇਸਬੁੱਕ ਨੂੰ ਨਾਲ ਉਹਦੇ ਝਾਤ ਮਾਰਿਆ ਕਰੋ। ਤੈਨੂੰ ਜ਼ਿੰਦਗੀ ਫੁੱਲ ਲੱਗਦੀ ਹੈ ਡਾਢਿਆਂ ਦੇ ਨਾਲ ਖੜਦੇ ਨੂੰ। ਤੈਨੂੰ ਜ਼ਿੰਦਗੀ ਫੁੱਲ ਲੱਗਦੀ ਹੈ ਡਾਢਿਆਂ ਦੇ ਨਾਲ ਖੜਦੇ ਨੂੰ। ਖੁਰਪੇ ਨੂੰ ਪੁੱਛ ਵੈਰੀ ਕੀ ਹੈ ਖੱਬਲ ਦੇ ਨਾਲ ਲੜਦੇ ਨੂੰ। ਤਰਕਾਂ ਦੇ ਨਾਲ ਹੱਲ ਨਹੀਂ ਹੋਣੇ ਮਸਲੇ ਸਾਡੇ ਲੇਖਾਂ ਦੇ। ਦੂਰ ਬੈਠ ਕੇ ਵੇਖੀ ਚੱਲ ਹੱਲ ਕਿਸਮਤ ਮੂਹਰੇ ਅੜਦੇ ਨੂੰ। ਫੇਰ ਕਰਾਂਗੇ ਵਿਹਲੇ ਵੇਲੇ ਗੱਲਾਂ ਆਪਾਂ ਸਾਇੰਸ ਦੀਆਂ। ਚੜ੍ਹਦੀ ਕਲਾ ਮਿਲਦੀ ਹਾਲੇ ਸਤਗੁਰ ਕਰਦੇ ਨੂੰ। ਐਵੇਂ ਬੱਲੀ ਢੋਲ ਨਹੀਂ ਪੈਂਦੀ ਲਹੂ ਨਾੜਾਂ ਦਾ ਦੇਖੀ ਤੂੰ। ਐਵੇਂ ਬੱਲੀ ਢੋਲ ਨਹੀਂ ਪੈਂਦੀ ਲਹੂ ਨਾੜਾਂ ਦਾ ਦੇਖੀ ਤੂੰ। ਮੱਥੇ ਉੱਤੇ ਮੁੜਕਾ ਬਣ ਕੇ ਤੁਪਕਾ ਝੜਦੇ ਨੂੰ। ਪੜ੍ਹਿਆਂ ਲਿਖੀਆਂ ਵਾਲੀਆਂ ਗੱਲਾਂ ਉਹਨੂੰ ਕੀ ਸਮਝਾਏਗਾ ਜਿਹੜਾ ਫੜ ਕੇ ਖਿੱਚ ਲੈਂਦਾ ਏ ਖੱਡ ਖੜੱਪੇ ਵੜਦੇ ਨੂੰ। ਜਿਹੜਾ ਫੜ ਕੇ ਖਿੱਚ ਲੈਂਦਾ ਏ ਖੱਡ ਖੜੱਪੇ ਵੜਦੇ ਨੂੰ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਗੱਲ ਸਾਹਿਬ, ਕਿਸਾਨੀ ਸੰਘਰਸ਼ ਨੇ ਇੱਕ ਸਾਨੂੰ ਦੱਖਣਾ ਦੇ ਦਿੱਤੀ ਕਿ ਜ਼ਾਲਮ ਨੂੰ ਉਹਦੀ ਖੁੱਡ ਤੱਕ ਭਾਲਣ ਜਾਣਾ। ਕਰਨਾਲ ਦੇ ਵਿੱਚ ਰੈਲੀ। ਕਰਨਾਲ ਤੋਂ ਪਹਿਲਾਂ ਖਹਿਰਾ ਪਰਿਵਾਰ ਦਾ 400 ਕਿੱਲੇ ਦਾ ਫਾਰਮ, 5 ਬਦੋਬਦੀ ਪਾਈਆਂ ਕੋਠੀਆਂ। SHO ਹਰਜਿੰਦਰ ਖਹਿਰੇ ਦੀਆਂ ਮਾਪਿਆਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ। ਉਹ ਨਹੀਂ ਅਸੀਂ ਤੁਹਾਡੇ ਨਾਲ ਆ, ਅਸੀਂ ਨਹੀਂ ਤੁਹਾਡੇ ਨਾਲ। ਨਹੀਂ ਖਾਕੀ ਵਰਦੀ ਵਾਲਾ ਥਾਣੇਦਾਰ ਸਾਨੂੰ ਧੂ ਕੇ ਘੜੀਸ ਕੇ ਮਾਰਦਾ ਰਿਹਾ। ਕੋਈ ਪਿੰਡ ਦੀ ਪੰਚਾਇਤ ਦਾ ਨਾ ਮੂਹਰੇ ਥਾਣੇ 'ਚ ਨਾ ਜਾ ਖੜੀ। ਹੁਣ
ਵੱਡੀਆਂ ਰੈਲੀਆਂ ਹੋਈਆਂ ਨੇ ਮਹਾਂ ਪੰਚਾਇਤਾਂ, ਇੱਕ ਮੁਜ਼ੱਫਰਨਗਰ ਵਾਲੀ ਤੇ ਉਸ ਤੋਂ ਬਾਅਦ ਕਰਨਾਲ, ਦੋਨਾਂ ਦੇ ਬਾਰੇ ਦੱਸਿਓ ਵੀ ਕੀ ਕਹਾਣੀ ਬਣੀ। ਜੀ ਗਿੱਲ ਸਾਹਿਬ, ਵਾਕਈ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਤਿਹਾਸ ਲਿਖਿਆ ਜਾ ਰਿਹਾ ਹੈ, ਪੂਰੀ ਦੁਨੀਆ ਦਾ ਇੱਕ ਇਤਿਹਾਸ ਹੈ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਐਡੀ ਵੱਡੀ ਕਿਸਾਨ ਮੂਵਮੈਂਟ। ਕਿਉਂਕਿ ਜਿਹੜੇ ਕਿਸਾਨ ਆਗੂ ਨੇ ਗਿੱਲ ਸਾਹਿਬ, ਜਿਹੜੇ ਮੇਨ 4-5 ਕਿਸਾਨ ਆਗੂ ਨੇ, ਉਹ ਸਪਸ਼ਟ ਕਹਿੰਦੇ ਨੇ, ਚਾਹੇ ਉਹ ਰਕੇਸ਼ ਟਕੈਤ ਹੈ, ਚਾਹੇ ਉਹ ਗੁਰਨਾਮ ਸਿੰਘ ਚੜੂਨੀ ਹੈ, ਚਾਹੇ ਉਹ ਡਾਕਟਰ ਦਰਸ਼ਨਪਾਲ ਹੈ ਜਾਂ ਹੋਰ ਨੇ, ਉਹ ਸਾਰੇ ਸਪਸ਼ਟ ਕਹਿੰਦੇ ਨੇ ਕਿ ਇਹ ਨਰਿੰਦਰ ਮੋਦੀ ਤਾਂ ਮੋਹਰਾ ਹੈਗਾ ਕਾਰਪੋਰੇਟ ਘਰਾਣਿਆਂ ਦਾ। ਸਾਡੀ ਲੜਾਈ ਤਾਂ ਇਹਦੇ ਪਿੱਛੇ ਜਿਹੜੇ ਕਾਰਪੋਰੇਟ ਅਦਾਰੇ ਨੇ ਉਹਨਾਂ ਦੇ ਖਿਲਾਫ ਆ। ਇਹੀ ਕਾਰਨ ਆ ਕਿ ਅੱਜ ਯੂਰਪ ਦਾ ਕਿਸਾਨ ਵੀ, ਅਮਰੀਕਾ ਦਾ ਕਿਸਾਨ ਵੀ, ਨਿਊਜ਼ੀਲੈਂਡ ਦਾ, ਆਸਟ੍ਰੇਲੀਆ ਦਾ ਕਿਸਾਨ ਵੀ ਜਿਹੜਾ ਉਹ ਪੰਜਾਬ ਦੇ ਤੇ ਭਾਰਤ ਦੇ ਕਿਸਾਨ ਅੰਦੋਲਨ ਵੱਲ ਦੇਖ ਰਿਹਾ ਹੈਗਾ। ਸੋ ਇਹ ਗਿੱਲ ਸਾਹਿਬ ਜਿਹੜਾ ਮੁਜ਼ੱਫਰਨਗਰ ਦੇ ਵਿੱਚ ਹੋਇਆ, ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਕਿਸਾਨਾਂ ਦਾ ਇਕੱਠ ਹੈ। ਵਾਹ। ਔਰ ਇਹ ਇਕੱਠ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਹੋਇਆ, ਕਿਉਂਕਿ ਦੁਨੀਆ ਭਰ ਚ ਅੱਜ ਤੱਕ ਕਿਸਾਨ ਮਸਲਿਆਂ ਦੇ ਉੱਤੇ, ਨਿਰੋਲ ਕਿਸਾਨ ਮੁੱਦਿਆਂ ਦੇ ਉੱਤੇ ਕਿਸਾਨਾਂ ਦਾ ਇਕੱਠ ਲੱਖਾਂ ਦੀ ਗਿਣਤੀ ਦੇ ਵਿੱਚ ਹੋਇਆ ਹੀ ਨਹੀਂ ਹੈਗਾ, ਨਾ ਆਪਣੇ ਭਾਰਤ ਚ ਹੋਇਆ, ਨਾ ਦੁਨੀਆ ਚ ਕਿਤੇ ਹੋਇਆ। ਸੋ ਇਸ ਕਰਕੇ ਇਤਿਹਾਸਕ ਇਕੱਠ ਹੈ ਜੀ। ਇਸ ਇਕੱਠ ਬਾਰੇ ਬਹੁਤ ਸਾਰੇ ਲੋਕ 10 ਲੱਖ ਦੀ ਗਿਣਤੀ ਦੱਸਦੇ ਨੇ। ਖੁਦ ਇੱਥੋਂ ਦੀਆਂ ਜਿਹੜੀਆਂ ਏਜੰਸੀਆਂ ਨੇ ਭਾਰਤ ਦੀਆਂ, ਉਹ ਇਸ ਇਕੱਠ ਨੂੰ 3 ਤੋਂ 4 ਲੱਖ ਦਾ ਮੰਨਦੀਆਂ ਨੇ। ਹੋਰ ਬਹੁਤ ਸਾਰੇ ਅੰਕੜੇ ਨੇ ਜਿਹੜੇ ਇਕੱਠ ਬਾਰੇ ਆ ਰਹੇ ਨੇ। ਔਰ ਜਿਹੜਾ ਮੁਜ਼ੱਫਰਨਗਰ ਦੇ ਵਿੱਚ ਗਿੱਲ ਸਾਹਿਬ ਇਕੱਠ ਹੋਇਆ, ਉਸ ਇਕੱਠ ਦੇ ਵਿੱਚ 15 ਸਟੇਟਾਂ ਦੀਆਂ 300 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਔਰ ਭਾਈਚਾਰਕ ਏਕਤਾ ਦਾ ਸੰਦੇਸ਼ ਆ ਜਿਹੜਾ ਦਿੱਤਾ ਗਿਆ। ਕਿਉਂਕਿ ਮੁਜ਼ੱਫਰਨਗਰ ਉਹ ਇਲਾਕਾ ਜਿੱਥੇ 2013 ਦੇ ਵਿੱਚ ਬਹੁਤ ਮਾਹੌਲ ਤਣਾਅਪੂਰਨ ਹੋਇਆ ਸੀ, ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਕਾਰ ਬੜਾ ਉਸ ਵਕਤ ਜਿਹੜਾ ਇੱਕ ਟਕਰਾਅ ਦੇ ਹਾਲਾਤ ਉੱਥੇ ਬਣੇ ਸੀ। ਉਸੇ ਥਾਂ ਦੇ ਉੱਤੇ, ਉਸੇ ਜਗ੍ਹਾ ਦੇ ਉੱਤੇ ਭਾਈਚਾਰਕ ਏਕੇ ਦੇ ਨਾਲ ਜਿਹੜੀ ਰੈਲੀ ਹੋਈ ਆ, ਤੁਸੀਂ ਦੇਖੋਗੇ ਤਸਵੀਰਾਂ ਜੇ ਦੇਖੀਆਂ ਹੁਣ ਆਪਣੇ ਸਰੋਤਿਆਂ ਨੇ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਉੱਥੇ ਗਿੱਲ ਸਾਹਿਬ ਪ੍ਰਸ਼ਾਦ ਵੰਡ ਰਹੇ ਨੇ, ਪਾਣੀ ਆਪਦੇ ਘਰਾਂ ਚੋਂ ਲਿਆ ਕੇ ਜਿਹੜਾ ਉਹ ਪਿਲਾ ਰਹੇ ਨੇ। 500 ਲੰਗਰ ਜਿਹੜਾ ਉੱਥੇ ਲੱਗਿਆ ਹੋਇਆ ਸੀਗਾ ਮੁਜ਼ੱਫਰਨਗਰ ਦੇ ਵਿੱਚ। ਤਾਂ ਉੱਥੋਂ ਸਟੇਜ ਤੋਂ ਜਿਹੜਾ ਸੰਦੇਸ਼ ਦਿੱਤਾ ਗਿਆ, 3-4 ਗੱਲਾਂ ਸਟੇਜ ਤੋਂ ਕੀਤੀਆਂ ਗਈਆਂ। ਇੱਕ ਤਾਂ ਇਹ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ, ਦੂਸਰਾ ਇਹ ਕਿ ਮਿਸ਼ਨ ਯੂਪੀ ਹੈ ਜਿਹੜਾ, ਜਿਹਦੇ ਚ ਬੀਜੇਪੀ ਦੇ ਪੈਰ ਨਹੀਂ ਲੱਗਣ ਦੇਣੇ, ਇਹਨਾਂ ਦਾ ਘਰਾਓ ਕਰਨਾ, ਉਹ ਹੈ। ਇਸ ਤੋਂ ਇਲਾਵਾ ਗਿੱਲ ਸਾਹਿਬ ਜਿਹੜਾ ਭਾਰਤ ਬੰਦ ਦਾ ਸੱਦਾ, 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ, ਉਹ ਸਟੇਜ ਤੋਂ ਦਿੱਤਾ ਗਿਆ। ਇਸ ਤੋਂ ਇਲਾਵਾ ਮੁਜ਼ੱਫਰਨਗਰ ਦੀ ਉਸ ਕਿਸਾਨ ਮਹਾਪੰਚਾਇਤ ਦੇ ਵਿੱਚ ਕਰਨਾਲ ਦੀ ਜਿਹੜੀ ਰੈਲੀ ਆ, ਜਿਹੜੀ ਅੱਜ ਹੋਈ ਆ ਕਰਨਾਲ ਦੇ ਵਿੱਚ, ਉਹਦਾ ਸੱਦਾ ਦਿੱਤਾ ਗਿਆ। ਤਾਂ ਉਹਦੇ ਤਹਿਤ ਹੀ ਅੱਜ ਕਰਨਾਲ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉੱਥੇ ਪਹੁੰਚੇ ਔਰ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਮੀਟਿੰਗ ਕਿਸਾਨ ਆਗੂਆਂ ਦੇ ਨਾਲ ਰੱਖੀ ਗਈ। ਉਸ ਮੀਟਿੰਗ ਦੇ ਵਿੱਚ 11 ਮੈਂਬਰੀ ਕਿਸਾਨ ਜਥਾ ਗਾ ਜਿਹੜਾ ਉਹ ਪਹੁੰਚਿਆ ਔਰ ਉਹਨਾਂ ਨੇ ਜਾ ਕੇ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਸੀ, ਉਹ 'ਚ ਗਿੱਲ ਸਾਹਿਬ ਮੇਨ ਗੱਲ ਜਿਹੜੀ ਰੱਖੀ ਉਹ ਇਹੀ ਰੱਖੀ ਕਿ ਕਰਨਾਲ ਦੇ ਵਿੱਚ ਜਿਹੜਾ ਲਾਠੀ ਚਾਰਜ ਦੌਰਾਨ ਇੱਕ SDM ਦੀ ਵੀਡੀਓ ਵਾਇਰਲ ਹੋਈ ਸੀ, ਜਿਹੜਾ ਕਹਿ ਰਿਹਾ ਸੀ ਕਿ ਕਿਸਾਨਾਂ ਦੇ ਸਿਰ ਪਾੜ ਦਿਓ, ਅੱਗੇ ਨਾ ਵਧਣ ਦਿਓ, ਉਹਦੇ ਤੇ ਕੇਸ ਦਰਜ ਕਰੋ। ਔਰ ਗਿੱਲ ਸਾਹਿਬ ਲੰਬੀ ਮੀਟਿੰਗ ਚੱਲੀ ਜਿਹਦੇ 'ਚ ਸਰਕਾਰ ਮੰਨੀ ਨਹੀਂ, ਬਾਕੀ ਪਰਿਵਾਰ ਨੂੰ ਮੁਆਵਜ਼ਾ ਹੋਰ ਮੰਗਾ ਸੀ। ਇਹ ਗੱਲ ਦੇ ਉੱਤੇ ਮੇਨ ਸਰਕਾਰ ਅੜ ਗਈ, ਕਿਉਂਕਿ ਸਰਕਾਰ ਨੂੰ ਗੱਲ ਇਹ ਹੁੰਦੀ ਆ ਕਿ ਉਹਨਾਂ ਨੇ ਆਪਦੇ ਅਫਸਰ ਦਾ ਮਨੋਬਲ ਜਿਹੜਾ ਉਹ ਬਚਾਉਣਾ ਹੁੰਦਾ, ਤਾਂ ਕਿ ਅੱਗੇ ਵੀ ਗਾਂਹ ਵਾਸਤੇ ਇਹੋ ਜਿਹਾ ਤਾਂ ਪ੍ਰਮੋਸ਼ਨਾਂ ਦਿੰਦੇ ਨੇ। ਆਪਾਂ KPS ਗਿੱਲ ਦੇ ਕੇਸ 'ਚ ਦੇਖਿਆ, ਸੁਮੇਧ ਸੈਣੀ ਦੇ ਕੇਸ 'ਚ ਦੇਖਿਆ, ਹੋਰ ਬੜੇ ਬੁੱਚੜ ਪੁਲਿਸ ਅਫਸਰਾਂ ਦੇ ਕੇਸਾਂ 'ਚ ਦੇਖਿਆ, ਉਹਨਾਂ ਨੂੰ ਤਾਂ ਪ੍ਰਮੋਸ਼ਨਾਂ ਦਿੱਤੀਆਂ ਨੇ। ਔਰ ਜਿਹੜੇ IAS IPS ਅਫਸਰ ਵੀ ਨੇ ਉਹਨਾਂ ਨੂੰ ਪ੍ਰਮੋਸ਼ਨਾਂ ਦਿੰਦੇ ਰਹੇ ਨੇ। ਰੂਪਨ ਦਿਓਲ ਬਜਾਜ ਸਾਰੀ ਉਮਰ ਕੇਸ ਲੜਦੀ ਰਹੀ, ਲੇਕਿਨ KPS ਗਿੱਲ ਨੂੰ ਜਿਹੜੀ ਆ ਉਹ ਫੁੱਲ ਦੀ ਨਹੀਂ ਲੱਗਣ ਦਿੱਤੀ ਹਕੂਮਤ ਨੇ, ਕਿਉਂਕਿ ਉਹ ਇਹੋ ਜਿਹੇ ਅਫਸਰਾਂ ਨੂੰ ਪ੍ਰਮੋਟ ਕਰਦੇ ਨੇ। ਔਰ ਉਹਨਾਂ ਨੇ, ਸਰਕਾਰ ਨੇ ਕਿਹਾ ਕਿ ਨਹੀਂ, ਅਸੀਂ ਉਸ SDM ਨੂੰ ਖਿਲਾਫ ਕੇਸ ਦਰਜ ਨਹੀਂ ਕਰਾਂਗੇ। ਕਿਸਾਨਾਂ ਨੇ ਕਿਹਾ ਤੁਸੀਂ ਤਾਂ ਉਹਨੂੰ ਪ੍ਰਮੋਟ ਕਰਕੇ ਚੰਡੀਗੜ੍ਹ ਭੇਜਤਾ ਔਰ ਅਸੀਂ ਕੇਸ ਦਰਜ ਕਰਨ ਦੀ ਮੰਗ ਕਰਦੇ ਹਾਂ। ਗਿੱਲ ਸਾਹਿਬ ਅਖੀਰ ਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਚਲੋ ਉਹਨੂੰ ਸਸਪੈਂਡ ਹੀ ਕਰ ਦਿਓ, ਪਰ ਸਰਕਾਰ ਸਸਪੈਂਡ ਕਰਨ ਦੇ ਉੱਤੇ ਵੀ ਨਹੀਂ ਮੰਨੀ। ਉਸ ਤੋਂ ਬਾਅਦ ਕਿਸਾਨ ਅੱਗੇ ਵਧੇ, ਪੁਲਿਸ ਨੇ ਪਾਣੀ ਦੀਆਂ ਪਿਛਾੜਾਂ ਮਾਰੀਆਂ, ਲੇਕਿਨ ਉਹਦੀ ਪ੍ਰਵਾਹ ਬਿਨਾਂ ਕੀਤੇ ਹੋਏ ਬੈਰੀਗੇਡ ਤੋੜਦੇ ਹੋਏ ਇਸ ਵਕਤ ਜਦੋਂ ਹੁਣ ਆਪਾਂ ਗੱਲ ਵੀ ਕਰ ਰਹੇ ਹਾਂ ਤਾਂ ਕਰਨਾਲ ਦਾ ਜਿਹੜਾ ਸੈਕਟਰੀਏਟ ਉਹਨੂੰ ਘੇਰੀ ਬੈਠੇ ਨੇ। ਅਣਮਿੱਥੇ ਸਮੇਂ ਦਾ ਮੋਰਚਾ ਲੱਗ ਚੁੱਕਿਆ, ਜਿਵੇਂ ਟਿਕਰੀ ਬਾਰਡਰ, ਸਿੰਘੂ ਬਾਰਡਰ, ਗਾਜੀਪੁਰ ਬਾਰਡਰ, ਉੱਥੇ ਮੋਰਚੇ ਲੱਗੇ ਹੋਏ ਨੇ, ਉਸੇ ਤਰੀਕੇ ਦਾ ਮੋਰਚਾ ਕਰਨਾਲ ਦੇ ਵਿੱਚ ਹੁਣ ਲੱਗ ਚੁੱਕਿਆ। ਪ੍ਰਸ਼ਾਸਨ ਨਾਲ ਦੂਜੇ ਗੇੜ ਦੀ ਫਿਰ ਗੱਲਬਾਤ ਹੋਈ, ਪ੍ਰਸ਼ਾਸਨ ਨੇ ਦੂਜੇ ਗੇੜ ਦੀ ਗੱਲਬਾਤ ਦੇ ਵਿੱਚ ਵੀ ਕੋਈ ਰਾਹ ਆ ਜਿਹੜਾ ਉਹ ਨਹੀਂ ਦਿੱਤਾ। ਸੋ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਵੀ ਯਤਨ ਕੀਤਾ, ਪਰ ਜਦੋਂ ਨੌਜਵਾਨ ਅੱਗੇ ਵਧੇ, ਨਵਦੀਪ ਵਰਗੇ ਹੋਰ ਬੜੇ ਨੌਜਵਾਨ ਉੱਥੇ ਅੱਗੇ ਵਧੇ, ਤਾਂ ਸਰਕਾਰ ਨੂੰ ਪਿੱਛੇ ਹਟਣਾ ਪਿਆ ਔਰ ਗ੍ਰਿਫਤਾਰ ਆਗੂ ਵੀ
ਮੌਕੇ ਦੇ ਉੱਤੇ ਰਿਹਾ ਕਰਕੇ ਬੈਕ ਦੇ ਉੱਤੇ ਪੁਲਿਸ ਨੂੰ ਜਾਣਾ ਪਿਆ। ਉਹ ਆਪਣੇ ਆਪ 'ਚ ਇੱਕ ਵੱਡਾ ਅੰਦੋਲਨ ਆ ਜੀ, ਵੱਡੀ ਗੱਲ ਹੈਗੀ। ਜਦੋਂ ਇਹੋ ਜਿਹੇ ਅੰਦੋਲਨ ਉੱਠਦੇ ਨੇ, ਜਦੋਂ ਲੋਕ ਆਉਂਦੇ ਨੇ, ਤਾਂ ਜਿਹੜੇ ਲੋਕ ਸੱਥਾਂ 'ਚ ਹਾਰ ਪਾਉਂਦੇ ਹੁੰਦੇ ਨੇ ਲੀਡਰਾਂ ਦੇ, ਉਹ ਫਿਰ ਘੇਰਦੇ ਵੀ ਨੇ। ਸੋ ਅੱਜ ਜਿਹੜੇ ਦੇਸ਼ ਦੇ ਕਿਸਾਨ ਨੇ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਨੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ। ਕਿਸਾਨਾਂ ਨੂੰ ਪਤਾ ਹੈ ਜੇ ਅੱਜ ਨਾ ਲੜੇ, ਅੱਜ ਜ਼ਮੀਨਾਂ ਬਚਾਉਣ ਲਈ ਨਾ ਲੜੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੋਂਦ ਹੀ ਨਹੀਂ ਰਹਿਣੀ ਕਿਸਾਨੀ ਦੀ। ਸੋ ਇਸ ਕਰਕੇ ਇਹ ਅੰਦੋਲਨ ਆ ਜਿਹੜਾ ਲਗਾਤਾਰ ਅੱਗੇ ਵੱਧ ਰਿਹਾ। ਉਹ ਜਿਹੜੀ ਭਾਜਪਾ ਦੇ ਆਗੂ ਕਹਿੰਦੇ ਹੁੰਦੇ ਸੀਗੇ ਇਹ ਮੁੱਠੀ ਭਰ ਨੇ ਜੀ, ਜਿਹੜੇ ਕਹਿੰਦੇ ਸੀ ਤਾਂ ਇਕੱਲੇ ਪੰਜਾਬ ਦੇ ਨੇ ਜੀ, ਉਹਨਾਂ ਨੂੰ ਹੁਣ ਹੱਥਾਂ ਪੈਰਾਂ ਦੀ ਪਈ ਹੋਈ ਆ ਵੀ ਲੱਖਾਂ ਦਾ ਇਕੱਠ ਜਿਹੜਾ ਯੂਪੀ ਦੀ ਧਰਤੀ ਤੇ ਹੋ ਗਿਆ, ਕਰਨਾਲ ਦੇ ਵਿੱਚ ਜਿਹੜਾ ਇਕੱਠ ਹੋ ਗਿਆ, ਇਹ ਪੰਜਾਬ ਦੇ ਇਕੱਲੇ ਥੋੜੀ ਕਰਕੇ, ਇਹਦਾ ਮਤਲਬ ਪੂਰੇ ਦੇਸ਼ ਦੇ ਕਿਸਾਨ ਨਾਲ ਨੇ। ਇਹ ਜ਼ਰੂਰ ਠੀਕ ਹੈਗਾ, ਇਹ ਇਤਿਹਾਸ ਦੇ ਵਿੱਚ ਲਿਖਿਆ ਹੀ ਜਾਊ ਕਿ ਚੰਗਿਆੜੀ ਪੰਜਾਬ 'ਚ ਉੱਠੀ ਸੀ। ਪੰਜਾਬ ਦੇ ਲੋਕਾਂ ਦਾ, ਪ੍ਰਵਾਸੀ ਪੰਜਾਬੀਆਂ ਦਾ, ਖਾਸ ਕਰਕੇ ਸਿੱਖਾਂ ਦਾ ਇੱਕ ਗਿਣਨਯੋਗ ਇਸ ਅੰਦੋਲਨ ਨੂੰ ਅੱਗੇ ਲਿਜਾਣ ਦੇ ਵਿੱਚ ਯੋਗਦਾਨ ਆ ਜਿਹੜਾ ਉਹ ਇਤਿਹਾਸ ਦੇ ਵਿੱਚ ਜੇਕਰ ਹੋਵੇਗਾ ਹੀ ਹੋਵੇਗਾ। ਸੋ ਹੈਗਾ ਗਾ ਜੀ ਗਿੱਲ ਸਾਹਿਬ। ਸਰ ਨਮਕਿਨ ਸਿੰਘ ਪੱਤੀ ਹੋਰਾਂ ਨਾਲ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਹੋ ਰਹੀ ਹੈ। ਤੇ ਅੱਛਾ ਪੱਤੀ ਸਾਹਿਬ, ਕਲੇਸ਼ ਆ ਜਿਹੜਾ ਕਾਟੋ ਕਲੇਸ਼, ਇਹ ਕਹਿ ਦਿੰਦਾ ਮੈਂ ਤਾਂ, ਕਾਟੋਆਂ ਵਾਂਗੂ ਲੜਦੇ ਨੇ ਤੇ ਬਟਾਲੇ ਨੂੰ ਜ਼ਿਲ੍ਹਾ ਬਣਾਉਂਦੇ ਨੇ ਅਮਰਿੰਦਰ। ਉਹਨੇ ਨੇ ਬੰਦੇ ਮੇਨ ਦੇਖ ਲਓ, ਸਮਾਂ ਕੀ ਆ ਰਾਜਨੀਤੀ। ਤ੍ਰਿਪਤ, ਰਜਿੰਦਰ ਬਾਜਵਾ, ਸੁਖ ਸਰਕਾਰੀਆ ਤੇ ਰੰਧਾਵਾ ਤਿੰਨੇ ਸਭ ਤੋਂ ਨੇੜੇ ਰਹੇ ਨੇ ਅਮਰਿੰਦਰ ਦੇ, ਪਾਵਰਫੁਲ ਮਾਝਾ ਬ੍ਰਿਗੇਡ। ਤੇ ਹੁਣ ਖੁੱਡੇ ਲੈਣ ਤੇ ਇਹਦੇ ਨਾਲ ਹੀ ਭਗਵੰਤ ਮਾਨ ਰੁੱਸਿਆ ਬੈਠਾ, ਕਹਿੰਦਾ CM ਬਣਾ ਦਿਓ ਤਾਂ ਅੱਗੇ ਤੁਰਦਾ ਨਹੀਂ, ਘਰੋਂ ਹੀ ਨਹੀਂ ਨਿਕਲਦਾ। ਸ਼ੁਕਰ ਆ ਕਿਤੇ ਅਗਿਆਤਵਾਸ 'ਚ ਨਾ ਚਲੇ ਗਿਆ ਧਰਮਸ਼ਾਲਾ ਵੱਲ ਨੂੰ। ਤੇ ਦੋਨਾਂ ਦੇ ਬਾਰੇ ਦੱਸੋ ਜੀ। ਜੀ ਗਿੱਲ ਸਾਹਿਬ, ਦੇਖੋ ਸਿਆਸੀ ਸੰਕਟ ਹੈਗਾ ਜਿਹੜਾ ਉਹ ਪੰਜਾਬ ਦੇ ਵਿੱਚ ਬਹੁਤ ਗਹਿਰਾ ਹੋਇਆ ਹੈਗਾ। ਇਹ ਅਸਲ ਦੇ ਵਿੱਚ ਚੇਤਨਤਾ ਦੇ ਨਾਲ ਸਾਡੀ ਨਾਲ ਜੁੜਿਆ ਹੋਇਆ ਮਸਲਾ ਹੈਗਾ। ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਹਾਂ ਵੀ ਜਿਹੜੇ ਹਾਰ ਲਈ ਖੜੇ ਹੁੰਦੇ ਸੀ ਨਾ ਸੱਥਾਂ ਦੇ ਵਿੱਚ, ਸਾਰਾ ਦਿਨ ਲੰਘ ਜਾਂਦਾ, ਸਵੇਰ ਦਾ ਟਾਈਮ ਦਿੰਦੇ, ਹੱਥ ਨੇ ਲੀਡਰ ਆਉਂਦੇ, ਉਹੀ ਹੁਣ ਕਾਲੇ ਝੰਡੇ ਪਾ ਕੇ 6-6 ਫੁੱਟ ਲੰਬੀਆਂ ਡਾਂਗਾਂ ਲਈ ਖੜੇ ਨੇ। ਉਹ ਕਹਿੰਦੇ ਆਓ ਸਹੀ, ਅਸੀਂ ਘੇਰਾਂਗੇ, ਚਾਹੇ ਜਿਹੜੀ ਮਰਜ਼ੀ ਪਾਰਟੀ ਦੇ ਹੋਣ। ਬਥੇਰਾ ਸੰਯੁਕਤ ਮੋਰਚੇ ਦੇ ਲੀਡਰ ਕਹਿੰਦੇ ਨੇ ਵੀ ਆਪਾਂ ਇਕੱਲੇ ਭਾਜਪਾ ਵਾਲੇ ਘੇਰਨੇ ਨੇ, ਦੂਜਿਆਂ ਨੂੰ ਸਵਾਲ ਪੁੱਛਣੇ ਨੇ, ਪਰ ਲੋਕ ਕਿੱਥੇ ਹਟਦੇ ਨੇ, ਥੱਕੇ ਹੋਏ ਨੇ ਲੋਕ, ਗਲ ਪੈਂਦੇ ਨੇ। ਸੋ ਇਸ ਕਰਕੇ ਜਿਹੜੀ ਪਾਰਟੀਆਂ ਨੇ ਉਹ ਸਾਰੀਆਂ ਪਾਰਟੀਆਂ ਨੇ ਹੱਥਾਂ ਪੈਰਾਂ ਦੀ ਪਈ ਹੋਈ ਆ। ਇਹੀ ਕਾਰਨ ਆ ਗਿੱਲ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਚੰਗੀ ਮਲਾਈ ਖਾਧੀ ਆ 4.5 ਸਾਲ। ਇਹੀ ਸੁਖ ਸਰਕਾਰੀਆ, ਇਹੀ ਸੁਖਜਿੰਦਰ ਰੰਧਾਵਾ, ਇਹੀ ਤ੍ਰਿਪਤ ਰਜਿੰਦਰ ਬਾਜਵਾ ਬੋਲੇ ਨਹੀਂ। ਕੈਪਟਨ ਅਮਰਿੰਦਰ ਸਿੰਘ ਸ਼ਿਮਲੇ ਹੁੰਦਾ ਸੀ, ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਹੁੰਦਾ ਸੀ, ਇਹ ਪੰਜਾਬ ਦੇ ਵਿੱਚ 4.5 ਸਾਲ ਮੌਜਾਂ ਕਰਦੇ ਸੀ। ਕਦੇ ਨਹੀਂ ਕਿਹਾ ਰਾਣੀ ਨੂੰ, ਰਾਣੀ ਅੱਗਾ ਢੱਕ ਜਾਣੀ, ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਨਹੀਂ ਕਿਹਾ ਵੀ ਆ ਜਾ ਭਾਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਸਾਹਮਣੇ ਕਿਸੇ ਨੂੰ ਬੇਲੀ ਕਰਕੇ ਦੇ ਜੇ ਇੱਥੇ ਬੈਠਣਾ। ਤਾਂ ਹੁਣ ਜਦੋਂ ਲੋਕਾਂ 'ਚ ਜਾਣਾ ਸੀ, ਇਹ ਸਾਰਾ ਕੁਛ ਕੈਪਟਨ ਅਮਰਿੰਦਰ ਸਿੰਘ ਦੇ ਗਲ ਪੈਣਾ ਸੀ, ਪੈਣਾ ਵੀ ਚਾਹੀਦਾ ਸੀਗਾ। ਸਾਰੇ ਅਸਲ ਦੇ ਵਿੱਚ ਦੋਸ਼ੀ ਨੇ, ਸਾਰਿਆਂ ਦੇ ਗਲ ਹੀ ਪੈਣਾ ਚਾਹੀਦਾ। ਤਾਂ ਹੁਣ ਇਹਨਾਂ ਦੇ ਵਿੱਚ ਆਪਸ ਵਿੱਚ ਖੜਕ ਸੀ। ਔਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਖੁੱਡੇ ਲੈਣ ਲਾਏ ਹੋਏ ਸੀ ਪਿਛਲੇ ਸਮੇਂ ਤੋਂ ਰਾਜਸੀ ਤੌਰ ਦੇ ਉੱਤੇ ਕਾਂਗਰਸ ਦੇ ਆਗੂ, ਉਹਨਾਂ ਨੂੰ ਨੇੜੇ ਲਾਉਣਾ ਸ਼ੁਰੂ ਕਰਤਾ। ਜਿਉਂ ਹੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਇਹ ਮਾਝੇ ਦੇ ਆਗੂ ਬਾਗੀ ਹੋਏ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਭਰਾ ਦੋਨੇ ਦੂਜੇ ਸ਼ਿੰਗਾਰ ਲਏ, ਪ੍ਰਤਾਪ ਸਿੰਘ ਬਾਜਵਾ ਤੇ ਉਹਦਾ ਛੋਟਾ ਭਰਾ, ਔਰ ਉਹਨਾਂ ਨੂੰ ਨੇੜੇ ਲਾ ਲਿਆ। ਉੱਧਰੋਂ ਬੀਬੀ ਰਜਿੰਦਰ ਕੌਰ ਭੱਠਲ ਦੇ ਘਰੇ ਗੇੜਾ ਮਾਰਿਆ ਆ। ਤਾਂ ਹੁਣ ਤੁਸੀਂ ਇਹ ਦੇਖੋ ਕਿ ਗਿੱਲ ਸਾਹਿਬ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਆ ਜਿਹੜੀ ਉਹ ਚੱਲ ਪਈ, ਕਿਉਂਕਿ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਤੀ ਪਿਛਲੇ ਦਿਨੀ। ਚਿੱਠੀ 'ਚ ਉਹਨਾਂ ਨੇ ਲਿਖਤਾ ਕਿ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਜਿਹੜਾ ਬਟਾਲਾ ਸ਼ਹਿਰ ਹੈ ਉਹਨੂੰ ਜ਼ਿਲ੍ਹਾ ਬਣਾਓ। ਉਹ ਕਹਿੰਦੇ ਬਟਾਲਾ ਸ਼ਹਿਰ ਬਠਿੰਡੇ ਤੋਂ ਬਾਅਦ ਦੂਜਾ ਇਤਿਹਾਸਕ ਸ਼ਹਿਰ ਹੈਗਾ, ਔਰ ਇਤਿਹਾਸਕ ਸ਼ਹਿਰ ਹੋਰ ਕੋਈ ਨਹੀਂ ਹੈ। ਆਬਾਦੀ ਪੱਖੋਂ ਵੀ ਕਹਿੰਦੇ ਇਹ 8ਵਾਂ ਜਿਹੜਾ ਪੰਜਾਬ ਦਾ ਉਹ ਸ਼ਹਿਰ ਹੈ। ਇਸ ਤੋਂ ਇਲਾਵਾ ਇਹਦਾ ਧਾਰਮਿਕ, ਇਤਿਹਾਸਕ, ਵਿਰਾਸਤੀ ਸ਼ਹਿਰ ਹੈ, ਸਰਹੱਦੀ ਜ਼ਿਲ੍ਹਾ ਹੈਗਾ। ਔਰ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਇਹ ਸ਼ਹਿਰ ਦੀ ਜਿਹੜੀ ਨੀਂਹ ਆ ਉਹ 1465 'ਚ ਰੱਖੀ ਗਈ ਸੀ। ਬਠਿੰਡੇ ਤੋਂ ਬਾਅਦ ਦੂਜਾ ਜਿਹੜਾ ਸ਼ਹਿਰ ਹੈ 1465 ਇੰਨਾ ਪੁਰਾਣਾ। ਔਰ ਉਹਨਾਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਇਸੇ ਸ਼ਹਿਰ ਦੇ ਵਿੱਚ ਬਟਾਲੇ 'ਚ ਮਾਤਾ ਸੁਲੱਖਣੀ ਜੀ ਨਾਲ ਜਿਹੜਾ ਉਹ 1487 'ਚ ਹੋਇਆ ਸੀਗਾ। ਔਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਨੇ। ਇਸ ਤੋਂ ਇਲਾਵਾ ਉਹ ਕਹਿੰਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਬਟਾਲਾ ਆਏ ਸੀ। ਉਹ ਕਹਿੰਦੇ ਇਸ ਕਰਕੇ ਜਿਹੜਾ ਇਤਿਹਾਸਕ ਹੈ ਇਹਨੂੰ ਜ਼ਿਲ੍ਹਾ ਬਣਾਓ। ਸੋ ਕੁੱਲ ਮਿਲਾ ਕੇ ਗਿੱਲ ਸਾਹਿਬ ਯਾਦ ਇਹਨਾਂ ਨੂੰ ਵੀ ਹੁਣ ਤੱਕ ਨਹੀਂ ਆਈ, ਇਹ ਕਿਹੜਾ ਅੱਜ ਦੇ ਸਿਆਸਤ 'ਚ ਆਏ ਨੇ, ਹੁਣ ਕਿਉਂ ਕਿਹਾ ਕਿ ਬਟਾਲੇ ਨੂੰ ਜ਼ਿਲ੍ਹਾ ਬਣਾਓ।
ਅਸਲ ਦੇ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ 'ਚ ਗੇਂਦ ਸਿੱਟਣਾ ਚਾਹੁੰਦੇ ਨੇ ਕਿ ਦੇਖੋ ਅਸੀਂ ਕਿਹਾ ਸੀ ਕਿ ਧਾਰਮਿਕ ਤੇ ਜਿਹੜਾ ਸਮਾਜਿਕ ਸੱਭਿਆਚਾਰਕ ਕੇਂਦਰ ਹੈ ਬਟਾਲਾ, ਉਹਨੂੰ ਅਸੀਂ ਕਿਹਾ ਸੀ ਜ਼ਿਲ੍ਹਾ ਬਣਾਓ। ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਨਹੀਂ ਬਣਾਇਆ। ਦੂਸਰਾ ਇਹ ਕਿ ਜ਼ਿਲ੍ਹੇ ਦੀ ਮੰਗ ਕਰਕੇ ਲੋਕਾਂ 'ਚ ਪੈਰ ਧਰਨ ਜੋਗੇ ਹੋਣਾ ਚਾਹੁੰਦੇ ਸੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਦੇ ਉੱਤੇ ਜਦੋਂ ਇਹ ਗਿੱਲ ਸਾਹਿਬ ਹੁਣ ਚਿੱਠੀ ਲਿਖਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਸਿਹਰਾ ਗਾ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਦੇ ਸਿਰ ਸਜਾਉਣ ਦਾ ਫੈਸਲਾ ਕਰ ਲਿਆ। ਬਟਾਲਾ ਤਾਂ ਹੁਣ ਜ਼ਿਲ੍ਹਾ ਬਣੂਗਾ। ਹੁਣ ਮਸਲਾ ਇਹ ਬਣ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹ ਕ੍ਰੈਡਿਟ ਨਹੀਂ ਦੇਣਾ ਚਾਹੁੰਦੇ ਵੀ ਭਾਈ ਤੁਹਾਡੇ ਕਰਕੇ ਜ਼ਿਲ੍ਹਾ ਬਣਾਤਾ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ ਇਹ ਤਾਂ ਮੈਨੂੰ ਚਿੱਠੀ ਤੁਹਾਡੇ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਚੁੱਕੇ ਨੇ ਅਗਸਤ 2021 ਦੇ ਵਿੱਚ, ਤੁਸੀਂ ਸਤੰਬਰ 'ਚ ਦਿੰਦੇ ਹੋ, ਤਾਂ ਮੈਨੂੰ ਅਗਸਤ 'ਚ ਹੀ ਚਿੱਠੀ ਦੇ ਗਿਆ ਕਿ ਬਟਾਲੇ ਨੂੰ ਜ਼ਿਲ੍ਹਾ ਬਣਾ ਦਿਓ। ਔਰ ਕਹਿੰਦੇ ਵੀ ਇਹ ਤਾਂ ਮੈਂ ਬਣਾਉਣਾ ਸੀ। ਗੱਲ ਕਰ ਤੁਸੀਂ ਮੇਰੇ ਨਾਲ ਆ ਕੇ ਸਿੱਧੀ ਗੱਲ ਕਰਦੇ, ਚਿੱਠੀ ਲਿਖਣ ਬਹਿ ਗਏ। ਉਧਰੋਂ ਉਹਨਾਂ ਨੇ ਦੋਨਾਂ ਨੇ ਜਵਾਬ ਦਿੱਤਾ। ਉਹ ਕਹਿੰਦੇ ਜੀ ਚਿੱਠੀ ਤਾਂ ਅਸੀਂ ਤਾਂ ਲਿਖਣ ਬੈਠੇ ਕਿਉਂਕਿ ਗੱਲਬਾਤ ਵਾਲਾ ਆਪਣੇ 'ਚ ਮਾਹੌਲ ਨਹੀਂ ਹੈ, ਤੁਸੀਂ ਬੰਦ ਕੀਤਾ। ਜੇ ਗੱਲਬਾਤ ਵਾਲੀ ਗੱਲ ਹੁੰਦੀ ਆਪਾਂ ਬਹਿ ਕੇ ਗੱਲਬਾਤ ਕਰ ਲੈਂਦੇ। ਸੋ ਇਸ ਕਰਕੇ ਹੁਣ ਬਟਾਲਾ ਸ਼ਹਿਰ ਤਾਂ ਬਣੂ, ਲੇਕਿਨ ਕੈਪਟਨ ਅਮਰਿੰਦਰ ਸਿੰਘ ਉਹਦਾ ਕ੍ਰੈਡਿਟ ਆ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਦੇਣਾ ਚਾਹੁੰਦੇ ਨੇ। ਦੂਸਰੀ ਗੱਲ ਇਹ ਆ ਗਿੱਲ ਸਾਹਿਬ ਕਿ ਜ਼ਿਲ੍ਹਾ ਮਲੇਰਕੋਟਲਾ ਵੀ ਬਣਾਤਾ ਇਹਨਾਂ ਨੇ, ਜ਼ਿਲ੍ਹਾ ਬਟਾਲਾ ਵੀ ਬਣਾ ਦੇਣਾ। ਆ ਸਾਡਾ ਬਰਨਾਲਾ ਪਹਿਲਾਂ ਸਾਡਾ ਸੰਗਰੂਰ ਜ਼ਿਲ੍ਹਾ ਹੁੰਦਾ ਸੀ, ਇਹ ਵੀ ਬਣਾਤਾ। ਪਰ ਇਹਦਾ ਸਾਡੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਇਹ ਸਵਾਏ ਮਨ ਨੂੰ ਤਸੱਲੀ ਦੇਣ ਦੇ ਵੀ ਦੇਖੋ ਜੀ ਸਾਡਾ ਸ਼ਹਿਰ ਜ਼ਿਲ੍ਹਾ ਬਣ ਗਿਆ, ਇਸ ਤੋਂ ਬਿਨਾਂ ਕੁਛ ਨਹੀਂ ਹੈ। ਇਹ ਉਹੇ ਜਿਹੀ ਮਸਲਾ ਗਾ ਜਿਹੋ ਜਿਹਾ ਔਰਤਾਂ ਨੂੰ ਜਿਹੜਾ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਦੇਤੀ। ਜ਼ਿਲ੍ਹਾ ਬਣਾਉਣ ਨਾਲ ਤਾਂ ਸਰਕਾਰ ਦਾ ਫਾਇਦਾ ਹੁੰਦਾ। ਇੱਕ SSP ਆਜੂ, ਇੱਕ DC ਆਜੂ, ਉਹਨਾਂ ਨੇ ਲੋਕਾਂ ਦੇ ਉੱਤੇ ਹੋਰ ਵੱਧ ਬੋਝ ਪਾ ਦੇਣੇ ਨੇ। 3 ਤਹਿਸੀਲਦਾਰ ਵਧਾ ਦੇਣਗੇ। ਹੁਣ 1 ਤਹਿਸੀਲਦਾਰ ਨੇ ਗਿੱਲ ਸਾਹਿਬ ਜਿੰਨੀ ਕਰਪਸ਼ਨ ਕਰਨੀ ਹੈ 3 ਗੁਣਾ ਕਰਪਸ਼ਨ ਵੱਧ ਜੂ। ਇੱਕ SDM ਹੈ, ਹੁਣ 3 SDM ਹੋਰ ਲਿਆ ਕੇ ਵਧਾ ਦੇਣਗੇ। ਕਰਪਸ਼ਨ ਲੋਕਾਂ ਦੇ ਗਲ ਫੇਰ ਪੈ ਜੂ। ਸੋ ਇਸ ਕਰਕੇ ਲੋਕਾਂ ਨੂੰ ਇਹਦਾ ਕੋਈ ਵਾਲਾ ਫਾਇਦਾ ਨਹੀਂ ਹੁੰਦਾ, ਸਵਾਏ ਇਸ ਦੇ ਕਿ ਤਾਂ ਰਾਜਨੀਤਿਕ ਆਗੂਆਂ ਦੇ ਪ੍ਰਚਾਰ ਦੇ ਇੱਕ ਮਾਧਿਅਮ ਨੇ। ਸੋ ਬਟਾਲਾ ਜ਼ਿਲ੍ਹਾ ਬਣੇ, ਆਪਾਂ ਨੂੰ ਕੋਈ ਇਤਰਾਜ਼ ਨਹੀਂ, ਬਣਨੇ ਚਾਹੀਦੇ ਨੇ, ਵਧੀਆ ਗੱਲ ਹੈ। ਪਰ ਲੋਕਾਂ ਦੇ ਜ਼ਿੰਦਗੀ ਇਹਦੇ ਨਾਲ ਕੋਈ ਵਧੀਆ ਬਣ ਜੂ, ਇਹਦੇ ਨਾਲ ਕੋਈ ਮਸਲਾ ਨਹੀਂ ਹੈ। ਨਾ ਮਲੇਰਕੋਟਲਾ ਦੇ ਲੋਕਾਂ ਦਾ ਹੋਇਆ, ਨਾ ਬਰਨਾਲਾ ਦੇ ਲੋਕਾਂ ਦਾ ਹੋਇਆ, ਨਾ ਮੋਗਾ ਦੇ ਲੋਕਾਂ ਦਾ ਹੋਇਆ ਜੀ। ਤੇ ਫਿਰ ਹੁਣ ਭਗਵੰਤ ਮਾਨ ਦਾ ਕੀ ਬਣੂ? ਗੱਲ ਬਣਦੀ ਆ ਕਿਤੇ? ਭਗਵੰਤ ਮਾਨ ਦੇਖੋ ਗਿੱਲ ਸਾਹਿਬ, ਗੱਲ ਇਹ ਆ ਕਿ ਜਿਵੇਂ ਟੌੜਾ ਸਾਹਿਬ ਨੇ ਇੱਕ ਵਾਰ ਇਲੈਕਸ਼ਨ ਲੜੀ ਸੀ, ਸੁਰਜੀਤ ਸਿੰਘ ਬਰਨਾਲਾ ਨੇ ਲੜੀ ਸੀ। ਹੁਣ ਇਸ ਵਕਤ ਢੀਂਡਸਾ ਤੇ ਬ੍ਰਹਮਪੁਰਾ, ਉਹਨਾਂ ਦਾ ਢੀਂਡਸਾ ਤੇ ਬ੍ਰਹਮਪੁਰਾ ਦਾ ਵੀ ਅੱਜ ਬਿਆਨ ਆਇਆ। ਉਹ ਕਹਿੰਦੇ ਵੀ ਸੁਖਬੀਰ ਬਾਦਲ ਕੋਸ਼ਿਸ਼ ਕਰ ਰਿਹਾ ਵੀ ਮੇਰੇ ਕਣੀ ਨੂੰ ਆ ਜਾਓ, ਅਸੀਂ ਨਹੀਂ ਤੇਰੇ ਕਣੀ ਨੂੰ ਆਉਂਦੇ। ਸੋ ਅਸਲ ਦੇ ਵਿੱਚ ਇਹਦੇ 'ਚ ਸਾਫ਼ ਆ ਕਿ ਸੁਖਦੇਵ ਸਿੰਘ ਢੀਂਡਸਾ ਤੇ ਬ੍ਰਹਮਪੁਰਾ ਸਾਹਿਬ ਜਿਹੜੀ ਇਲੈਕਸ਼ਨ ਲੜਨਗੇ ਉਹ ਆਪ ਜਿੱਤਣ ਲਈ ਨਹੀਂ ਲੜਨਗੇ, ਸੁਖਬੀਰ ਨੂੰ ਹਰਾਉਣ ਲਈ ਲੜਨਗੇ। ਸੋ ਇਸ ਕਰਕੇ ਭਗਵੰਤ ਮਾਨ ਹੁਣ ਸਿਰਦਰਦੀ ਬਣ ਚੁੱਕਿਆ ਆਮ ਆਦਮੀ ਪਾਰਟੀ ਦੀ। ਉਹ ਜਿਸ ਦਿਨ ਤੱਕ ਘਰੇ ਰੁੱਸ ਕੇ ਬੈਠਾ, ਵਲੰਟੀਅਰਾਂ ਦੀਆਂ ਗਿੱਲ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ ਭਗਵੰਤ ਮਾਨ ਕੋਲੇ। ਭਗਵੰਤ ਮਾਨ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਵਲੰਟੀਅਰਾਂ ਦਾ ਸਹਿਯੋਗ ਮਿਲ ਰਿਹਾ ਆਮ ਆਦਮੀ ਪਾਰਟੀ ਦਿਆਂ ਦਾ। ਉਹ ਕਹਿੰਦੇ ਮਾਨ ਸਾਹਿਬ ਤੁਹਾਡੇ ਨਾਲ ਆ। ਔਰ ਇਹਦੇ 'ਚ ਕਿਤੇ ਨਾ ਕਿਤੇ ਇਹ ਵੀ ਹੋਊਗਾ, ਕਈ ਥਾਵਾਂ ਤੇ ਰੈਲੀਆਂ ਹੋ ਰਹੀਆਂ ਕਿ ਜ਼ਰੂਰ ਭਗਵੰਤ ਮਾਨ ਵੀ ਉਤਸ਼ਾਹਿਤ ਤਾਂ ਕਰਦਾ ਹੀ ਹੈ। ਭਗਵੰਤ ਮਾਨ ਨੇ ਕਹਿ ਵੀ ਦਿੱਤਾ ਆਪਦੀ ਹਾਈ ਕਮਾਂਡ ਨੂੰ, ਭਾਈ ਇਹਨਾਂ ਦੀ ਗੱਲ ਸੁਣੋ। ਅੱਜ ਤਾਂ ਭਗਵੰਤ ਮਾਨ ਨੂੰ ਇਹ ਕਹਿਣਾ ਪੈ ਗਿਆ ਵੀ ਭਾਈ ਕੱਲ੍ਹ ਤੋਂ ਮੇਰੇ ਕੋਲ ਮਿਲਣ ਆਇਓ, ਮੈਂ ਦਿੱਲੀ ਜਾ ਰਿਹਾ ਕਿਸੇ ਕੰਮ ਲਈ। ਤਾਂ ਉਹਦੇ 'ਚੋਂ ਕਿਤੇ ਨਾ ਕਿਤੇ ਗੱਲ ਲੱਗਦੀ ਆ ਕਿ ਆਮ ਆਦਮੀ ਪਾਰਟੀ ਇਸ ਗੱਲ ਦੇ ਵਿੱਚ ਪਛੜ ਗਈ। ਉਹ ਜਾਂ ਤਾਂ ਤੋਂ ਪਹਿਲਾਂ ਕਿਸੇ ਹੋਰ ਨੂੰ, ਭਗਵੰਤ ਮਾਨ ਨੂੰ ਚੁੱਪ ਕਰਾ ਕੇ ਕਿਸੇ ਹੋਰ ਨੂੰ ਹੁਣ ਤੱਕ ਅਨਾਉਂਸ ਕਰ ਚੁੱਕੀ ਹੁੰਦੀ। ਇਹ ਗੱਲ ਠੀਕ ਆ ਕਿ ਚਰਚਾਵਾਂ ਚੱਲਦੀਆਂ ਕਿ ਉਹਨਾਂ ਦੀ 1-2 ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਗੱਲਬਾਤ ਚੱਲਦੀ ਆ, ਭਾਈ ਤੁਸੀਂ ਸਾਡੇ 'ਚ ਆ ਜਾਓ, ਅਸੀਂ ਤੁਹਾਨੂੰ ਮੁੱਖ ਮੰਤਰੀ ਦੇ ਉਮੀਦਵਾਰ ਬਣਾ ਦਿਆਂਗੇ। 1-2 ਗਿੱਲ ਸਾਹਿਬ ਅਫਸਰਾਂ ਨਾਲ ਵੀ ਗੱਲਬਾਤ ਚੱਲਦੀਆਂ ਨੇ। 1-2 ਵਿਦੇਸ਼ ਦੇ ਵਿੱਚ ਬੈਠੇ ਲੋਕਾਂ ਦੇ ਨਾਲ ਜਿਹੜੇ ਭਾਰਤ ਦੇ ਵਿੱਚ ਸਮਾਜ ਸੇਵਾ ਦੇ ਤੌਰ ਦੇ ਉੱਤੇ ਮਸ਼ਹੂਰ ਨੇ, ਉਹਨਾਂ ਨਾਲ ਵੀ ਗੱਲਬਾਤ ਚੱਲਦੀ ਆ। ਲੇਕਿਨ ਹੁਣ ਇੱਕ ਗੱਲ ਸਾਫ਼ ਹੋ ਗਈ ਕਿ ਜੇ ਕਿਸੇ ਨੇ ਆਉਣਾ ਹੋਊ ਉਹ ਜ਼ਰੂਰ ਸੋਚ ਕੇ ਆਊ ਕਿ ਭਾਈ ਭਗਵੰਤ ਮਾਨ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਸਕਦਾ। ਵਲੰਟੀਅਰ ਭਗਵੰਤ ਮਾਨ ਦੇ ਨਾਲ ਇੱਕ ਵੱਡਾ ਹਿੱਸਾ ਜਾ ਰਹੇ ਨੇ। ਇਸ ਕਰਕੇ ਹੁਣ ਕੋਈ ਨਵਾਂ ਚਿਹਰਾ ਆਊ ਆਮ ਆਦਮੀ ਪਾਰਟੀ ਦੇ ਵਿੱਚ ਇਸ ਮਕਸਦ ਦੇ ਨਾਲ ਕਿ ਮੈਨੂੰ ਮੁੱਖ ਮੰਤਰੀ ਬਣਾਓ, ਇਹ ਸੌਖਿਆਂ ਸੰਭਵ ਨਹੀਂ ਲੱਗਦਾ। ਭਗਵੰਤ ਮਾਨ ਨੇ ਉਨਾ ਕੁ ਗਰਾਊਂਡ ਤਿਆਰ ਕਰ ਲਿਆ ਕਿ ਇੰਨੇ ਕੁ ਗਰਾਊਂਡ ਦੇ ਨਾਲ ਜਿਹੜਾ ਹੋਰ ਆਉਣ ਵਾਲਾ ਰੋਕਿਆ ਜਾ ਸਕੇ। ਇਹ ਉਹ ਜਿਹੀ ਗਰਾਊਂਡ ਆ ਜਦੋਂ ਨਵਜੋਤ ਸਿੱਧੂ ਦੇ ਲਾਸਟ ਇਲੈਕਸ਼ਨ 'ਚ ਆਉਣ ਦੀ ਤਿਆਰੀ ਸੀ, ਮਨਪ੍ਰੀਤ ਬਾਦਲ ਦੇ ਆਉਣ ਦੀ ਤਿਆਰੀ ਸੀ, ਉਦੋਂ ਭਗਵੰਤ ਮਾਨ ਨੇ ਰੋਕੇ ਸੀ। ਤਾਂ ਇਸ ਕਰਕੇ ਹੁਣ ਸਿਰਦਰਦੀ ਵੱਡੀ ਹੈ ਜੀ ਆਮ ਆਦਮੀ ਪਾਰਟੀ ਦੇ ਲਈ। ਇਹ ਜ਼ਰੂਰ ਪਤਾ ਲੱਗਿਆ ਕਿ ਕੁਝ ਵਿਧਾਇਕ ਜਿਹੜੇ ਭਗਵੰਤ ਮਾਨ ਦੇ ਪੱਖ 'ਚ ਬੋਲਣਾ ਸ਼ੁਰੂ ਕਰਨ ਲੱਗੇ ਸੀ ਕਿ ਭਾਈ ਭਗਵੰਤ ਮਾਨ ਨੂੰ ਅਨਾਉਂਸ ਕਰੋ, ਤਾਂ ਉਹ ਚੁੱਪ ਕਰਾਤੇ ਹਾਈ ਕਮਾਂਡ ਨੇ। ਸੋ ਜਿਹਦੇ 'ਚੋਂ ਲੱਗਦਾ ਕਿ ਹਾਈ ਕਮਾਂਡ ਖੁਸ਼ ਨਹੀਂ ਹੈ, ਕੇਜਰੀਵਾਲ ਸਾਹਿਬ ਖੁਸ਼ ਨਹੀਂ ਹਨ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਲਾਣਨ। ਪਰ ਇਹ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਹੁਣ ਛੇਤੀ ਕੀਤਿਆਂ ਚੁੱਪ ਕਰਕੇ ਬੈਠਣ ਵਾਲੇ ਸਥਿਤੀ 'ਚ ਨਜ਼ਰ ਨਹੀਂ ਆ ਰਿਹਾ ਜੀ। ਬਿਕਰਮ ਸਿੰਘ ਮਜੀਠੀਆ ਨੂੰ ਦੇ
ਬਿਨਾਂ ਕਿਸੇ ਸਿਰ ਪੈਰ ਤੋਂ ਜਦ ਕੇਜਰੀਵਾਲ ਨੇ ਕਹਿ ਤਾ ਤਾਂ ਮਾਫੀ ਮੰਗ ਕੇ ਉਹ ਤਾਂ ਪਰਾਂ ਹੋ ਗਿਆ। ਤੇ ਹੁਣ ਸੰਜੇ ਸਿੰਘ ਵਾਲਾ ਕੀ ਕੇਸ ਹੈ? ਜੀ ਸੰਜੇ ਸਿੰਘ ਵਾਲਾ ਵੀ ਸੇਮ ਕੇਸ ਹੈ ਜੀ। ਸੰਜੇ ਸਿੰਘ ਹੋਰਾਂ ਨੇ ਜਿਹੜੀ ਲਾਸਟ ਇਲੈਕਸ਼ਨ ਸੀਗੀ 2017 ਦੀ ਪੰਜਾਬ ਦੇ ਵਿੱਚ, ਉਸ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਕਿਹਾ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਗਾ ਜਿਹੜਾ ਇਹ ਨਸ਼ਿਆਂ ਦਾ ਵਪਾਰੀ। ਹੈਲੋ ਜੀ ਗੱਲ ਸਾਹਿਬ। Shere Punjab News was sponsored by King George Pizza. For takeout and catering orders, call Surrey's top chef Balli Balram at 604-591-1212. ਅੱਛਾ, ਗੱਲਬਾਤ ਸੰਜੇ ਸਿੰਘ ਦੀ ਕਰ ਰਹੇ ਸੀ ਨਵਕਰਨ ਜੀ ਗੱਲ ਸਾਹਿਬ। ਜੀ ਸੰਜੇ ਸਿੰਘ ਬਾਰੇ ਦੇਖੋ, ਪਿਛਲੀ ਇਲੈਕਸ਼ਨ ਦੇ ਵਿੱਚ 2017 ਦੀ ਦੇ ਵਿੱਚ ਸੰਜੇ ਸਿੰਘ ਹੋਰਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਕਹਿ ਦਿੱਤਾ ਸੀ ਕਿ ਨਸ਼ਿਆਂ ਦਾ ਵਪਾਰੀ ਆ। ਜਿਸ ਤੋਂ ਬਾਅਦ ਬਿਕਰਮਜੀਤ ਮਜੀਠੀਆ ਨੇ ਲੁਧਿਆਣਾ ਦੀ ਅਦਾਲਤ ਦੇ ਵਿੱਚ ਸੰਜੇ ਸਿੰਘ ਖਿਲਾਫ ਮਾਣਹਾਨੀ ਦਾ ਕੇਸ ਆ ਜਿਹੜਾ ਉਹ ਦਾਇਰ ਕਰਤਾ ਸੀ। ਉਸ ਕੇਸ ਦੇ ਵਿੱਚ ਸੰਜੇ ਸਿੰਘ ਆ ਨਹੀਂ ਸੀ ਰਹੇ। ਲਗਭਗ ਗਿੱਲ ਸਾਹਿਬ 70 ਤੋਂ ਵੱਧ ਤਰੀਕਾਂ ਉਸ ਕੇਸ 'ਚ ਪਈਆਂ ਔਰ ਸੰਜੇ ਸਿੰਘ ਸਿਰਫ 4 ਵਾਰ ਹੁਣ ਤੱਕ ਲਗਭਗ ਪੇਸ਼ ਹੋਏ ਨੇ, ਬਾਕੀ ਵਾਰ ਪੇਸ਼ ਨਹੀਂ ਹੋਏ। ਜਿਹੜੀ ਕੱਲ ਤਰੀਕ ਸੀ ਉਹਦੇ ਤੇ ਸੰਜੇ ਸਿੰਘ ਹੋਰਾਂ ਨੂੰ ਅਦਾਲਤ ਨੇ ਕਿਹਾ ਸੀ ਕਿ ਪੇਸ਼ ਹੋਵੋ। ਸੰਜੇ ਸਿੰਘ ਫੇਰ ਨਾ ਪੇਸ਼ ਹੋਇਆ ਤਾਂ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਨੇ ਜਿਹੜੇ ਉਹ ਸੰਜੇ ਸਿੰਘ ਹੋਰਾਂ ਦੇ ਜਾਰੀ ਕਰ ਦਿੱਤੇ। ਜਿਸ ਤੋਂ ਬਾਅਦ ਅੱਜ ਸੰਜੇ ਸਿੰਘ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਔਰ ਅਦਾਲਤ ਦੇ ਵਿੱਚ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਬਿਜੀ ਸੀ। ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਦਲੀਲਾਂ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਨਾ ਆਉਣ ਦੀਆਂ ਰੱਖੀਆਂ। ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਆ। ਸੋ ਹੁਣ ਜ਼ਮਾਨਤ ਦੇ ਉੱਤੇ ਉਹ ਜਿਹੜਾ ਉਹ ਦੁਬਾਰੇ ਦਿੱਲੀ ਚਲੇ ਗਏ ਨੇ ਜੀ। ਆਖਰੀ ਖਬਰ ਇਹ ਦਿਓ ਕਿ ਖਾਦ ਦਾ DAP ਖਾਦ ਦਾ ਸੰਕਟ ਜਿਹੜਾ ਹੋਇਆ ਉਹਦਾ ਕਾਰਨ ਕੀ ਹੈ ਪੰਜਾਬ 'ਚ? ਜੀ ਗਿੱਲ ਸਾਹਿਬ, ਐਤਕੀ ਬਹੁਤ ਵੱਡਾ ਸੰਕਟ ਆਉਣ ਵਾਲੇ ਦਿਨਾਂ 'ਚ ਖੜਾ ਹੋ ਸਕਦਾ DAP ਖਾਦ ਦਾ ਜੀ। ਕਿਉਂਕਿ ਪਹਿਲਾਂ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੇ, ਸਹਿਕਾਰੀ ਸਭਾਵਾਂ ਨੇ, ਉਹਨਾਂ ਰਾਹੀਂ ਮੇਨਲੀ DAP ਖਾਦ ਆ ਜਿਹੜੀ ਉਹ ਆਉਂਦੀ ਸੀਗੀ। ਲੇਕਿਨ ਐਤਕੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਉਹਦੇ ਰਾਹੀਂ ਕੋਟਾ ਘਟਾਤਾ ਔਰ ਨਿੱਜੀ ਹੱਥਾਂ ਦੇ ਵਿੱਚ ਪ੍ਰਾਈਵੇਟ ਡੀਲਰਾਂ ਨੂੰ ਇਹ ਸਾਰੀ ਸਪਲਾਈ ਹੈ ਜਿਹੜੀ ਉਹ ਲਗਭਗ ਦਿੱਤੀ ਆ। ਕਿਉਂਕਿ ਹੁਣ ਤੱਕ ਦਾ ਜਿਹੜੇ ਅੰਕੜੇ ਨੇ 80% ਜਿਹੜੀ ਸਪਲਾਈ ਆ ਉਹ ਪਹਿਲਾਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਆਉਂਦੀ ਸੀ ਔਰ 20% ਜਿਹੜੀ ਸਪਲਾਈ ਆ ਉਹ ਪ੍ਰਾਈਵੇਟ ਡੀਲਰਾਂ ਰਾਹੀਂ ਆਉਂਦੀ ਸੀ। ਲੇਕਿਨ ਐਤਕੀ 50% ਸਪਲਾਈ ਹੈ ਜਿਹੜੀ 20 ਤੋਂ ਵਧਾ ਕੇ 50 ਕਰਤੀ ਪ੍ਰਾਈਵੇਟ ਡੀਲਰਾਂ ਦੇ ਰਾਹੀਂ, ਜਿਹਦੇ ਕਰਕੇ ਹੁਣ ਉਹ ਸੰਕਟ ਪੈਦਾ ਕਰਕੇ ਉਸ ਤੋਂ ਬਾਅਦ ਮਨਮਰਜ਼ੀ ਦੇ ਭਾਅ ਜਿਹੜੀ ਉਹ DAP ਉਹ ਦੇਣਗੇ। ਔਰ ਜਿਹੜੇ ਅੰਕੜੇ ਆ ਰਹੇ ਨੇ ਗਿੱਲ ਸਾਹਿਬ ਹੁਣ ਤੱਕ ਉਹ ਬਹੁਤ ਥੋੜੇ ਨੇ, ਕਿਉਂਕਿ ਪੰਜਾਬ ਨੂੰ 5.50 ਲੱਖ ਟਨ DAP ਦੀ ਲੋੜ ਆ, ਪਰ ਪੰਜਾਬ ਦੇ ਵਿੱਚ ਸਿਰਫ 75,000 ਟਨ DAP ਦਾ ਸਟਾਕ ਆ। ਜਦ ਕਿ ਪਿਛਲੇ ਸਾਲ ਜਦੋਂ ਰੇਲਾਂ ਰੋਕਣੀਆਂ ਸੀ, 24 ਸਤੰਬਰ ਨੂੰ ਰੇਲਾਂ ਰੋਕਣੀਆਂ ਸੀ, ਉਦੋਂ ਪਹਿਲਾਂ 4 ਲੱਖ ਟਨ DAP ਮੌਜੂਦ ਸੀ। ਯਾਨੀ ਕਿ ਆਹ ਦਿਨਾਂ ਦੇ ਵਿੱਚ ਸਤੰਬਰ ਮਹੀਨੇ 'ਚ 4 ਲੱਖ ਟਨ DAP ਲਾਸਟ ਈਅਰ ਸੀਗੀ, ਫਿਰ ਵੀ ਸੰਕਟ ਖੜਾ ਸੀ। ਐਤਕੀ ਤਾਂ ਸਤੰਬਰ ਮਹੀਨੇ ਦੇ ਵਿੱਚ ਸਿਰਫ 75,000 ਜਿਹੜੀ ਉਹ ਟਨ DAP ਇਸ ਵਕਤ ਪੰਜਾਬ ਦੇ ਵਿੱਚ ਆ। ਸੋ ਇਸ ਕਰਕੇ ਸੰਕਟ ਖੜਾ ਹੋ ਸਕਦਾ ਜੀ। ਬਾਕੀ ਜਦੋਂ ਪ੍ਰਾਈਵੇਟ ਫਰਮਾਂ ਦੇ ਹੱਥ ਚੱਲ ਜੇ, ਉਹ ਪਹਿਲਾਂ ਫੁੱਟ ਪੈਦਾ ਕਰਦੇ ਨੇ, ਇਕਨੋਮਿਕਸ ਦਾ ਸਿਧਾਂਤ ਹੀ ਆ, ਉਸ ਤੋਂ ਬਾਅਦ ਫੁੱਟ ਪੈਦਾ ਕਰਕੇ ਫਿਰ ਉਹਨੂੰ ਮਹਿੰਗੇ ਭਾਅ ਜਿਹੜਾ ਉਹ ਕਿਸਾਨਾਂ ਨੂੰ ਵੇਚਦੇ ਨੇ। ਸੋ ਇਸ ਕਰਕੇ ਵੱਡਾ ਸੰਕਟ ਹੈ ਜੀ। ਧੰਨਵਾਦ ਜੀ। ਕੱਲ ਨੂੰ ਸਵੇਰੇ ਫੇਰ ਗੱਲਬਾਤ ਕਰਾਂਗੇ 9:15 ਵਜੇ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰ ਨਵਕਰਨ ਸਿੰਘ ਪੱਤੀ ਗੱਲਬਾਤ ਕਰ ਰਹੇ ਸੀ। ਪੱਤੀ ਸੇਖਵਾਂ ਬਰਨਾਲਿਓਂ ਦੇਸ਼ ਪੰਜਾਬ ਦੇ ਝਰੋਖੇ 'ਚੋਂ। ਹਾਈਵੇ 91 ਹੈ ਜੀ ਜਿਹੜਾ ਹੈ ਐਲੈਕਸ ਫਰੇਜ਼ਰ ਉਤਰਦਿਆਂ ਹੀ ਸਟੂਡੀਓ ਤੋਂ ਬਾਹਰ ਸਾਡੇ ਉੱਥੋਂ ਬਹੁਤ ਸਲੋ ਹੈ ਅਤੇ 2 ਲੰਘੀਆਂ ਐਂਬੂਲੈਂਸਿਸ ਅਤੇ ਬਦਲਮਾ ਰੂਟ ਕੁਇਨਸਬੋਰੋ ਪੈ ਕੇ ਜਾਂ ਟਨਲ ਵਾਲੇ ਪਾਸਿਓਂ ਜਾਣਾ ਚਾਹੋ ਤਾਂ ਲੈ ਸਕਦੇ ਹੋ। ਜ਼ਿਆਦਾ ਰੁਕ ਜਾਂਦਾ ਤਾਂ ਫਿਰ ਖਾਸਾ ਹੀ ਰੁਕ ਜਾਂਦਾ ਕਹਿੰਦੇ। ਖਬਰਾਂ ਇੱਕੋ ਵੱਡੀ ਖਬਰ ਜਿਹੜੀ ਤੁਸੀਂ ਸੁਣ ਵੀ ਰਹੇ ਹੋ ਸਵੇਰ ਦੀ ਕਿ ਟਰੂਡੋ ਤੇ ਸਟੋਨ ਜਦੋਂ ਕਹਿੰਦੇ ਨੇ ਨਾ, ਸਟੋਨ ਵਾਲੀ ਕਹਾਣੀ ਨਹੀਂ। ਜਦ ਹੁਣ ਉਹਨੂੰ ਦੂਸਰੇ ਪਾਸਿਓਂ ਦੇਖਦੇ ਹਾਂ ਤਾਂ 5-7 ਰੋੜੀਆਂ ਜਿਹੜੀਆਂ ਉਹ ਟਰੂਡੋ ਦੇ ਉੱਪਰ ਸਿੱਟੀਆਂ ਨੇ, ਜਿਹਦੀ ਸਾਰੇ ਪਾਸੇ ਵਿਰੋਧਤਾ ਹੋ ਰਹੀ ਹੈ। ਟਰੂਡੋ ਕਹਿ ਰਹੇ ਨੇ ਵੀ ਇਹ ਐਂਟੀ ਵੈਕਸਰ ਨੇ, ਵੈਕਸੀਨ ਦੇ ਖਿਲਾਫ ਕੰਮ ਕਰਨ ਵਾਲੇ ਬੰਦੇ ਨੇ ਅਤੇ ਇਹਨਾਂ ਨਾਲ ਕੋਈ ਇੰਪੈਕਟ ਨਹੀਂ ਪੈਣਾ। ਉਹ ਤਾਂ ਹੁਣ ਸੁੱਟਣ ਵਾਲਿਆਂ ਦਾ ਉਹ ਕੌਣ ਨੇ, ਇਲੈਕਸ਼ਨ ਸੱਦਣ ਲਈ ਗੁੱਸੇ ਨੇ ਜਾਂ ਕੀ ਨੇ, ਪਰ ਸਾਡੇ ਇਸ ਸਮਾਜ ਦੇ ਵਿੱਚ ਇਹਨਾਂ
ਜਿਹੜੀਆਂ ਚੀਜ਼ਾਂ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਪਰ ਜਿਹੜੀ ਮੌਬ ਹੈ, ਭੀੜ ਹੈ, ਆਮ ਲੋਕ ਨੇ, ਉਹਨਾਂ 'ਤੇ ਕਾਇਦਾ ਕਾਨੂੰਨ ਕੋਈ ਨਹੀਂ ਹੈ। ਹੁਣ ਦੇਖੋ, ਆਪਾਂ ਵੈਨਕੂਵਰ ਦੇ ਵਿੱਚ ਕਨੈਕਟਸ ਵਾਲੇ ਫਾਈਨਲੇ ਹਾਰੇ ਸੀ ਨਾ ਗੇਮ ਦੇ ਵਿੱਚ, ਕੀ ਹੋ ਗਿਆ ਸੀ? ਅੱਗੇ ਕਿਹੜਾ ਹਾਰਦੇ ਨਹੀਂ, ਪਰ ਲੋਕਾਂ ਦੀਆਂ ਭਾਵਨਾਵਾਂ ਹਰਟ ਹੋ ਗਈਆਂ, ਸਾੜ ਦਿੱਤਾ ਉਹਨਾਂ ਨੇ ਸਾਰਾ ਡਾਊਨਟਾਊਨ, ਕੰਟਰੋਲ ਨਹੀਂ ਹੋਇਆ। 34% ਤੇ ਅੱਜ ਕੰਜ਼ਰਵੇਟਿਵ ਪਾਰਟੀ ਆ, 31% ਤੇ ਲਿਬਰਲ ਪਾਰਟੀ ਆ। 35 ਤੋਂ ਸ਼ੁਰੂ ਕੀਤੀ ਸੀ ਲਿਬਰਲ ਨੇ, ਜਿੱਦਣ ਕੈਂਪੇਨ ਸ਼ੁਰੂ ਹੋਈ ਆ 15-20 ਦਿਨ ਪਹਿਲਾਂ। 35 ਤੋਂ 31 ਤੇ ਨੇ, ਹੁਣ ਉਹ ਮੇਨਟੇਨ ਕੀਤਾ ਹੋਇਆ 31 ਤੇ, ਉੱਥੇ ਹੀ 35 ਤੇ ਮੇਨਟੇਨ ਕੀਤਾ ਹੋਇਆ ਕੰਜ਼ਰਵੇਟਿਵ ਪਾਰਟੀ ਨੇ, ਬਰਾਬਰ ਚੱਲ ਰਹੀ ਨੇ, ਪਲੱਸ ਮਾਈਨਸ 4.5 ਤੇ 19.5% ਤੇ NDP ਖੜੀ ਹੈ, 3.5% ਪਲੱਸ ਮਾਈਨਸ। ਬਹੁਤ ਅਲੱਗ ਕਿਸਮ ਸੀਟ ਪ੍ਰੋਜੈਕਸ਼ਨ ਹੈ ਜਿਹੜੀ 145 ਸੀਟਾਂ ਕੰਜ਼ਰਵੇਟਿਵ ਪਾਰਟੀ ਨੂੰ ਦੇ ਰਹੇ ਨੇ, 133 ਲਿਬਰਲ ਨੂੰ ਦੇ ਰਹੇ ਨੇ, ਪਲੱਸ ਮਾਈਨਸ 39। ਹੁਣ ਜਿਹੜੇ ਨੀਤੀ ਘਾੜੇ ਨੇ, ਸਿਆਣੇ ਨੇ, ਉਹ ਕਹਿੰਦੇ ਵੀ ਜਦ NDP ਦੀ ਜੇ ਸੀਟਾਂ ਵਧਣੀਆਂ ਨੇ ਤਾਂ ਉਹ ਡੈਂਟ ਜਿਹੜਾ ਲਿਬਰਲ ਪਾਰਟੀ ਨੂੰ ਪੈਣਾ। ਸੋ ਜਗਮੀਤ ਸਿੰਘ ਦੀ ਪਾਰਟੀ, ਜਗਮੀਤ ਸਿੰਘ ਹੋਣੀ ਫਿਰ ਇੱਕ ਸਰਕਾਰ ਬਣਾਉਣ ਜਾ ਰਹੇ ਨੇ ਆਪਣੀ ਮਦਦ ਦੇ ਨਾਲ। ਕੰਜ਼ਰਵੇਟਿਵ ਪਾਰਟੀ ਦੇ ਨਾਲ ਬਣਾਉਂਦੇ ਨੇ, ਲਿਬਰਲ ਨਾਲ ਬਣਾਉਂਦੇ ਨੇ, ਇਹ ਤਾਂ ਪਤਾ ਲੱਗੂ 21 ਤਰੀਕ ਨੂੰ ਹੀ। ਤੇ ਪਰ ਜਿਹੜੇ ਨੀਤੀਵਾਨ ਨੇ, ਜਿਹੜੇ ਜਿਨ੍ਹਾਂ ਦੀ ਪਕੜ ਹੈ, ਉਹਨਾਂ ਨੂੰ ਉਹ ਕਹਿੰਦੇ ਨੇ ਵੀ ਸੁਭਾਵਿਕ ਹੈ ਵੀ ਕੰਜ਼ਰਵੇਟਿਵ ਪਾਰਟੀ ਦੇ ਨਾਲ NDP ਰਲ ਕੇ ਇਸ ਵਾਰ ਸਰਕਾਰ ਬਣਾ ਸਕਦੀ ਹੈ। ਜੇ 133 ਤੇ 34 ਦੇਖਦੇ ਹਾਂ, ਪਲੱਸ ਮਾਈਨਸ ਨੂੰ ਆਪਾਂ ਛੱਡ ਦਈਏ ਰੀਅਲਿਸਟਿਕਲੀ, ਤਾਂ ਸਰਕਾਰ ਨਹੀਂ ਬਣਦੀ, ਨੇੜੇ ਲੱਗ ਜਾਂਦੀ ਹੈ, 67 ਤੇ ਚਲੇ ਜਾਂਦੀ ਹੈ। 170 ਚਾਹੀਦੀਆਂ ਨੇ, 45 ਤੇ 34 ਬਣਦੀ ਹੈ। ਬਲਾਕ ਕਬੈਕਵਾ 24 ਲੈ ਰਹੀ ਹੈ। ਅੱਛਾ, ਇਹ ਵੀ ਹੋ ਸਕਦਾ ਹੈ ਜੇ 50 ਦੇ ਕਰੀਬ ਕੰਜ਼ਰਵੇਟਿਵ ਪਾਰਟੀ ਚਲੇ ਗਈ ਤਾਂ ਬਲਾਕ ਵਾਲੇ ਉਹਨਾਂ ਦੇ ਨਾਲ ਰਲ ਸਕਦੇ ਨੇ। ਉਹ 24 ਤੇ ਬੈਠਾ ਪਲੱਸ ਮਾਈਨਸ ਤੇ। 1.5 ਸੀਟ ਗ੍ਰੀਨ ਪਾਰਟੀ ਦੀ ਹੈ, ਪਲੱਸ ਮਾਈਨਸ 1.5। 1.5 ਚੋਂ 1.5 ਨਿਕਲ ਗਈ ਤਾਂ 0, 1.5 ਪਲੱਸ 1.5 ਹੋ ਗਈ ਤਾਂ 3 ਹੋ ਸਕਦੀਆਂ ਨੇ। ਗੁੱਸਾ ਲੋਕਾਂ ਦਾ ਜਿਹੜਾ ਉਹ ਬਹੁਤ ਸਿਰ ਚੜਿਆ ਹੋਇਆ। ਆਮ ਸੁਭਾਵਕ ਬਾਹਰਲੀ ਰਾਏ, ਕਾਲਰ, ਕੁਛ ਬੋਲਣ ਵਾਲੇ ਜਿਹੜੀਆਂ ਪਾਰਟੀਆਂ ਦੇ ਨਾਲ ਹੁੰਦੇ ਨੇ, ਉਹ ਐਕਟਿਵ ਹੋ ਜਾਂਦੇ ਨੇ। ਇਵੈਂਚੁਅਲੀ ਜਦ ਸਮਾਂ ਆਉਂਦਾ ਨਾ, ਫਿਰ ਉਹਨਾਂ ਨੂੰ ਫੁੱਲ ਥਰੋਟਲ ਹੋ ਜਾਂਦੇ ਨੇ ਉਹ, ਅਤੇ ਗੱਲਾਂ ਬਾਤਾਂ ਉਹ ਕਈ ਵਾਰ। ਖੈਰ, ਜਿਹੜੀ ਪਾਰਟੀ ਦੀ ਵੇਵ ਹੈ, ਸਾਡੇ ਇੱਥੇ ਟਾਕ ਸ਼ੋਅ ਦੀਆਂ ਸਾਡੀਆਂ ਰਾਇਆਂ ਦੇ ਨਾਲ ਜਾਂ ਸਾਡੇ ਭਾਈਚਾਰੇ 'ਚ ਡਿਬੇਟ ਜਿੱਤਣਾ ਹਾਰਨਾ, ਇਹ ਕੋਈ ਮਤਲਬ ਨਹੀਂ ਹੈ, ਕੋਈ ਫਰਕ ਨਹੀਂ ਹੈ। ਹਾਂ, ਸਵਾਦ ਜਿਹੜਾ ਲੋਕ ਲੈ ਲੈਂਦੇ ਨੇ, ਜਿਹਦੇ ਅਗੇਂਸਟ ਹੋਣ ਤਾਂ ਉਸ ਨੂੰ ਹਾਰਿਆ ਹੋਇਆ ਦੇਖ ਕੇ ਖੁਸ਼ ਹੋ ਜਾਂਦੇ ਨੇ, ਪਰ ਡਿਬੇਟ ਦੇ ਹਿਸਾਬ ਨਾਲ ਸਾਡੇ ਭਾਈਚਾਰੇ 'ਚ ਵੋਟਾਂ ਨਹੀਂ ਪੈਂਦੀਆਂ। ਸਾਡੇ ਤਾਂ ਪੈਂਦੀਆਂ ਨੇ ਕਿ ਨਿੱਜੀ ਪਕੜ ਕਿਹਦੀ ਕਿੱਥੇ ਤੱਕ ਆ, ਬਸ। ਬਾਕੀ ਸਾਰੀਆਂ ਚੀਜ਼ਾਂ ਪਿੱਛੇ ਨੇ। ਸਭ ਤੋਂ ਵੱਡਾ ਸਾਡਾ ਇਸ਼ੂ ਇਹ ਹੈ ਵੀ ਕੀ ਮੇਰੀ ਸੱਥਰੀ ਪੈਂਦੀ ਆ, ਮੇਰੀ ਗੱਲ ਹੁੰਦੀ ਆ ਸਿੱਧੀ, ਬਸ ਬਿਨਾਂ ਵਿਚੋਲੇ ਤੋਂ ਹੋਣੀ ਚਾਹੀਦੀ ਹੈ। ਅਤੇ ਫਿਰ ਉਸ ਸਮੇਂ ਜੇ ਕਹੋ ਵੀ ਨਹੀਂ ਇਹ ਪਾਰਟੀ ਦਾ ਪਾਲਿਸੀ, ਉਹ ਕਹਿੰਦੇ ਸਾਨੂੰ ਪਾਰਟੀ ਤੋਂ ਕੀ ਲੈਣਾ, ਪਾਰਟੀ ਮਾੜੀ ਹੋਵੇ, ਪਾਰਟੀ ਚੰਗੀ ਹੋਵੇ, ਸਾਨੂੰ MP ਦੇ ਨਾਲ ਗੱਲ ਸਾਡੀ ਹੁੰਦੀ ਹੋਵੇ। ਇਸ ਵਾਰ ਜਿਹੜਾ ਪ੍ਰੋਵਿੰਸ਼ੀਅਲ ਰਾਜਨੀਤੀ ਹੈ ਅਤੇ ਫੈਡਰਲ ਰਾਜਨੀਤੀ ਹੈ, ਬੜੀ ਘਿਓ ਖਿਚੜੀ ਹੋ ਕੇ ਚੱਲਦੀ ਰਹੀ ਹੈ। ਇਸ ਵਾਰ ਸੂਬੇ ਦੀ ਰਾਜਨੀਤੀ ਹੈ ਨਾ ਜਿਹੜੀ, ਉਹ ਥੋੜ੍ਹੀ ਜਿਹੀ ਅਲੱਗ ਜੇ ਚੱਲ ਰਹੀ ਹੈ। ਕਈ ਵਾਰ ਨਿੱਜ ਹੋ ਜਾਂਦਾ ਬੰਦਿਆਂ ਦਾ ਵੀ ਸਾਡੇ ਬੰਦੇ ਖੜਾਏ ਹੋਏ ਨੇ, ਪਰ ਫਿਰ ਵੀ ਜਿਹੜੀ ਪੁਰਾਣੀ ਯਾਰੀ ਹੁੰਦੀ ਹੈ ਉਸ ਨੂੰ ਪਰਾਂ ਧੱਕਣਾ ਬਹੁਤ ਆ। ਜਿਹੜਾ ਹੱਥ ਮਿਲੇ ਹੁੰਦੇ ਨੇ 20-20 ਸਾਲਾਂ ਦੇ, ਉਹਨਾਂ ਨੂੰ ਪਰਾਂ ਕਰਨਾ ਬੜਾ ਔਖਾ ਹੋ ਜਾਂਦਾ। ਅਤੇ ਬਹੁਤ ਅਲੱਗ ਕਿਸਮ ਦੀਆਂ ਗੱਲਾਂ ਚੱਲਦੀਆਂ ਨੇ। ਵੋਟਾਂ ਤੋਂ ਬਾਅਦ ਉਹਨਾਂ 'ਤੇ ਆਪਾਂ ਗੱਲਬਾਤ ਕਰਾਂਗੇ, ਲੋਕ ਕੀ ਸੋਚ ਰਹੇ, ਕੀ ਹੋ ਰਿਹਾ, ਕਿੱਧਰ ਨੂੰ ਗੱਲ ਜਾ ਰਹੀ। ਸਰਦਾਰ ਖਾਲੜਾ, ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦਾ ਸ਼ਹੀਦੀ ਦਿਨ ਕੱਲ੍ਹ ਸੀ, 1995 ਨੂੰ। ਇਹ ਅਣਖਾਂ ਦਾ ਖੂਨ ਪੀੜ੍ਹੀ ਦਰ ਪੀੜ੍ਹੀ, ਜਿੱਥੇ ਨਾੜਾਂ ਨੂੰ ਗੁਲਜ਼ਾਰ ਬਖਸ਼ਦਾ ਹੈ, ਉੱਥੇ ਲੁਕਾਈ ਨੂੰ ਵੀ ਚੜ੍ਹਦੀ ਕਲਾ 'ਚ ਰੱਖਦਾ। ਜਦ ਸਿਰਾਂ ਦੇ ਮੁੱਲ ਪਏ ਪੰਜਾਬ ਦੀ ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਤਾਂ ਸਭ ਤੋਂ ਪਹਿਲਾਂ ਮਾਝੇ ਦੇ ਜਰਨੈਲ ਧੰਨ
ਬਾਬਾ ਭਾਈ ਸਾਹਿਬ ਭਾਈ ਤਾਰਾ ਸਿੰਘ ਬਾਮ ਬੁੱਟਰ ਯੋਧਿਆਂ ਨੇ ਬਾਮ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਲਾਹੌਰ ਦੀ ਸਰਕਾਰ ਨੂੰ ਵੰਗਾਰਿਆ। ਬਾਹਰਲੇ ਬੰਨੇ ਡੇਰਾ ਸੀ, ਝਾਫੇ ਵੱਡੇ ਵੱਡੇ। ਉੱਥੇ ਪੁਰਖਾ ਖਾਲੜੇ ਪਰਿਵਾਰ ਦਾ ਬਾਬਾ ਸੂਰਾ ਸਿੰਘ, ਬਾਬਾ ਤਾਰਾ ਸਿੰਘ ਵਾਂ ਦੇ ਨਾਲ ਸ਼ਹੀਦ ਹੋਇਆ। ਉਸੇ ਪੀੜ੍ਹੀ ਦੇ ਵਿੱਚੋਂ ਗਾਂਹ ਜਾ ਕੇ ਸਰਦਾਰ ਖਾਲੜੇ ਦੇ ਦਾਦਾ ਜੀ ਸਰਦਾਰ ਹਰਦਿੱਤ ਸਿੰਘ, ਬਾਬਾ ਗੁਰਦਿੱਤ ਸਿੰਘ ਦੇ ਨਾਲ ਜਿਹੜਾ ਜਹਾਜ਼ ਕਾਮਾਗਾਟਾ ਮਾਰੂ, ਉਸ ਨੂੰ ਮਲੇਸ਼ੀਆ ਦੇ ਵਿੱਚੋਂ ਉਸ ਦੇ ਸਫ਼ਰ 'ਤੇ ਉਸ ਲਈ ਸਵਾਰੀਆਂ ਪੂਰੀਆਂ ਕਰਨ ਦੇ ਲਈ ਉੱਥੇ ਕੰਮ ਕੀਤਾ। ਨਾਲ ਵੱਡਾ ਪੁੱਤਰ ਲੈ ਕੇ ਆਏ ਸੀ ਅਤੇ ਆਪ ਵੀ ਦਾਦਾ ਜੀ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਤਾਇਆ ਜੀ ਮੁੜ ਕੇ ਪੰਜਾਬ ਨਹੀਂ ਗਏ। ਜਾਪਾਨ ਦੇ ਵਿੱਚ ਅਤੇ ਮਲੇਸ਼ੀਆ, ਸ਼ੰਘਾਈ ਦੇ ਵਿੱਚ, ਅਤੇ ਜਿਹੜੇ ਦਾਦਾ ਜੀ ਅਤੇ ਵੱਡੇ ਭਾਈ ਸਾਹਿਬ ਜਾਪਾਨ ਦੇ ਵਿੱਚ ਪੂਰੇ ਹੋਏ। ਪਿਤਾ ਜੀ ਸਰਦਾਰ ਕਰਤਾਰ ਸਿੰਘ ਨੇ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਨੂੰ ਪਾਲਿਆ। ਜਸਵੰਤ ਸਿੰਘ ਖਾਲੜਾ ਚੜ੍ਹਦੀ ਵਰੇਸ ਦੇ ਵਿੱਚ ਸਕੂਲੀ ਅਤੇ ਕਾਲਜ ਦੇ ਸਮੇਂ ਖੱਬੇ ਪੱਖ ਵੱਲ ਉਲਾਰ ਅਤੇ ਬਰਾਬਰਤਾ ਦੀ ਗੱਲ, ਬਹੁਤ ਕੁਝ ਆਮ ਖੱਬੇ ਪੱਖ ਦਾ ਅਤੇ ਸਿੱਖਾਂ ਦਾ ਇਹ ਮਿਲਦਾ ਹੈ ਕਿ ਜ਼ੁਲਮ ਦੇ ਖਿਲਾਫ ਦੋਨੇ ਹੀ ਜਿਹੜੀਆਂ ਤਹਿਰੀਕਾਂ ਨੇ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਨੇ। ਬਸ ਫਰਕ ਇੱਕ ਹੈ ਕਿ ਸਿੱਖ ਧਰਮ ਦੀਆਂ ਰਵਾਇਤਾਂ ਨੇ ਜਿਹੜੀਆਂ ਉਹ ਧਰਮ ਦੇ ਨੇੜੇ ਰੱਖਦੀਆਂ ਨੇ। ਖੱਬੇ ਪੱਖੀ ਰਵਾਇਤਾਂ ਇਹ ਕਹਿੰਦੀਆਂ ਨੇ ਵੀ ਧਰਮ, ਜ਼ਾਤ ਪਾਤ ਕੋਈ ਗੋਤ ਨਹੀਂ, ਸਿੱਧਾ ਜਰਵਾਣੇ ਦੇ ਮੱਥੇ 'ਤੇ ਬਰਸ਼ੀ ਠੋਕ। ਮਾਝੇ ਦੇ ਜਿੰਨੇ ਵੀ ਕਾਮਰੇਡ ਜਰਨੈਲ ਹੋਏ ਨੇ ਖੱਬੇ ਪੱਖੀ, ਉਹ ਸਰੂਪ ਦੇ ਵਿੱਚ ਰਹੇ ਨੇ, ਉਹ ਧਰਮ ਦੇ ਨੇੜੇ ਰਹੇ ਨੇ। ਸਰਦਾਰ ਜਸਵੰਤ ਸਿੰਘ ਖਾਲੜਾ ਇਸੇ ਦੇ ਵਿੱਚ ਵਿਚਰਦਿਆਂ ਇੰਗਲੈਂਡ ਆਏ। ਇੰਗਲੈਂਡ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਕੰਮ ਕੀਤਾ, ਪਰ ਜਦ ਇੱਥੇ ਆਏ, ਇੱਥੇ ਦੀਆਂ ਜਿਹੜੀਆਂ ਗੱਲਾਂ ਜਦ ਇੱਥੇ ਦੀ ਪਾਰਲੀਮੈਂਟ 'ਚ ਬੋਲੇ ਤਾਂ MP ਸੋਚ ਰਹੇ ਸੀ ਵੀ ਹੁਣ ਇਹ ਜੇ ਜਾਊਗਾ 25,000 ਲਾਸ਼ਾਂ ਦੀ ਗੱਲ ਕਰਨ ਵਾਲਾ, ਹੁਣ 25,001 ਬਣੂ। ਅਤੇ ਕਿਹਾ ਵੀ ਸੀ, KP ਗਿੱਲ ਨੇ ਕਿਹਾ, ਸੰਧੂ ਨੇ ਕਿਹਾ ਕਿ 25,001 ਬਣਾ ਦਿਆਂਗੇ। ਪਰ ਯੋਧਾ ਮੁੜ ਕੇ ਗਿਆ ਅਤੇ ਸ਼ਹੀਦੀ ਦਿੱਤੀ। ਇਹ ਨੇ ਚੜ੍ਹਦੀ ਕਲਾ ਦੀਆਂ ਕਹਾਣੀਆਂ, ਇਹ ਨੇ ਘੇਰਾ ਤੋੜ ਕੇ ਤਾੜੀ ਮਾਰ ਕੇ ਲੰਘਣ ਵਾਲਿਆਂ ਦੀਆਂ ਗੱਲਾਂ। ਬਰਸ਼ੀ ਗੀਤ ਹੈ, ਨਾਗਣੀ ਗੀਤ ਹੈ ਜਿਹੜਾ, ਇਹ ਹਰਮਨਜੀਤ ਸਿੰਘ ਨੇ ਲਿਖਿਆ, ਖਿਆਲੇ ਵਾਲੇ ਨੇ, ਅਤੇ ਮਨਪ੍ਰੀਤ ਨੇ ਗਾਇਆ। ਇਸੇ ਤਰ੍ਹਾਂ ਦਾ ਹੀ ਸਮਾਂ ਹੋਣਾ ਜਾਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਦੇ ਹੀ ਕੰਡ 'ਤੇ ਹੱਥ ਰੱਖਿਆ ਸਾਹਿਬ ਆਲਮ ਨੇ ਵੀ ਚੱਲ ਬਈ ਸ਼ੇਰਾ। ਅਤੇ ਫਿਰ ਕਿਵੇਂ ਕਹਾਣੀਕਾਰ ਕਈ ਕਹਿੰਦੇ ਨੇ, ਕਹਿੰਦੇ ਤਵਿਆਂ ਦੇ ਵਿੱਚ ਇੱਕ ਸਰਾਖ ਸੀ, ਫਿਰ ਸਰਾਖ 'ਚ ਨਾਗਣੀ ਮਾਰੀ। ਇਹੋ ਜਿਹੀਆਂ ਗੱਲਾਂ ਨਹੀਂ, ਨਾਗਣੀ ਉਹ ਇੰਨੀ ਠੋਕ ਕੇ ਮਾਰੀ ਤਵਿਆਂ ਦੇ ਵਿੱਚ ਦੀ ਲੰਘ ਗਈ। ਇਸੇ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਨੇ, ਜਿਹੜੇ ਮੁਗਲਾਂ ਦੇ ਜਰਨੈਲ ਬਾਬਾ ਤਾਰਾ ਸਿੰਘ ਬਾਂ ਨਾਲ ਲੜਨ ਆਏ ਤਾਂ ਤਾਰਾ ਸਿੰਘ ਬਾਂ ਦੇ ਸਾਹਮਣੇ ਸੰਜੋਗ ਦੇ ਨਾਲ ਲੋਹੇ ਨਾਲ ਮੜਿਆ ਜਰਨੈਲ ਖੜਾ, ਦੁੰਬਾ ਪੂਰਾ ਖਾ ਕੇ 6.5 ਫੁੱਟ ਦਾ ਹੋਊ, ਕਿੱਡੇ ਕਿੱਡੇ ਡੌਲੇ, ਗਰਦਨ ਕਿੱਡੀ ਹੋਊ। ਜਾਂ ਜਗ੍ਹਾ ਨਾ ਕੋਈ ਲੱਭੀ ਤਾਂ ਵਰਸ਼ਾ ਮੂੰਹ ਦੇ ਵਿੱਚ ਮਾਰਿਆ ਬਾਬਾ ਤਾਰਾ ਸਿੰਘ ਬਾਂ ਨੇ। ਮੂੰਹ ਦੇ ਵਿੱਚ ਜਦ ਖੂਨ ਨਿਕਲਿਆ, ਪਿੱਛੇ ਨੂੰ ਭੱਜਿਆ, ਕਹਿੰਦਾ ਕਿਉਂ ਪਾਨ ਚੱਬਦਾ? ਦੂਜਾ ਕਹਿੰਦਾ ਹਾਂ, ਕਹਿੰਦਾ ਮੂਹਰੇ ਵੰਡਦਾ ਪਾਨ ਬਾਬਾ, ਜਾਂ ਤੂੰ ਵੀ ਸ਼ਕਲ ਹੈ। ਸੋ ਅੱਜ ਜਿਹੜੀ ਮੈਂ ਗੱਲ ਕਰਨੀ ਹੈ, ਇਸ ਨਾਲ ਮੇਲ ਕੀ ਕਰਨੀ ਹੈ, ਆਪਣਾ ਆਪਣਾ ਪਲ, ਆਪਣਾ ਆਪਣਾ ਤਲ ਹੈ। ਅਸੀਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਸਾਡੀਆਂ ਮੁਸ਼ਕਿਲਾਂ ਦੇ ਘੇਰੇ ਦੇ ਵਿੱਚ ਡੋਲ ਜਾਂਦੇ ਹਾਂ ਵੀ ਹੋ ਬਹੁਤ ਔਖਾ ਹੋ ਗਿਆ, ਹੁਣ ਕੀ ਬਣੂ। ਅਤੇ ਜਿਹੜੇ ਇਹ ਲੱਟ 'ਤੇ ਜਾ ਕੇ ਖੰਭਾਂ ਨੂੰ ਸਾੜ ਕੇ ਵਿੱਚ ਭੜਕ ਦੇ ਕੇ ਲੋਚ ਵੱਜਣ ਵਾਲੇ ਨੇ, ਇਹ ਲਾਈਨ ਕਿੱਡੀ ਲੰਬੀ ਹੈ। ਸਰੀਰ ਹੈ, ਸਰੀਰ ਦੀ ਚੂੰਡੀ ਵੱਡੀ ਹੋਈ, ਸਰੀਰ ਦੇ ਅੰਗ ਦਾ ਜੋੜ ਦਾ ਇੱਕ ਜਗ੍ਹਾ ਤੋਂ ਜਾ ਕੇ ਵੱਧ ਫੈਲਾ ਦੇਣਾ ਹੈ ਅਤੇ ਬੰਦਾ ਲੱਕ ਫੜ ਤੁਰਦਾ ਕਿੰਨੇ ਦਿਨ। ਲੱਤਾਂ ਜਿਹੜੀਆਂ ਸਿੱਧੀਆਂ ਰਹਿੰਦੀਆਂ ਨੇ, ਲੱਤਾਂ ਬਰਾਬਰ ਨਹੀਂ ਹੁੰਦੀਆਂ ਬਾਹਾਂ ਵਾਲੇ ਪਾਸੇ।
ਬਾਹਾਂ ਮੂਹਰੇ ਰਹਿੰਦੀਆਂ ਨੇ, ਬਾਹਾਂ ਘੁੰਮ ਕੇ ਪਿੱਛੇ ਭੌਰੀ ਤੇ ਟੰਗ ਨਹੀਂ ਹੁੰਦੀਆਂ। ਵਾਲ ਵਾਹੁਣ ਨੂੰ ਨੇ, ਵਾਲਾਂ ਨੂੰ ਫੜ ਕੇ ਪਿੱਛੇ ਬਾਹਾਂ ਬੰਨ੍ਹ ਕੇ ਉਹਨਾਂ 'ਚ ਪੈਰ ਪਾ ਕੇ ਘੋੜੀ ਵਾਂਗੂ ਨਹੀਂ ਚੜ੍ਹਿਆ ਜਾਂਦਾ। ਤੇ 3-4 ਨੇ ਮੂਹਰੋਂ ਫੜਿਆ ਹੋਵੇ ਵੀ ਸਰੀਰ ਪਿੱਛੇ ਨੂੰ ਨਾ ਜਾਵੇ। ਪਾਣੀ ਹਜ਼ਾਰਾਂ ਪਾਣੀ ਲੀਟਰਾਂ 'ਚ ਪੀ ਕੇ ਉਸ ਦਾ ਸ਼ਰਲਾ ਗਜਾਉਣ ਲਈ ਬੰਦਾ ਮੈਦਾਨ ਮਾਰਨ ਲਈ ਬਾਹਰ ਜਾਂਦਾ। ਹੀਟਰਾਂ ਦੇ ਉੱਪਰ ਨਹੀਂ ਪਿਸ਼ਾਬ ਕੀਤੇ ਜਾਂਦੇ। ਤਾਰਾਂ ਜਿਹੜੀਆਂ ਬਿਜਲੀ ਦੀਆਂ ਜਨਨ ਅੰਗਾਂ ਤੇ ਨਹੀਂ ਲਾਈਆਂ ਜਾਂਦੀਆਂ। ਕੋਕੋ ਕੋਲਾ ਦੀਆਂ ਬੋਤਲਾਂ ਜਿਹੜੀਆਂ ਉਹ ਸਰੀਰ ਦੇ ਮੂੰਹ ਦੇ ਵਿੱਚ, ਮੂੰਹ ਤੋਂ ਟੇਸਟ ਦੇ ਲਈ ਹੁੰਦੀਆਂ। ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਉਹ ਧਸੋਈਆਂ ਨਹੀਂ ਜਾਂਦੀਆਂ। ਪੱਟ ਪਾੜ ਕੇ ਵਿੱਚ ਲੂਣ ਤੇ ਤੇਜ਼ਾਬ ਨਹੀਂ ਭਰਿਆ ਜਾਂਦਾ। ਪੱਟਾਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕੀਤੀ ਜਾਂਦੀ ਹੈ। ਨਹੁੰ ਕੱਟੇ ਜਾਂਦੇ ਨੇ, ਨਹੁੰ ਖਿੱਚੇ ਨਹੀਂ ਜਾਂਦੇ। ਇਹ ਚੜ੍ਹਦੀ ਕਲਾ ਦੀਆਂ ਕਹਾਣੀਆਂ ਨੇ। ਟੋਕਿਆਂ ਦੇ ਨਾਲ ਬੱਕਰੇ ਵੱਢਦੇ ਨੇ ਲੋਕ ਖਾਣ ਦੇ ਲਈ, ਮੁਰਗੇ ਵੱਢਦੇ ਨੇ, ਬੰਦੇ ਨਹੀਂ ਵੱਢੇ ਜਾਂਦੇ। ਇਹ ਤਵਾਰੀਖਾਂ 18ਵੀਂ ਸਦੀ 'ਚ ਖਾਲਸੇ ਨੂੰ ਮਿਲੀਆਂ ਤੇ ਖਾਲਸੇ ਨੇ ਚੜ੍ਹਦੀ ਕਲਾ ਦੇ ਵਿੱਚ ਹੁਣ ਵੀ ਸਿਰ ਤੇ ਨਿਭਾਈਆਂ। ਤੇ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਲੜਨ ਵਾਲਿਆਂ ਨੇ, ਨਕਸਲ ਯੋਧਿਆਂ ਨੇ, ਸ਼ਹੀਦਾਂ ਨੇ, ਉਹਨਾਂ ਨੇ ਵੀ ਸਿਰ ਤੇ ਇਉਂ ਹੀ ਚੱਲੀਆਂ। ਚਾਹੇ ਬਾਬਾ ਬੂਝਾ ਸਿੰਘ ਆ, ਤਰਸੇਮ ਬਾਵਾ ਹੈ, ਪਤਾ ਹੀ ਨਹੀਂ ਕਿੰਨੇ ਨੇ। ਇਸ ਤਰ੍ਹਾਂ ਹੀ ਹੁੰਦਾ ਰਿਹਾ ਪੰਜਾਬ ਦੇ ਵਿੱਚ। ਅਸੀਂ ਆਮ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆਂ ਦਰੇਗ ਕਰ ਜਾਂਦੇ ਹਾਂ। ਦਰੇਗ ਆ ਹੁਣ ਬਹੁਤ ਮਾਪਿਆਂ ਦੇ ਧੀ ਧਿਆਣੀਆਂ ਜਵਾਕ ਇੱਥੇ ਦੇ ਲੋਕਲ ਯੂਨੀਵਰਸਿਟੀਆਂ 'ਚ ਪੜ੍ਹਨ ਲਈ ਘਰਾਂ 'ਚੋਂ ਚਲੇ ਗਏ। ਮਾਮਾ ਤੇ ਪਿਓ ਸਾਹ ਨਹੀਂ ਧਰਦੇ। ਤੇ ਦੂਜੇ ਬੰਨੇ 20-20 ਵਰ੍ਹਿਆਂ ਦੀਆਂ ਬਾਲੜੀਆਂ ਜਿਹੜੀਆਂ 12 ਪੜ੍ਹ ਕੇ ਸਿੱਧੀਆਂ ਪੰਜਾਬ ਤੋਂ ਆ ਰਹੀਆਂ ਨੇ। BCC 'ਚ ਇੱਥੇ ਕਾਲਜ, ਇੱਥੇ ਐਡਮਿਸ਼ਨ, ਇੱਥੇ ਐਡਮਿਸ਼ਨ। ਕੀ ਕਰਨਾ? ਜਿਨ੍ਹਾਂ ਦੇ ਹਲੇ ਬਚਪਨ ਦੇ ਦਿਨ ਨੇ। ਪਰ ਇਹੀ ਅਸਲ ਆ ਕਹਾਣੀ, ਇਹੀ ਅਸਲ ਕਹਾਣੀ ਆ। ਘਰ ਦੇ ਵਿੱਚ ਸਾਡਾ ਬਹੁਤ ਸੰਬੰਧ ਰਿਹਾ ਰਾਕਿਆਂ ਦੇ ਨਾਲ, ਘੋੜਿਆਂ ਦੇ ਨਾਲ, ਘੋੜੀਆਂ ਦੇ ਨਾਲ ਬਹੁਤ ਅਸੀਂ ਪਿਆਰ ਕਰਦੇ ਹਾਂ। ਹਥਿਆਰਾਂ ਦੇ ਨਾਲ ਬਹੁਤ ਪਿਆਰ ਕਰਦੇ ਹਾਂ। ਜੇ ਹੁਣ ਮੋਢੇ ਨਾਲ ਫਾਇਰ ਕਰਨ ਵੇਲੇ ਕਹੇ ਮੋਢਾ ਹਿੱਲ ਜੂ, ਫਿਰ ਕਾਹਦੇ ਲਈ ਰੱਖੀ ਹੈ? ਇਉਂ ਹੀ ਜੇ ਘਰੇ ਛੋਲੇ ਚਾਰਨੇ ਨੇ, ਜੇ ਕੰਡਿਆਲਾ ਹੀ ਨਹੀਂ ਦੇਣਾ ਉਹਨੂੰ, ਉਹਨੇ ਕੰਡਿਆਲਾ ਹੀ ਨਹੀਂ ਲੈਣਾ, ਫਿਰ ਕਾਹਦੇ ਲਈ ਰੱਖੀ ਹੈ? ਉਹ ਹੱਥੀਂ ਪਾਲੀ ਹੁੰਦੀ ਹੈ। ਦੁੱਧ ਬੋਤਲਾਂ ਦਾ ਹੱਥੀਂ ਪਿਲਾਇਆ ਹੁੰਦਾ। ਗੱਲੇ ਛੋਲੇ ਦਿੰਦੇ ਨੇ ਅਗਲੇ, ਪਰ ਉਸੇ ਮੂੰਹ 'ਚ ਜੇ ਕੰਡਿਆਲਾ ਨਾ ਦਈਏ ਤਾਂ ਚੜ੍ਹ ਨਹੀਂ ਹੋਣਾ ਉਹਦੇ ਤੇ। ਉਹਦੇ ਤੇ ਕਾਠੀ ਪਾਉਣੀ ਪੈਣੀ ਆ, ਨਹੀਂ ਫਾਇਦਾ ਕੀ ਆ? ਫਿਰ ਕਰਨਾ ਕੀ ਆ ਉਹਨੇ? ਜ਼ਿੰਦਗੀ ਵੀ ਇਹੀ ਹੈ। ਜੇ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਇਆ, ਫਿਰ ਜ਼ਿੰਦਗੀ ਕਾਹਦੀ ਹੈ? ਸਿੱਧੋ ਸਿੱਧੀ ਜ਼ਿੰਦਗੀ ਥੋੜ੍ਹਾ। ਫਿਰ ਚੜ੍ਹਦੀ ਕਲਾ ਦਾ ਪ੍ਰਤੀਕ ਕਿਉਂ ਆ? ਜੇ ਲੱਗਣੀ ਉਹ ਨਹੀਂ ਫੁੱਲ ਦੀ, ਫਿਰ ਫਾਇਦਾ ਕੀ ਹੈ? ਫਿਰ ਕਾਹਦੇ ਲਈ ਅਸੀਂ ਇਸ ਜਗਤ 'ਚ ਆਏ ਹਾਂ? ਆਪਣਾ ਟੱਬਰ, ਆਪਣੀ ਰੋਟੀ, ਆਪਣੀ ਕਹਾਣੀ, ਇਹਦੇ ਲਈ ਤਾਂ ਸਾਰੇ ਹੀ ਫਿਰਦੇ ਆ ਤੁਰੇ। ਬਰਾਬਰ ਕੀ ਕੀਤਾ? ਕਿਸੇ ਲਈ ਕੀ ਕੀਤਾ? ਜਾਂ ਆਪ ਪਰਿਵਾਰ ਦੁੱਖ ਦੇ ਵਿੱਚੋਂ ਦੀ ਲੰਘ ਕੇ ਸੁੱਖ ਦੀ ਰਾਹ 'ਤੇ ਕਿਵੇਂ ਆਇਆ? ਇਹ ਬਹੁਤ ਜ਼ਰੂਰੀ ਹੈ। ਪ੍ਰਵਾਸ ਕਿਤੇ ਅੱਜ ਨਹੀਂ ਹੋਇਆ, ਪ੍ਰਵਾਸ ਅਜ਼ਲਾਂ ਤੋਂ ਹੁੰਦਾ ਆਇਆ। ਪ੍ਰਵਾਸ ਕਰਾਉਣ ਵਾਲੇ ਕੌਣ ਸੀ? ਜਦ ਕਾਰਖਾਨਿਆਂ ਦਾ ਯੁੱਗ ਆ ਗਿਆ ਇਹਨਾਂ ਦੇਸ਼ਾਂ 'ਚ, ਯੂਰਪ ਦੇ ਵਿੱਚ, ਪਹਿਲਾਂ ਜਾ ਕੇ ਲੁੱਟਦੇ ਰਹੇ, ਫਿਰ ਕਹਿੰਦੇ ਨਹੀਂ ਹੁਣ ਕੱਚਾ ਮਾਲ ਤੇ ਬੰਦੇ ਲਿਆਓ, ਸਾਡੇ ਦੇਸ਼ਾਂ 'ਚ ਰਹਿਣਾ, ਮੇਮਾਂ ਸੁਣਨੀਆਂ ਨਹੀਂ ਕਰਨੀਆਂ। ਸੋ ਇਹ ਹਰ ਇੱਕ ਬੰਦੇ ਦਾ ਇੱਕ ਤਰੀਕਾ ਹੈ। ਇੱਕ ਮਾਂ ਸਵੇਰੇ ਐਲੀਮੈਂਟਰੀ ਦੇ ਵਿੱਚੋਂ ਹਾਈ ਸਕੂਲ 'ਚ ਬੱਚਾ ਭੇਜ ਰਹੀ ਆ, ਪ੍ਰਾਈਵੇਟ ਸਕੂਲ ਦੇ ਵਿੱਚ, ਉਹ ਉਸ ਗੱਲ ਤੋਂ ਦੁਖੀ ਹੋ ਰਹੀ ਹੈ ਵੀ ਅੱਜ ਬੱਚਾ ਮੇਰਾ ਔਖਾ ਤਾਂ ਨਹੀਂ ਹੋਊ। ਲੋਕਲ ਸ਼ਹਿਰ 'ਚ ਘਰ ਤੋਂ 8 ਕਿਲੋਮੀਟਰ ਇੱਕ ਮਾਂ 5000 ਕਿਲੋਮੀਟਰ ਕਿਸੇ ਯੂਨੀਵਰਸਿਟੀ 'ਚ ਆਪਣੀ ਧੀ ਨੂੰ ਛੱਡ ਕੇ ਆਈ ਆ, ਉਹ ਦੁਖੀ ਹੋ ਰਿਹਾ ਮੇਰੀ ਧੀ ਉੱਥੇ ਕਿੱਥੇ ਹੈ। ਇੱਕ ਮਾਪਾ ਆਪਣੀ ਧੀ ਨੂੰ 5000 ਕਿਲੋਮੀਟਰ ਛੱਡ ਕੇ ਆਇਆ ਵੀ ਨਹੀਂ ਇਹ ਪੜ੍ਹੂਗੀ, ਹਾਕੀ ਖੇਲੂ ਤੇ ਚੜ੍ਹਦੀ ਕਲਾ ਜਾਊਗੀ। ਇਸ ਤਰ੍ਹਾਂ ਹੀ ਜ਼ਿੰਦਗੀ ਹੋਣੀ ਹੈ, ਕਿੱਥੇ ਕਿੱਥੇ ਨਾਲ ਰਹਾਂਗੇ। ਤੇ ਇੱਕ ਮਾਪਾ ਹੈ ਜਿਹਦੀ 20 ਵਰ੍ਹਿਆਂ ਦੀ ਧੀ ਨੂੰ ਉਹ ਸਵੇਰੇ ਕਹਿੰਦਾ ਵੀ ਕੰਬਲ ਦੇ ਦੇ, ਹੋਰ ਪਈ ਪਿਆਰਾ ਪੁੱਤ, ਕੋਈ ਉੱਠੀ ਨਾ, ਤੂੰ ਮੈਂ ਕਰਕੇ ਆਉਣਾ ਬਾਹਰ। ਪਰ ਜਦ ਤੱਕ ਸੋਨਾ ਕਠਾਲੀ 'ਚ ਪੈਂਦਾ ਨਹੀਂ, ਪਿਘਲਦਾ ਨਹੀਂ,
ਤਾਂ ਉਹਦੀਆਂ ਵੰਗਾਂ ਤੇ ਉਹਦੇ ਕਾਂਟੇ, ਉਹਦੇ ਪਿੱਪਲ ਪੱਤੀਆਂ ਤੇ ਕੈਂਠਾ ਬਣਾਉਣ ਲਈ ਲਾਖ ਦੀ ਗੋਲ ਆਕਾਰ ਤੇ ਲਾਖ ਤੇ ਜਿਹੜਾ ਸੋਨਾ ਚੜ੍ਹਨਾ ਹੈ ਉਹ ਪਾਣੀ ਬਣਾ ਕੇ ਚਾੜਨਾ ਪੈਣਾ, ਚਮਕਦਾ ਜ਼ਰੂਰ ਆ। ਫਿਰ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਣਾ ਤੇ ਜ਼ਿੰਦਗੀ ਦੇ ਕੰਫਰਟ ਲੈਵਲ ਤੋਂ ਬਾਹਰ ਜਾਣਾ ਹੈ। ਘਰਾਂ ਦੇ ਘਰ ਖਾਲੀ ਹੋਏ ਪੰਜਾਬ 'ਚ 1990 'ਚ 2-2 ਪੁੱਤ 3-3 ਪੁੱਤ ਸਾਰੇ ਭੱਜ ਗਏ ਘਰੋਂ, 1 by 1 ਮਾਵਾਂ ਅਗਲੇ ਨੇ ਫੜ ਕੇ ਠਾਣੇ ਬਿਠਾਤੀਆਂ। 3-3 ਮਹੀਨੇ ਕਾਸੇ ਖਾਨੇ 'ਚ ਮਾਵਾਂ ਰਹੀਆਂ, 3-3 ਮਹੀਨੇ ਜਿਹੜੀਆਂ ਸਿਰ ਤੇ ਮਲਮਲ ਦੀ ਚੁੰਨੀ ਲੈ ਕੇ ਪਿੰਡ 'ਚ ਰਹਿੰਦੀਆਂ, ਉਹਨਾਂ ਦੇ ਸਿਰਾਂ ਤੇ ਚੁੰਨੀਆਂ ਨਾ ਰਹੀਆਂ 3-3 ਮਹੀਨੇ। ਨਗਨ ਅਵਸਥਾ ਦੇ ਵਿੱਚ ਅੱਧਿਆਂ ਨੂੰ ਬਿਠਾ ਕੇ ਰੱਖਿਆ ਗਿਆ। ਸੋ ਇਹੀ ਜ਼ਿੰਦਗੀ ਹੈ, ਇਹਨੂੰ ਹੀ ਕਹਿੰਦੇ ਨੇ ਚੜ੍ਹਦੀ ਕਲਾ ਦਾ ਪ੍ਰਤੀਕ। ਕਹਿਣ ਨਹੀਂ ਹੈ ਕਿਵੇਂ ਆ ਚੜ੍ਹਦੀ ਕਲਾ ਹੈ, ਇਸ ਤਰ੍ਹਾਂ ਨਹੀਂ, ਚੜ੍ਹਦੀ ਕਲਾ ਦਿਖਾਉਣੀ ਪਊ। ਕੀ ਸੀ ਉਹਨਾਂ ਦਾ, ਕਿੰਨੇ ਨੇ ਪੰਜਾਬ 'ਚ 2 ਕਰੋੜ ਬੰਦਾ ਸੀ, 1.5 ਲੱਖ ਕਿਉਂ ਤੁਰਿਆ ਇਕੱਲਾ, ਬਾਕੀ ਨਾ ਤੁਰ ਸਕੇ? ਕਿਉਂਕਿ ਸੇਵਾ ਦੇ ਲਈ ਬਹੁਤ ਵੱਡੇ ਭਾਗ ਚਾਹੀਦੇ ਨੇ। ਚੁੰਡੀ ਨਹੀਂ ਜਿਹੜੀ ਵਢਾਈ, ਉਹ ਕਹਿੰਦਾ ਅਸੀਂ ਹੱਥੀਂ ਵੇਖ ਕੇ ਆਇਆ ਭਾਈ ਸਾਹਿਬ, ਬਹੁਤ ਕੁਛ ਕੀਤਾ ਅਸੀਂ, ਉਹ ਇੱਥੇ ਬੈਠੇ ਕਹਿੰਦੇ। ਸੋ ਮੇਰੇ ਕਹਿਣ ਦਾ ਇਹ ਹੈ ਵੀ ਹਰ ਇੱਕ ਦਾ ਆਪਣਾ ਲੈਵਲ ਹੈ, ਛੋਟਾ ਵੱਡਾ ਉਦੋਂ ਵੱਡਾ। ਜਿਹੜੇ ਉਸ ਲਾਈਨ ਤੇ ਗਏ ਉਹ ਕਹਿੰਦੇ ਕਹਾਣੀਓ ਕੋਈ ਨਹੀਂ, ਤੂੰ ਦੇਖ ਤਾਂ ਸਹੀ। ਪਿਛਲੇ ਦਿਨੀ ਇੱਕ ਸੰਘਰਸ਼ ਦੇ ਉਸ ਸਮੇਂ ਦੇ ਜਰਨੈਲ ਦੀ ਇੰਟਰਵਿਊ ਛਪੀ ਆ, ਸਰਦਾਰ ਮਨਜਿੰਦਰ ਸਿੰਘ ਈਸੀ ਦੀ। ਅਮਰਗੜ੍ਹ ਦੇ ਕੋਲ ਢਟੋਗਲ ਦੇ ਕੋਲ ਪਿੰਡ ਹੈ, ਤੇ ਕੇਸ ਸੀ, ਸਾਰੇ ਕੇਸ ਬਰੀ ਹੋ ਗਏ, ਉਸ ਦੀ ਸਰਕਾਰ ਨੇ ਬਰੀ ਕੀਤਾ। ਤੇ ਉਸ ਦੀ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਜਦ ਨਾਲ ਮੇਰੇ ਬੈਠੇ ਜਰਨੈਲਾਂ ਦੇ ਨਾਲ ਅਸੀਂ ਮੈਂ ਬਰਾਬਰ ਦਾ ਹੋ ਕੇ, DGP ਬੈਠਾ, IG ਬੈਠਾ, ਗੱਲਾਂ ਕਰ ਰਹੇ ਹਾਂ ਤੇ ਮੈਂ ਸਾਰੇ ਦੱਸ ਰਿਹਾ ਜਦ ਮੈਂ ਪੇਸ਼ ਹੋਇਆ ਵੀ ਆਹ ਕੀਤਾ, ਆਹ ਕੀਤਾ, ਆਹ ਕੀਤਾ, ਆਹ ਕੀਤਾ। ਕਹਿੰਦਾ CBI ਵਾਲੇ ਆ ਕੇ 2, ਉਹ ਕਹਿੰਦੇ ਲੱਤਾਂ ਦੇ ਭੂਤ ਨੇ, ਇਹ ਗੱਲਾਂ ਨਾਲ ਕਿਵੇਂ ਬੰਦੇ ਬਰਾਬਰ ਬਿਠਾਈ ਬੈਠੇ ਹੋ? ਕਹਿੰਦਾ ਮੈਂ ਅੰਦਰ ਜਾ ਕੇ ਕਮਰੇ 'ਚ ਕੱਪੜੇ ਖੋਲ੍ਹਤੇ ਵੀ ਲੈ ਹੁਣ ਤੁਹਾਨੂੰ ਦੱਸ ਕੇ ਹਟਿਆ, ਹੁਣ ਆ ਕੇ ਮਨਾ ਲਓ, ਤੂੰ ਲੱਤਾਂ ਵਾਲਿਆ ਆ ਜਾ, ਤੇਰੇ ਸਾਹਮਣੇ ਦੱਸਿਆ ਨਾ ਆਹ ਕੀਤਾ, ਹੁਣ ਮਨਾ ਕੇ ਦਿਖਾ। ਤੇ ਜਾਂ ਫਿਰ ਜੇ ਕਹਿੰਦੇ ਹੋ ਖਤਮ ਹੋ ਗਏ, ਤੁਸੀਂ ਮਰ ਗਏ, ਤੁਹਾਡੇ 'ਚ ਕੁਛ ਨਹੀਂ, ਤੁਹਾਡੀਆਂ ਰੀੜ੍ਹ ਦੀਆਂ ਹੱਡੀਆਂ ਟੁੱਟ ਗਈਆਂ, 6 ਮਹੀਨੇ ਦਿਓ, ਕੇਸ ਨਾ ਪਾਇਓ, ਤੇ 6 ਮਹੀਨੇ ਦੇ ਵਿੱਚ ਜੇ ਪੈਰਾਂ ਥੱਲੇ ਨਾ ਅੱਗ ਵਾਲ ਦਈਏ ਤਾਂ ਮੈਨੂੰ ਕੌਮ ਦਾ ਜਰਨੈਲ ਨਾ ਕਹੀਂ। ਇਹ ਨੇ ਚੜ੍ਹਦੀ ਕਲਾ ਦੀਆਂ ਕਹਾਣੀਆਂ। ਇਸ ਤਰ੍ਹਾਂ ਹੀ ਹੋਊਗਾ ਜਦ ਧੀਆਂ ਧਿਆਣੀਆਂ ਦੇ ਵਾਲ ਜਿਹੜੇ ਸਿਰਾਂ ਤੇ ਜੂੜੇ ਕਰਕੇ ਜ਼ਕਰੀਏ ਦੇ ਪੇਸ਼ ਹੁੰਦੇ ਰਹੇ, ਯਹੀਏ ਦੇ ਪੇਸ਼ ਹੁੰਦੇ ਰਹੇ, ਅਬਦੁਸਮੰਦ ਖਾਂ ਦੇ ਪੇਸ਼ ਹੁੰਦੇ ਰਹੇ, ਇਉਂ ਹੀ ਮੁੱਲ ਪੈਂਦੇ ਰਹੇ ਨੇ ਮਾਝੇ ਦੀ ਧਰਤੀ ਤੇ ਪੰਜਾਬ ਦੀ ਇਸ ਧਰਤ 'ਤੇ। ਕਿੱਥੇ ਰਹਿੰਦੇ ਸੀ, ਕਿੱਥੇ ਮਾਵਾਂ ਰਹਿੰਦੀਆਂ ਸੀ, ਚੱਲਦੇ ਅਬਹੀਰਾਂ ਦੇ ਵਿੱਚ 50-50 ਹਜ਼ਾਰ 'ਚੋਂ ਲੱਖ ਦੇ ਵਿੱਚੋਂ 50 ਹਜ਼ਾਰ ਦੀ ਸ਼ਹੀਦੀ ਸਵੇਰ ਤੋਂ ਲੈ ਕੇ ਆਥਣ ਤੱਕ ਟੋਕਾ ਖੜਕਦਾ ਰਿਹਾ। ਕਾਹਨੂੰਬਾਨ ਦੀਆਂ ਛੰਭਾਂ ਤੇ ਕੁੱਪਰ ਹੀੜੇ ਦੇ ਮੈਦਾਨਾਂ ਦੇ ਵਿੱਚ ਅੱਧੀ ਕੌਮ ਖਤਮ ਹੋ ਗਈ। ਪਰ ਵੇਖ ਲਓ ਦੁਨੀਆ ਦੇ ਵਿੱਚ ਖਾਲਸੇ ਪਰਚਮ ਝੂਲਦੇ ਨੇ, ਇਹ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਹੈ। 604-204-0600 ਜ਼ਿੰਦਗੀ ਦੇ ਵਿੱਚ ਹਾਈ ਸਪਿਰਿਟ ਦੇ ਨਾਲ, ਚੜ੍ਹਦੀ ਕਲਾ ਦੇ ਨਾਲ, ਮਾਨਵਤਾ ਦੇ ਭਲੇ ਦੇ ਨਾਲ, ਬਰਾਬਰਤਾ ਦੀ ਗੱਲ ਕਰਕੇ ਜਿਉਣਾ ਕਿਉਂ ਜ਼ਰੂਰੀ ਹੈ? 6042040600 ਮਖਮਲੀ ਗਦੈਲਿਆਂ 'ਚੋਂ ਬਾਹਰ ਜਾਣਾ ਕਿਉਂ ਜ਼ਰੂਰੀ ਹੈ? ਕੰਫਰਟ ਲੈਵਲ ਤੋਂ ਬਾਹਰ ਕਿਉਂ ਜਾਣਾ ਜ਼ਰੂਰੀ ਹੈ? 604-204-0600 ਜ਼ਿੰਦਗੀ ਦੇ ਵਿੱਚ ਸੰਘਰਸ਼ ਕਿਉਂ ਜ਼ਰੂਰੀ ਹੈ? ਸ਼ਾਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 1। ਹਾਂਜੀ, ਸਰਦਾਰ ਹਰਜੀਤ ਸਿੰਘ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਜੀ ਸਤਿ ਸ੍ਰੀ ਅਕਾਲ। ਦੇਖੋ, ਜਦੋਂ ਸਰਦਾਰ ਖਲੜਾ ਸਾਹਿਬ ਇੱਥੇ ਆਏ ਸਨ ਜੀ, ਉਹਨਾਂ ਨੇ ਰਾਸ ਗੁਰੂ ਘਰ ਦੇ ਵਿੱਚ ਵੀ ਬਹੁਤ ਤਕੜੀ ਸਪੀਚ ਕੀਤੀ ਸੀ। ਅੱਛਾ ਤੇ ਇਹ 25,000 ਲੋਕਾਂ ਬਾਰੇ ਗੱਲ ਕੀਤੀ ਸੀ। ਤੇ ਲੋਕਾਂ ਨੇ ਜਦੋਂ ਉਹਨਾਂ ਦੀ ਸਪੀਚ ਐਡੀ ਤਗੜੀ ਉਹਨਾਂ ਨੇ ਕੀਤੀ ਵੀ ਬਹੁਤ ਹੈਰਾਨਗੀ ਵਾਲੀ ਗੱਲ ਹੋਈ। ਦੇਖੋ ਕਿਸ ਤਰ੍ਹਾਂ ਜਿਸ ਤਰ੍ਹਾਂ ਹੋਇਆ, ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨਾਲ ਕੀਤਾ। ਪਰ ਗੱਲ ਦੁੱਖ ਦੀ ਗੱਲ ਇਹ ਹੈਗੀ ਆ ਵੀ ਨਾ ਤੇ ਅਸੀਂ ਬੀਬੀ ਪਰਮਜੀਤ ਖਾਲੜਾ ਨੂੰ ਜਿਤਾ ਨਹੀਂ ਸਕੇ, ਇੱਕ ਗੱਲ। ਦੂਜੀ ਗੱਲ ਇਹ ਜਿਹੜੇ ਬੁਚਰ ਗਿੱਲ ਵਰਗੇ ਆਪਣੇ ਆਪ ਹੀ ਮਰ ਗਏ, ਤੇ ਸ਼ਵੇਕ ਸਿੰਘ ਇਹਨੀ ਵਰਗੇ ਹਜੇ ਜੀਂਦੇ ਨੇ। ਤੇ ਉਸ ਤੋਂ ਬਾਅਦ ਜਿਹੜੇ ਬਾਦਲ ਨੂੰ ਆਖਿਆ ਜਾ ਕੇ ਬੀਬੀ ਪਰਮਜੀਤ ਕੌਰ ਨੇ
ਵੀ ਜਿਹੜੇ ਉਹ ਇੰਨੀ 25,000 ਦੀ ਆਪਾਂ ਗੱਲ ਕਰੀਏ, ਤੇ ਇਸ ਵਿਅਕਤੀ ਨੇ ਕੀ ਅੱਗੇ ਆਖਿਆ ਕਿ ਉਹ ਖਬਰਾਂ ਨੂੰ ਦੁਬਾਰੇ ਨਾ ਫੋਲੋ ਬੀਬੀ ਜੀ। ਦੇਖੋ ਅਸੀਂ ਭੁੱਲ ਜਾਂਦੇ ਹਾਂ, ਬੜੀ ਹੈਰਾਨਗੀ ਵਾਲੀ ਗੱਲ ਸਾਡੀ ਅਣਖ ਕਿੱਥੇ ਹੈਗੀ ਆ। ਤੇ ਜਿਹੜੇ ਲੋਕ ਗਦਾਰ ਨੇ ਤੇ ਜਿਹੜੇ ਲੋਕ ਇਹਨਾਂ ਲੋਕਾਂ ਨਾਲ ਮਿਲੇ ਹੋਏ ਨੇ, ਤੇ ਮੈਂ ਤੇ ਇਹਨਾਂ ਨੂੰ ਲਾਹਨਤ ਕਹਿਣਾ ਵੀ ਅਸੀਂ ਕੁਝ ਵੀ ਨਹੀਂ ਕਰ ਸਕੇ। ਕਰਨਾ ਚਾਹੀਦਾ ਜਿਹੜੇ ਮਰ ਗਏ ਤੇ ਠੀਕ ਆ, ਪਰ ਜਿਹੜੇ ਅੱਜ ਜੀਂਦੇ ਆ ਸਾਨੂੰ ਉਹਨਾਂ ਨੂੰ ਤਾਂ ਪੁੱਛਣਾ ਚਾਹੀਦਾ ਨਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਬਣਾਇਆ ਤੇ ਇਹ ਲੋਕਾਂ ਨੇ ਇੰਨਾ ਜ਼ੁਲਮ ਕੀਤਾ ਸਾਡੇ ਉੱਤੇ, ਸੋ ਕੁਝ ਵੀ ਨਹੀਂ ਕਰ ਸਕੇ। ਸੋ ਇਹਨਾਂ ਕਰਾ ਜੀ, ਥੈਂਕ ਯੂ, ਧੰਨਵਾਦ ਜੀ ਰਾਮਜੀਤ ਸਿੰਘ ਸੰਧੂ ਜੀ। 604-204-0600 ਸਟਾਰ ਖਾਲੜਾ ਦੀ ਗੱਲ, ਜਾਂ ਇਨ ਜਨਰਲ ਜਿਹੜੇ ਜ਼ਿੰਦਗੀ ਦੇ ਵਿੱਚ ਤੁਸੀਂ ਆਪਾਂ ਸੰਘਰਸ਼ ਕਰਦੇ ਆ, ਉਹ ਕਿੰਨੇ ਕੁ ਜ਼ਰੂਰੀ ਹੈ। ਗਾਂ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਦੇ ਲਈ ਸਾਨੂੰ ਉਹਨਾਂ ਨੂੰ ਅਸਲ ਜਿਹੜੀ ਜ਼ਿੰਦਗੀ ਦਾ ਰੰਗ ਹੈ ਉਹ ਕਿਉਂ ਦਿਖਾਉਣਾ ਜ਼ਰੂਰੀ ਹੈ, ਵੀ ਜ਼ਿੰਦਗੀ ਹੈ ਕੀ, ਜਿਹੜਾ ਤੁਹਾਡੇ ਤੋਂ ਬਾਅਦ ਉਹ ਸਰਵਾਈਵ ਕਰ ਸਕਣ। ਤੁਹਾਡੇ ਹੁੰਦੇ ਤੁਹਾਨੂੰ ਟ੍ਰੇਨ ਉਹਨਾਂ ਨੂੰ ਕਿਉਂ ਕਰਨਾ ਜ਼ਰੂਰੀ ਹੈ। ਤੇ ਅਸੀਂ ਜਿਹੜੀ ਪਹਿਲੀ ਪੀੜ੍ਹੀ ਇੱਥੇ ਆਈ, ਅਸੀਂ ਬਿਨਾਂ ਕਿਸੇ ਦੀ ਟ੍ਰੇਨਿੰਗ ਤੋਂ ਕਿਵੇਂ ਇੱਥੇ ਸੈਟਲ ਹੋਏ। ਤਾਂ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿਲ ਸਾਹਿਬ ਆਪਣੇ ਸੰਧੂ ਸਾਹਿਬ ਜੋ ਕਹਿ ਗਏ, ਅਸੀਂ ਵੀ ਚਲੋ ਸਪੀਚ ਸੁਣੀ ਉਹਨਾਂ ਦੀ ਖਾਲੜਾ ਸਾਹਿਬ ਦੀ। ਅੱਛਾ ਜੀ। ਹਾਂਜੀ ਸਾਹਿਬ, ਮੈਂ ਸੁਣਿਆ, ਮੈਂ ਜਿਲੇ ਨਾ ਚਲੋ ਆਪਾਂ ਤਾਂ ਸੁਣੀ ਤਾਂ ਆਪਣਾ ਗਿਲ ਸਾਹਿਬ ਆਪਾਂ ਤਾਂ ਅੱਖੀ ਦੇਖ ਵੀ ਆਏ ਨਾ ਇੰਡੀਆ, ਉਹ ਸਾਰਾ ਕੁਝ ਦੇਖਿਆ। ਹੁਣ ਤੁਸੀਂ ਗਾਹ ਦੀ ਜਨਰੇਸ਼ਨ ਦੀ ਗੱਲ ਕੀਤੀ ਹੈ, ਮੇਰਾ ਮੁੰਡਾ ਸਾਨ ਹੀ ਆ ਮੇਰਾ, ਸਿੱਖੀ ਸਰੂਪ ਦੇ ਵਿੱਚ ਵਾ ਸਾਰਾ ਕੁਝ। ਮੈਂ ਉਹਨੂੰ ਸਾਰੀਆਂ ਮੂਵੀਆਂ ਦਿਖਾ ਲਈਆਂ ਜੋ ਸਾਡੇ ਨਾਲ ਕੀਤਾ, ਜੋ ਸਾਰੀਆਂ ਗੱਲਾਂ ਬਿਠਾੜ ਕੇ, ਪਹਿਲਾਂ ਮੇਰਾ ਬਜ਼ੁਰਗ, ਬਾਅਦ ਚ ਮੈਂ ਲੱਪਿਆ ਦੱਸਣ। ਤਾਂ ਜੇ ਕਿਤੇ ਉਹਨੂੰ ਕੋਲ ਬਿਠਾ ਦੂੰਗੇ, ਤੁਸੀਂ ਅਜੇ 16 ਸਾਲ ਦੀ ਉਮਰ ਵਾ, ਉਹਨੂੰ ਇਹ ਸਾਰੀ ਗੱਲੀ ਗੱਲ ਮੈਂ ਕਿਹਾ ਪੁੱਤ ਏਦਾਂ ਸਾੜਨਾ, ਆਹ ਹੋਈ ਸਾੜਨਾ, ਆਹ ਹੋਈ ਵਾ, ਉਹਦੇ ਅੰਦਰ ਪੂਰਾ ਐਨ ਸਾਰਾ ਕੁਝ ਭਰ ਕੇ ਆਇਆ ਵੀ ਸਾਡੇ ਨਾਲ ਕੀ ਕੀਤਾ ਇਹ ਲੋਕਾਂ ਨੇ। ਇਹਦੇ ਕਰਕੇ ਜੇ ਆਪਾਂ ਦੱਸਾਂਗੇ, ਬਿਠਾ ਲਾਂਗੇ, ਹੁਣ ਫੇਰ ਹੀ ਪਤਾ ਲੱਗਣਾ, ਓਦਾਂ ਨਹੀਂ। ਹੁਣ ਮੈਨੂੰ ਪਤਾ ਜੀ, ਮੈਂ ਸਾਰਾ ਦੇਖਿਆ ਵੀ ਜੋ ਸਾਡੇ ਨਾਲ ਹੋਇਆ ਸੀ ਉਦੋਂ ਦਾ। ਚਲੋ ਕਾਂਗਰਸ ਤੋਂ ਉਦੋਂ ਜਦੋਂ ਦੇਖ ਕੇ, ਹੁਣ ਕਾਂਗਰਸ ਵਾਲੇ ਕਈ ਵਾਰੀ ਕਿਰਪਾਨਾਂ ਉੱਤੋਂ ਦੀ ਪਾਈਆਂ ਹੁੰਦੀਆਂ ਤਾਂ ਗੱਲਾਂ ਕਰਦੇ ਹੁੰਦੇ ਆ, ਇਹ ਕਾਂਗਰਸ ਸੀਗੇ, ਉਹ ਚੰਗੀਆਂ ਥੋੜ੍ਹਾ ਲੱਗਦੀਆਂ। ਜੋ ਸਾਡਾ ਘਾਣ ਕੀਤਾ, ਕਿੱਦਾਂ ਸਾਨੂੰ ਵੱਢਿਆ, ਕਿੱਦਾਂ ਮਾਰਿਆ ਨਾ, ਇਹਦੇ ਕਰਕੇ ਉਹ ਜਿਹੜੇ ਮਨ ਦੇ ਵਿੱਚ ਦਰਦ ਵਾ ਨਾ, ਹੁਣ ਸਾਨੂੰ ਦਰਦ ਵਾ, ਅਸੀਂ ਤਾਂ ਮੂੰਹ ਨਹੀਂ ਕਰਦੇ ਇੱਧਰ ਨੂੰ, ਕਿਉਂਕਿ ਅਸੀਂ ਸਾਰਾ ਕੁਝ ਦੇਖਿਆ ਵੀ ਉਹਦਾ ਏਦਾਂ ਦਾ ਸਮਾਂ ਸੀ ਵੀ ਥਾਣੇ ਵੜਦਿਆਂ ਸਾਰੇ ਪੱਗ ਕਿਤੇ ਬੰਦੇ ਸੀ, ਬੰਦਾ ਕਿਤੇ ਤੁਰਿਆ ਫਿਰਦਾ ਸੀਗਾ ਜੀ। ਇਹਦੇ ਕਰਕੇ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਆਹ ਪ੍ਰੋਗਰਾਮ ਲਿਆਉਣੇ। ਮੈਂ ਤੁਹਾਨੂੰ ਆਹ ਗੱਲ ਦਾ, ਮੈਂ ਇੱਕ ਰੇਡੀਓ ਤੇ ਇਹ ਗੱਲ ਪਿੱਛੇ ਜੇ ਕੀਤੀ ਸੀ, ਫੇਕ ਸਿੱਖ ਜਿਹੜੇ ਆ ਉਹ ਮੋਹਰੇ ਆ ਕੇ ਗਮਰਾਹ ਕਰਨ ਡਏ ਹੋਆ, ਉਸ ਰੇਡੀਓ ਤੇ ਮੇਰੇ ਕਾਲ ਬੰਦ ਕੀਤੀ ਹੋਆ। ਨਾਲੇ ਉਹ ਸਾਡੇ ਧਰਮ ਨਾਲ ਉਹਦਾ ਕੋਈ ਸਾਡੇ ਧਰਮ ਨਾਲ ਲੈਣਾ ਦੇਣਾ ਨਹੀਂ, ਤਾਂ ਆਪਣੇ ਬੰਦੇ ਨੇ ਮੇਰੀ ਕਾਲ ਬੰਦ ਕਰਾਈ ਵੀ ਇਹ ਫੇਕ ਸਿੱਖ ਕਹਿੰਦਾ। ਮੈਂ ਫੇਕ ਸਿੱਖ ਉਹਨਾਂ ਨੂੰ ਕਹਿੰਦਾ ਆ ਜਿਹਨਾਂ ਨੂੰ ਆਪਣੀ ਕੌਮ ਦਾ ਕੋਈ ਦਰਦ ਨਹੀਂਗਾ। ਥੈਂਕ ਯੂ ਬਾਈ ਜੀ, ਥੈਂਕ ਯੂ ਸਰ ਕਸ਼ਮੀਰ ਸਿੰਘ ਜੀ। ਤੇ ਤੇਗਵੀਰ ਸਹਿਦੇਵ ਡੋਮੀਨੀਅਨ ਲੈਂਡਿੰਗ 604-500-500-1996। ਤੁਸੀਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮਾਰਗੇਜ ਲੈਣੀ ਹੈ, ਤੇਗਵੀਰ ਸਹਿਦੇਵ ਡੋਮੀਨੀਅਨ ਲੈਂਡਿੰਗ ਤੇ ਕੰਮ ਕਰਦੇ ਆ। 6045001996 604-500-1996। ਜੇ ਕਿਤੋਂ ਫੰਡਸ ਨਹੀਂ ਮਿਲਦੇ ਤਾਂ ਇੱਕ ਵਾਰ ਤੇਗਵੀਰ ਸਹਿਦੇਵ ਨਾਲ ਗੱਲਬਾਤ ਕਰੋ। ਸਰ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਮੈਂ ਖਾਲੜਾ ਸਾਹਿਬ ਬਾਰੇ ਜਿੱਦਾਂ ਗੱਲਬਾਤ ਸੁਣੀ ਤਾਂ ਬਿਲਕੁਲ ਜਿੱਦਾਂ ਜਿਹੜੀ ਉਹਨੇ ਗੱਲ ਕੀਤੀ ਹੈਗੀ ਆ, ਉਹ ਉਹਨਾਂ ਕੋਲ ਚੋਇਸ ਸੀਗੀ, ਉਹਨੇ ਚੂਜ਼ ਕੀਤਾ ਉੱਥੇ ਜਾ ਕੇ ਉਸ ਸਿਸਟਮ ਨਾਲ ਲੜਨ ਦੀ। ਸਾਡੇ ਚ ਉਹ ਜਿਹੜਾ ਨਹੀਂ ਹੈਗਾ, ਪਰ ਫਿਰ ਵੀ ਜੇ ਅਸੀਂ ਉਹ ਕੁਛ ਨਹੀਂ ਕਰ ਸਕਦੇ ਤਾਂ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਹੈਗੀਆਂ ਉਹ ਸਾਨੂੰ ਗੱਲਾਂ ਤੇ ਚੱਲਣਾ ਚਾਹੀਦਾ ਆ। ਤੇ ਹੁਣ ਜਿੱਦਾਂ ਵੀ ਆਪਣੇ ਬੀਬੀ ਹੁਣਾਂ ਦੀ ਵੀ ਗੱਲ ਆਈ ਹੈ, ਜਦੋਂ ਬੀਬੀ ਹੁਣੀ ਵੀ ਇਲੈਕਸ਼ਨ ਲੜਿਆ ਹੈਗਾ ਤਾਂ ਇਹਨਾਂ ਦੇ ਜਿਹੜੇ ਭੁਜੰਗੀ ਹੈਗੇ ਇੱਥੇ ਕੈਲਗਰੀ, ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਓ ਆਪਾਂ ਰਲ ਕੇ ਇਲੈਕਸ਼ਨ ਲੜੀਏ। ਤਾਂ ਇਹ ਕਹਿੰਦੇ ਸੀ ਨਹੀਂ, ਇਸ ਵੇਲੇ ਨਹੀਂ, ਆਪਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਈਆਂ ਤਾਂ ਉਸ ਵੇਲੇ ਆਪਾਂ ਇਕੱਠੇ ਹੋਵਾਂਗੇ। ਤੇ ਸਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਕੈਂਡੀਡੇਟ ਇਹਨਾਂ ਦੇ ਹਲਕੇ ਵਿੱਚ ਬੀਬੀ ਉਹਨਾਂ ਦੇ ਸੀਗਾ, ਉਹਨੂੰ ਵਾਪਸ ਲਿਆ ਗਿਆ ਸੀ। ਸੋ ਇਹ ਜਿਹੜਾ ਦੂਜਾ ਕਿ ਸਾਨੂੰ ਬਿਲਕੁਲ ਆ, ਜਿੱਥੇ ਸੋਚ ਸਮਝ ਕੇ ਗਿਣ ਮਿਣ ਕੇ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਜ਼ਰੂਰੀ ਨਹੀਂ ਹਰ ਵੇਰੀ ਮੈਂ ਹੀ ਮੋਹਰੇ ਹੋਵਾਂ, ਤੇ ਜ਼ਰੂਰੀ ਨਹੀਂ ਹਰ ਵੇਰੇ ਜਿਹੜਾ ਹੋਰ ਕੋਈ ਹੋਵੇ। ਸੋ ਜਿੱਥੇ ਸਾਨੂੰ ਫਾਇਦਾ ਦਿਖਦਾ ਆ, ਸਾਨੂੰ ਉੱਥੇ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਆ। ਅੱਜ ਅਸੀਂ ਗੱਲਾਂ ਤਾਂ ਕਰਦੇ ਹਾਂ, ਬਾਦਲਾਂ ਨੂੰ ਵੀ ਕਹਿੰਦੇ, ਕੈਪਟਨਾਂ ਨੂੰ ਮਾੜਾ ਕਹਿੰਦੇ,
ਪਰ ਸ਼੍ਰੋਮਣੀ ਕਮੇਟੀ ਦੀਆਂ ਸਕਦੀਆਂ ਅਸੀਂ ਇਕੱਠੇ ਹੋ ਕੇ ਉਹਦੇ ਬਾਰੇ ਕੋਈ ਸਟ੍ਰੈਟਜੀ ਹਾਲੇ ਨਹੀਂ ਦੇ ਰਹੇ, ਜਿੱਥੋਂ ਅਸੀਂ ਮੁੱਢ ਤੋਂ ਸ਼ੁਰੂ ਕਰ ਸਕਦੇ ਹਾਂ। ਇੱਕ ਬਹੁਤ ਵੱਡਾ ਸਾਡੇ ਕੋਲ ਆਰਗੇਨਾਈਜ਼ਡ ਸਟਰਕਚਰ ਹੈਗਾ ਆ, ਜਿੱਥੋਂ ਅਸੀਂ ਉੱਥੇ ਦੀ ਰਾਜਨੀਤੀ ਨੂੰ ਬਦਲ ਸਕਦੇ ਹਾਂ ਧਰਮ ਦੇ ਅਧੀਨ। ਸੋ ਇਹ ਸਾਨੂੰ ਗੱਲਾਂ ਕਰਦੇ ਸਿਰਫ ਗੱਲਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਅੱਗੇ ਐਕਸ਼ਨ ਵੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਲੇ ਬੇਨਤੀ ਕਰਦੇ ਆ ਜੀ ਵੀ ਖੂਨਦਾਨੀਆਂ ਦੀ ਜ਼ਰੂਰਤ ਹੈ, ਖੂਨਦਾਨ ਕਰੋ, blood.ca ਤੇ ਰਜਿਸਟਰ ਕਰੋ, ਬਹੁਤ ਜ਼ਰੂਰਤ ਹੈ। ਕੈਨੇਡਾ ਦੇ ਵਿੱਚ ਮੈਡੀਕਲ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਥੇ ਆਪਣੇ ਵਾਂਗੂ ਪਹਿਲਾਂ ਉਹ ਨਹੀਂ ਕਹਿੰਦੇ ਵੀ ਖੂਨ ਦੀਆਂ ਬੋਤਲਾਂ ਦਿਓ ਤਾਂ ਬੰਦਾ ਤੁਹਾਡਾ ਦਾਖਲ ਕਰਾਂਗੇ। blood.ca ਤੇ ਤੁਸੀਂ ਜਿਹੜਾ ਹੈ ਇਸ ਨੂੰ ਰਜਿਸਟਰ ਕਰੋ। ਸਰ ਅਮਰਿੰਦਰ ਸਿੰਘ ਧਾਲੀਵਾਲ, ਲਾਈਨ ਨੰਬਰ 3। ਕੀ ਗੱਲ ਬਾਈ ਜੀ? ਸਤਿ ਸ਼੍ਰੀ ਅਕਾਲ ਜੀ। ਪਿੱਛੇ ਬਾਈ ਜੀ ਹੁਣੀ ਬਹੁਤ ਵਧੀਆ ਗੱਲ ਕਰਕੇ ਗਏ ਨੇ ਜੀ। ਐਡੀ ਵੱਡੀ ਕੁਰਬਾਨੀ ਦੇਣ ਵਾਲਾ ਬੰਦਾ ਤੇ ਅਸੀਂ ਆਪਣੇ ਆਪ ਨੂੰ ਕਹਾਂਗੇ ਵੀ ਅਸੀਂ ਲੱਖ ਲਾਹਣਤਾਂ ਸਾਡੇ ਤੇ ਵੀ ਇੱਕ ਟੁੱਚੀ MP ਦੀ ਸੀਟ ਨਹੀਂ ਅਸੀਂ ਉਹਨਾਂ ਨੂੰ ਦੇ ਸਕੇ। ਐਡੀ ਵੱਡੀ ਕੁਰਬਾਨੀ ਦੇਣ ਵਾਲੇ ਬੰਦੇ ਤੇ ਸਾਹਮਣੇ ਵਾਲਾ ਕੈਂਡੀਡੇਟ ਦੇਖ ਲਓ ਕਿਹੋ ਜਿਹਾ, ਮਤਲਬ ਕਿ ਕੀ ਉਹਦਾ ਕਿਰਦਾਰ ਆ ਵੀ ਉਹਨਾਂ ਦੇ ਮੁਕਾਬਲੇ। ਮੈਂ ਤਾਂ ਇਹੀ ਕਹੂੰਗਾ ਵੀ ਲੱਖ ਲਾਹਣਤ ਸਾਡੇ ਤੇ ਆ ਜੀ। ਧੰਨਵਾਦ। ਧੰਨਵਾਦ ਜੀ। ਸਰ ਜਗਦੀਪ ਸਿੰਘ ਖੰਗੂੜਾ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਾਰੇ ਕਾਲਰਾਂ ਨੇ ਹਨਾ ਬਹੁਤ ਵਧੀਆ ਕਿਹਾ ਵੀ ਕੀ ਆਪਾਂ ਨੂੰ ਮਤਲਬ ਕਰਨਾ ਚਾਹੀਦਾ ਜਾਂ ਹੋਣਾ ਚਾਹੀਦਾ। ਮੈਂ ਤੁਹਾਨੂੰ ਸਾਰਿਆਂ ਤੋਂ ਵੱਡੀ ਪ੍ਰੋਬਲਮ ਦੱਸਦਾ ਵੀ ਮੈਂ ਪੰਜਾਬ 'ਚ ਪੜ੍ਹ ਕੇ ਆਇਆ ਹਨਾ ਇੰਨੇ ਸਾਲ, ਉਦੋਂ ਚਲੋ ਪੰਜਾਬ ਤੋਂ ਬਾਹਰ ਵੀ ਪੜ੍ਹਿਆ। ਮੈਂ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਪਹਿਲੀ ਵਾਰੀ ਤੁਹਾਡੇ ਸ਼ੋਅ ਤੇ ਜਦੋਂ 24-25 ਸਾਲਾਂ ਦਾ ਹੋਇਆ, ਮਤਲਬ ਉਦੋਂ ਮੈਂ ਉਹਨਾਂ ਦਾ ਨਾਮ ਪਹਿਲੀ ਵਾਰੀ ਸੁਣਿਆ ਤੇ ਤੁਹਾਡੇ ਸ਼ੋਅ ਤੋਂ ਪਤਾ ਲੱਗਿਆ ਵੀ ਉਹਨਾਂ ਦੀ ਕੀ ਦੇਣ ਆ। ਮਤਲਬ one of the biggest human rights fighters, ਵੀ ਉਹਨਾਂ ਬਾਰੇ ਕੁਝ ਨਾ ਤਾਂ ਪੜ੍ਹਾਇਆ ਜਾ ਰਿਹਾ ਨਾ ਪੰਜਾਬ ਦੇ ਵਿੱਚ ਗੱਲ ਹੁੰਦੀ ਆ। ਮਤਲਬ ਸਾਰਿਆਂ ਨਾਲੋਂ ਵੱਡਾ ਸੈਡ ਪਾਰਟ ਇਹ ਆ ਵੀ ਮੈਂ ਦੇਖ ਲਓ ਵੀ ਕਿੱਥੇ ਆ ਕੇ ਉਹਨਾਂ ਦਾ ਨਾਮ ਪਹਿਲੀ ਵਾਰੀ ਸੁਣਿਆ। ਸੋ ਆਈ ਥਿੰਕ ਸਾਰਿਆਂ ਨਾਲੋਂ ਪਹਿਲਾਂ ਤਾਂ ਉੱਥੇ ਮਤਲਬ ਇਹ ਜਾਂ ਤਾਂ ਮਤਲਬ ਅਵੇਅਰਨੈਸ ਜਾਂ ਐਜੂਕੇਸ਼ਨ ਸ਼ੁਰੂ ਹੋਣੀ ਚਾਹੀਦੀ ਹੈ। ਉਦੋਂ ਬਾਅਦ ਦੇ ਵਿੱਚ ਜਦੋਂ ਲੋਕ ਅਵੇਅਰ ਹੋਣਗੇ ਤਾਂ ਮਤਲਬ ਸਾਰਾ ਕੁਛ ਪੋਸੀਬਲ ਆ। ਪਰ ਥੈਂਕ ਯੂ ਤੁਹਾਡਾ, ਤੁਸੀਂ ਇੰਨਾ ਅਵੇਅਰਨੈਸ ਕ੍ਰੀਏਟ ਕਰਦੇ ਹੋ ਤੇ ਬਹੁਤ ਨੌਲੇਜ ਦਿੰਦੇ ਹੋ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਸਟਾਰ ਜਗਜੀਤ ਸਿੰਘ ਬਰਾੜ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ। ਹਾਂਜੀ, ਅਸਲ ਜਿਵੇਂ ਤੁਸੀਂ ਤਾਂ ਵਿਸ਼ਾ ਲਿਆਂਦਾ ਉਹ ਤਾਂ ਹੈਗਾ ਵੀ ਜ਼ਬਰ ਜ਼ੁਲਮ ਸਹਿਣ ਵਾਲਾ ਬੰਦਾ ਨਾ, ਜਿਹੜਾ ਜ਼ਬਰ ਜ਼ੁਲਮ ਨਾਲ ਟਾਕਰਾ ਕਰਦਾ, ਉੱਥੋਂ ਜ਼ਿੰਦਗੀ ਦਾ ਕੋਈ ਪਹਿਲੂ ਬਣਦਾ ਹੈਗਾ ਬਹੁਤ ਤਕੜਾ, ਜਿਸ ਤਰ੍ਹਾਂ ਤੁਸੀਂ ਲਿਆਂਦਾ ਹੈ। ਪਰ ਮੇਰਾ ਵਿਚਾਰ ਇਹ ਜਿਹਾ ਹੈ ਵੀ ਦੇਖੋ ਜਿਹੜੀ ਸ਼੍ਰੋਮਣੀ ਕਮੇਟੀ ਹੈ, ਕੀ ਇਹਦੀਆਂ ਵੋਟਾਂ ਬਾਰੇ ਕਦੇ ਸੋਚਿਆ ਵੀ ਇਹਦੀਆਂ ਕਿੰਨੀਆਂ ਵੋਟਾਂ ਆਪਣੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ? ਪਰਸੈਂਟ ਦੇ ਹਿਸਾਬ ਨਾਲ ਵੇਖੋ ਤੁਸੀਂ, ਬਾਜੇ ਐਸੇ ਜਿਹੇ ਪਿੰਡ ਵੀ ਹੈਗੇ ਕਿ ਸ਼੍ਰੋਮਣੀ ਕਮੇਟੀ ਦੀ ਵੋਟ ਇੱਕ ਵੀ ਹੈ ਨਹੀਂ ਉੱਥੇ। ਤੇ ਰੌਲਾ ਆਪਾਂ ਕਦੇ ਸ਼੍ਰੋਮਣੀ ਕਮੇਟੀ, ਕਦੇ ਅਕਾਲ ਤਖ਼ਤ ਦੇ ਜਥੇਦਾਰਾਂ ਨਾਲ ਰੌਲਾ ਪਾ ਲੈਂਦੇ ਹਾਂ। ਕੀ ਇਹਦੀ ਲੋੜ ਵੀ ਹੈ? ਜੇ ਲੋੜ ਹੈ ਕਿ ਸ਼ਹੀਦੀਆਂ ਦੇ ਕੇ ਬਣਾਈ ਹੈ, ਇਹਦੇ ਸੁਧਾਰ ਕਿਉਂ ਨਹੀਂ ਕਰ ਰਹੇ ਤੇ ਵੋਟਰ ਕਿਉਂ ਨਹੀਂ ਆਪਦੀਆਂ ਵੋਟਾਂ ਬਣਾ ਰਹੇ? ਧੰਨਵਾਦ ਜੀ। ਬਸੰਤ ਮੀਟ ਸ਼ਾਪ ਸਰ ਮਨਜਿੰਦਰ ਸਿੰਘ ਪੰਧੇਰ ਦੀ 31940 ਸਾਊਥ ਫਰੇਜ਼ਰ ਵੇ, ਐਬਸਫੋਰਡ, ਮੈਡੋਫੇਅਰ ਪਲਾਜ਼ਾ 'ਚ ਹਰ ਕਿਸਮ ਦਾ ਮੀਟ ਮੈਰੀਨੇਟ ਕੀਤਾ ਹੋਇਆ ਤੇ ਬਾਰਬੀਕਿਊ ਤੁਸੀਂ ਕਰਾਉਣੇ ਨੇ ਤਾਂ ਚਿਕਨ ਤੁਹਾਨੂੰ ਬਾਰਬੀਕਿਊ ਕਰਕੇ ਰੈਡੀ ਕਰ ਦਿੰਦੇ ਨੇ 15 ਮਿੰਟ 'ਚ 50 ਪੀਸ ਤੱਕ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਕੋਈ ਐਕਸਟਰਾ ਚਾਰਜਸ ਨਹੀਂ ਜੇ ਕੁੱਕ ਕਰਾਉਣਾ, ਬਾਰਬੀਕਿਊ ਕਰਾਉਣਾ। ਚਿਕਨ, ਲੈਮ, ਗੋਟ ਤੋਂ ਬਿਨਾਂ ਵੈਜੀਟੇਰੀਅਨ ਜਿਹੜੀ ਆਪਸ਼ਨ ਹੈ, ਸੋਇਆ ਚਾਪ, ਸੋਇਆ ਬਰਗਰ ਤੇ ਸੋਇਆਬੀਨ ਦਾ ਜਿਹੜਾ ਸਮਾਨ ਹੈ ਵੈਜੀਟੇਰੀਅਨ, ਜਿਹੜਾ ਉਹ ਜਿਹਾ ਮੀਟ ਵਰਗਾ ਬਣਾਉਂਦੇ ਆ ਐਗਜ਼ੈਕਟਲੀ। ਤਾਂ 604-776-3535 ਬਸੰਤ ਮੀਟ ਸ਼ਾਪ। ਸਰ ਰਣਜੀਤ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਜੀ। ਪਹਿਲਾਂ ਤਾਂ ਤੁਹਾਨੂੰ ਸਲੂਟ ਹੈ ਤੇ ਤੁਹਾਡੇ ਜਿਹੜੇ ਪੱਤਰਕਾਰ ਆਉਂਦੇ ਆ ਨਾ, ਵਧੀਆ ਉਹ ਸਾਰੀ ਗੱਲਬਾਤ ਜਿਹੜੀ ਕੱਲ ਚਲੇ ਜਾਂਦੇ। ਮੈਂ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ। ਤੁਸੀਂ ਇੱਕ ਬੜਾ ਵਧੀਆ ਸੋਚਿਆ ਵੀ ਉੱਥੋਂ ਆਏ ਨੇ ਜੀ, ਅਸੀਂ ਬਹੁਤ ਕੁਛ ਕੀਤਾ। ਜੇ ਬਹੁਤ ਕੁਛ ਕੀਤਾ ਹੋਵੇ ਤੇ ਇੱਥੇ ਰਜਾਈ ਲੈ ਕੇ ਨਹੀਂ ਬੰਦਾ ਸੌਂਦਾ। ਉਹ ਫਿਰ ਕੌਮ ਲਈ ਕਰਦਾ ਹੈ। ਉਹ 99.9 ਲੋਕ ਸਭ ਝੂਠ ਬੋਲ ਰਹੇ। ਦੂਜੀ ਗੱਲ ਵੀ ਸਾਡੀਆਂ ਸੰਸਥਾਵਾਂ ਨੇ, ਜਿਹੜੀਆਂ ਸੰਸਥਾਵਾਂ, ਮੈਂ ਦੂਜੀਆਂ ਨੂੰ ਤਾਂ ਲਾਂਭੇ ਕਰਦਾ, ਜਿਹੜੀਆਂ ਸੰਸਥਾਵਾਂ ਇਹਨਾਂ ਸ਼ਹੀਦਾਂ ਦੇ ਨਾਂ ਤੇ ਸਾਰ ਕੇ
ਚੱਲਦੀਆਂ ਰਹੀਆਂ। ਇੱਕ ਸੁਸਾਇਟੀ ਆ ਜਾ ਕੇ ਇੱਥੇ ਕਹਦੇ ਵੀ ਹਾਂ ਇੰਨੇ ਪਰਿਵਾਰਾਂ ਨੂੰ ਅਸੀਂ ਕਦੀ ਕਦੀ ਜ਼ਿੰਮੇਵਾਰੀ ਕਿਸੇ ਇੱਕ ਪਰਿਵਾਰ ਦੀ ਵੀ ਲਈ, ਕਦੀ ਇੱਕ ਪਰਿਵਾਰ ਦੀ ਬਾਂਹ ਫੜੀ ਅਸੀਂ, ਸਿਰਫ ਰੋਟੀਆਂ ਛਕਣ। ਬਾਦਲਾਂ ਤੋਂ ਅਸੀਂ ਕਹਿੰਦੇ ਬਾਦਲਾਂ ਤੋਂ ਕੱਢੀ ਜਾਈਏ ਗਾਲਾਂ, ਆਪਾਂ ਕੀ ਕੀਤਾ? ਸਭ ਤੋਂ ਵੱਡਾ ਇਸ਼ੂ ਇਹ ਸੀ। ਦੂਜੀ ਗੱਲ ਜਸਵੰਤ ਸਿੰਘ ਖਾਲੜਾ ਹੁਣ ਦੀ ਬਦਕਿਸਮਤੀ ਕਿੰਨੀ ਆ। ਇੱਕ ਨੌਜਵਾਨ ਬੋਲ ਕੇ ਗਿਆ ਤੇ ਮੈਨੂੰ ਹੁਣ ਪਤਾ ਲੱਗਾ, ਇੱਥੋਂ ਪਤਾ ਲੱਗਦਾ ਵੀ ਸਾਡੀ ਅਵੇਅਰਨੈਸ ਕਿੰਨੀ ਕੁ ਹੈ। ਇੰਟਰਨੈਸ਼ਨਲ ਪੱਧਰ ਦਾ ਹਿਊਮਨ ਰਾਈਟਸ ਦਾ 20ਵੀਂ ਸਦੀ ਦਾ ਇੱਕ ਮਹਾਨ ਯੋਧਾ ਹੋਇਆ ਹੋਵੇ ਤੇ ਇੱਕ ਅਸੀਂ ਆ ਕੇ ਤੇ ਕਹੀ ਵੀ ਇੰਨੇ ਚਿਰ ਬਾਅਦ ਸੁਣਿਆ। ਇਹ ਕਸੂਰ ਕਿਸੇ ਦਾ ਨਹੀਂ, ਸਾਡਾ ਕਸੂਰ ਆ। ਅਸੀਂ ਬਾਦਲਾਂ ਦੀਆਂ ਟੱਕਣੀਆਂ ਤੇ ਮੋਹਰਾਂ ਅਸੀਂ ਲਾਈਆਂ, ਬਾਦਲ ਨੂੰ ਗਾਲਾਂ ਤਾਂ ਕੱਢੀ ਜਾਂਦੇ। ਅਸੀਂ ਕਿਉਂ ਨਾ ਸੁਧਰੇ? ਅਸੀਂ ਕਿਉਂ ਨਾ ਜਾਗਰਤ ਹੋਏ? 1.5 ਲੱਖ ਨੌਜਵਾਨ ਸ਼ਹੀਦ ਹੋ ਗਿਆ ਹੋਵੇ, ਅਕਾਲ ਤਖਤ ਸਾਹਿਬ ਢਾਹ ਦਿੱਤਾ ਹੋ ਗਿਆ ਹੋਵੇ ਯਾਰ, 25,000 ਲਾਸ਼ਾਂ ਦਾ ਲਵਾਰਸ ਇੱਕ ਆਪ ਬਣ ਗਿਆ ਹੋਵੇ ਤੇ ਉਹਦੀ ਪਤਨੀ ਨੂੰ ਅਸੀਂ ਹਰਾਇਆ ਹੋਵੇ। ਮੈਂ ਉਦੋਂ ਵੀ ਕਹੀ ਲਾਹਨਤ ਆ ਮਾਝੇ ਦੇ ਲੋਕੋ, ਨੱਕ ਡੋਬ ਕੇ ਮਰ ਜਾਓ ਇਹਦੇ ਨਾਲੋਂ ਜਿਹੜਾ ਤੁਸੀਂ ਕੰਮ ਕੀਤਾ। ਧੰਨਵਾਦ ਜਸਦਰ ਜੀ। ਜਗਦੀਪ ਸਿੰਘ ਖੰਗੂੜਾ ਜਿਹੜਾ ਨੌਜਵਾਨ ਮੁੰਡਾ, ਉਸਨੇ ਇਹ ਗੱਲ ਕੀਤੀ ਸੀ ਕਿ ਪੰਜਾਬ 'ਚ ਰਹਿੰਦਿਆਂ ਦੂਨ ਵਰਗੇ ਵੱਡਿਆਂ ਸਕੂਲਾਂ 'ਚੋਂ ਪੜ੍ਹਿਆ, ਬੋਰਡਿੰਗ 'ਚ ਪੜ੍ਹਿਆ ਤੇ 10 ਵਰ੍ਹੇ ਪਹਿਲਾਂ ਜਦ ਉਰੇ ਆਇਆ, ਉਹ ਕਹਿੰਦੇ ਸਾਰਾ ਕੁਝ ਉਰੇ ਆ ਕੇ ਸਾਨੂੰ ਪਤਾ ਲੱਗਿਆ, ਪੰਜਾਬ 'ਚ ਸਾਨੂੰ ਪਤਾ ਹੀ ਨਹੀਂ ਲੱਗਿਆ। ਅਗਲਾ ਪੋਚ ਆ ਗਿਆ ਜਸਦਰ ਜੀ, ਆਪਾਂ ਪਹਿਲਾ ਪੋਚ ਆ, ਇਹ ਦੂਜਾ ਪੋਚ ਜਿਹੜਾ 90 ਤੋਂ ਬਾਅਦ ਜੰਮਿਆ ਉਹਨਾਂ ਨੂੰ ਅਸੀਂ ਪਹੁੰਚਾਉਣਾ ਸੀ, ਅਸੀਂ ਨਹੀਂ ਪਹੁੰਚਾ ਸਕੇ ਉਹਨਾਂ ਤੱਕ ਗੱਲ। ਗਗਨ ਸਿੰਘ ਪੰਜਾਬ ਫੋਰੈਕਸ 604 349 1313 ਪੰਜਾਬ ਨੂੰ ਡਾਲਰਾਂ ਦਾ ਰੇਟ ਵਧੀਆ, ਰੁਪਈਆਂ ਦੇ ਡਾਲਰ ਵਧੀਆ, ਦਾਅਵਾ ਤੇ ਵਾਅਦਾ ਪੱਕਾ। ਗੱਲ ਕੀ ਹੈ 10-20 ਸੈਂਟ ਘੱਟ ਵੱਧ ਦੀ ਕਹਾਣੀ ਨਹੀਂ, ਪਰ ਪੈਸੇ ਤੁਹਾਡੇ ਸੁਰੱਖਿਅਤ ਚਾਹੀਦੇ ਨੇ, ਡਾਲਰ ਸੁਰੱਖਿਅਤ ਚਾਹੀਦੇ ਨੇ। 604 349 1313 ਗਗਨ ਸਿੰਘ। ਟਾਂਡੀ ਜੀ ਤੁਸੀਂ 에ਅਰ ਤੇ ਲਾਈਨ ਨੰਬਰ 3। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਤੁਹਾਡਾ ਵਿਸ਼ਾ ਆ ਬਈ ਜਸਵੰਤ ਸਿੰਘ ਖਾਲੜੇ ਬਾਰੇ। ਬਈ ਉਹ ਬੰਦੇ ਦੀ ਬਹੁਤ ਵੱਡੀ ਕੁਰਬਾਨੀ ਆ। ਜਿੱਦਾਂ ਕਹ ਲਓ ਬਈ ਉਹਨੂੰ ਕਿਹਾ ਗਿਆ ਵੀ ਤੁਸੀਂ ਨਾ ਜਾਓ ਇੱਥੇ। ਅੱਜ ਕੱਲ ਜਿੱਦਾਂ ਆਪਾਂ ਕਹਿੰਦੇ ਨੇ ਇੱਕ ਦੂਜੇ ਨੂੰ ਵੀ ਤੁਸੀਂ ਨਾ ਜਾਓ ਉੱਥੇ, ਪੁਲਿਸ ਨੇ ਤੁਹਾਨੂੰ ਚੱਕ ਲੈਣਾ। ਵੀ ਜਿਹੜੇ ਬੋਲਦੇ ਆ, ਜਿੱਦਾਂ ਕਾਲਰ ਵੀ ਬੋਲਦੇ ਆ, ਮੀਡੀਆ ਵੀ ਡਰਾਉਂਦਾ ਆ, ਸਾਰਾ ਕੁਛ ਹੀ ਆ। ਉਹ ਮੈਂ ਕਹਿੰਦਾ ਬਈ ਉਹਦੀ ਕੁਰਬਾਨੀ ਜਿੱਦਾਂ ਕਹਿੰਦੇ ਹੋਇਆ ਵੀ ਬਹੁਤ ਜ਼ਿਆਦਾ ਆ। ਤੇ ਪਰ ਜਿਹੜੀ ਸਾਡੀ ਕੌਮ ਆ, ਜਿੱਦਾਂ ਕਹਿ ਲਓ ਵੀ ਜਨਰੇਸ਼ਨ ਗੈਪ, ਮੈਂ ਤਾਂ ਕਹੂੰਗਾ ਵੀ ਉਹ ਗੌਰਮੈਂਟ ਜਿਹੜੀ ਆ ਉਹ ਕਾਮਯਾਬ ਹੋਈ ਆ ਉਹਦੇ ਵਿੱਚ। ਜਿੱਦਾਂ ਕਹਿ ਲਓ ਵੀ ਇਹਨਾਂ ਨੂੰ ਜਿੱਦਾਂ ਗੈਪ, ਪੁਲਿਸ ਦਾ ਇੱਕ ਡਰ, ਪੋਲੀਟੀਸ਼ੀਅਨਾਂ ਦਾ ਡਰ ਜਿਹੜਾ ਆ, ਸਾਡੇ ਵਹਿਮ ਭਰਮ ਪਿਆ ਆ ਸਾਡੇ ਦਿਮਾਗਾਂ ਦੇ ਵਿੱਚ। ਜਿੱਦਾਂ ਵੀ ਪੁਲਿਸ ਨੇ ਸਾਨੂੰ ਬਈ ਉਹ ਜਾਂ ਤਾਂ ਕਹੀ ਜਾਂਦੇ ਉੱਪਰੋਂ ਬਈ ਪੁਲਿਸ ਉਦਾਂ ਹੀ ਘੋਟਣਾ ਚੱਲਦਾ, ਉਦਾਂ ਹੀ ਮੁਕਾਬਲੇ ਬਣਦੇ ਆ, ਉਦਾਂ ਹੀ ਸਾਰਾ ਕੁਛ ਹੁੰਦਾ। ਹੁਣ ਅੱਜ ਕੱਲ੍ਹ ਦੇ ਜਿਹੜੇ ਆ, ਇਹ ਸਾਡੀ ਕੌਮ ਜਿਹੜੀ ਆ ਭੰਗੜੇ ਵਾਲੀ ਕੌਮ ਬਣਾਤੀ ਆ, ਗਾਇਕਾਂ ਵਾਲੀ ਕੌਮ, ਗਹਿੰਗਾਂ ਵਾਲੀ ਕੌਮ, ਵਿੱਕੀ ਕਾਊਂਟਰ, ਸੁੱਖਾ ਕਾਲਮਾ ਬਾਰੇ ਜਿੱਦਾਂ ਮਰਜ਼ੀ ਪਤਾ ਕਰ ਲਓ। ਜਿਹੜੇ ਆ ਨਵੇਂ ਨੌਜਵਾਨ ਆਉਂਦੇ ਆ ਇੱਥੇ, ਤੇ ਇਹਨਾਂ ਬਾਰੇ ਜਿਹੜਾ ਸਿਲੇਬਸ ਹੀ ਤੁਹਾਡਾ ਯੂਨੀਵਰਸਿਟੀਆਂ ਚੋਂ ਖਤਮ ਕਰ ਦਿੱਤਾ, ਤੇ ਤੁਸੀਂ ਕੀ ਕਰ ਸਕਦੇ ਆ? ਮੈਨੂੰ ਤਾਂ ਉਮੀਦ ਹੈ ਨਹੀਂ ਉਹ ਜਿੱਦਾਂ ਵੀ 100 ਸਾਲ ਵੀ ਆਪਾਂ ਹਿੱਲਾਂ ਜੁਲਾਂਗੇ ਵੀ। ਜਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ, ਉਹ ਸਾਡੇ ਹੱਥ 'ਚ ਨਹੀਂ ਆਉਣ ਦੇਣੀ, ਉਹਨੇ ਸਾਰਾ ਕੁਝ 100 ਸਾਲ ਪਿੱਛੇ ਪੈ ਗਏ। ਜਿੱਦਾਂ ਕਰ ਕੁਛ ਆਪਣਾ ਵੀ ਸਾਡਾ ਵੀ ਕਸੂਰ ਆ ਵੀ ਜਿਹੜਾ ਆਪਾਂ ਸੰਘਰਸ਼ ਨਹੀਂ ਕੀਤਾ। ਇੱਕਾ ਦੁੱਕਾ ਜਸਵੰਤ ਸਿੰਘ ਖਾਲੜਾ ਵਰਗੇ ਗਏ ਜਾਂ ਹੋਰ ਥੋੜੇ ਬਹੁਤੇ ਗਏ ਆ, ਮਤਲਬ ਕੁਰਬਾਨੀ ਆਪਾਂ ਦੇਣੋਂ ਪਿੱਛੇ ਹਟ ਗਏ ਆ। ਆਪਾਂ ਇੱਥੇ ਆਪਣਾ ਜੀਵਨ ਪੱਧਰ ਜਿਹੜਾ ਆ ਉੱਥੋਂ ਡਰ ਗਏ ਆ, ਜਾਣੀ ਕਿ ਡਰਾ ਦਿੱਤੇ ਉੱਥੇ ਦੀ ਪੁਲਿਸ ਨੇ ਤੇ ਪੋਲੀਟੀਸ਼ੀਅਨਾਂ ਨੇ ਸਾਨੂੰ ਡਰਾ ਦਿੱਤੇ ਆ ਉੱਥੇ। ਤੇ ਉਹ ਹੁਣ ਬੁੜਿਆਂ ਤੇ ਰਾਜ ਕਰਨਗੇ ਪੰਜਾਬ ਦੇ ਵਿੱਚ, ਕਿਉਂਕਿ ਡਰਾਈ ਹੋਈ ਕੌਮ ਆ ਇਹ। ਇਹਦਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਰਿਜ਼ਲਟ ਨਿਕਲੂਗਾ ਕਿ ਕੋਈ ਆਪਣਾ ਮੁਲਕ ਲੈ ਕੇ ਬਹਿ ਜਾਣਗੇ। ਧੰਨਵਾਦ। ਆ ਜ਼ਰੂਰ ਅਫਗਾਨਿਸਤਾਨ 'ਚ ਜ਼ਰੂਰ ਉਹ ਕਾਮਯਾਬ, ਉਹ ਲੜਦੇ ਗਏ। ਨਿਆਣਾ ਜਿਹੜਾ ਜੰਮਦਾ ਵੀ ਸੀ ਉਹਨੂੰ ਪਤਾ ਸੀ ਮੈਂ ਲੜਾਈ ਕਰਨੀ ਆ, ਉੱਥੇ ਤੱਕ ਸਾਡੀ ਕੌਮ ਜਾਊਗੀ ਤਾਂ ਭਾਵੇਂ ਕੋਈ ਆਜ਼ਾਦੀ ਲੈ ਲਊਗੀ। ਧੰਨਵਾਦ ਜੀ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ 604 503 87 87 78 ਤੇ 128 ਸਟਰੀਟ ਤੇ ਤਾਜ਼ੇ ਫਲ ਸਬਜ਼ੀਆਂ, ਘਰ ਦੀ ਗਰੋਸਰੀ ਸਾਰੀ ਤੁਹਾਡੇ ਡਾਲਰਾਂ ਦਾ ਵਧੀਆ ਮੁੱਲ ਉੱਥੇ ਮਿਲਦਾ ਹੈ। ਗਰੋਸਰੀ ਸਸਤੀ ਹੈ ਤੇ ਵੈਰਾਈਟੀ ਬਹੁਤ ਹੈ, ਸਫਾਈ ਬਹੁਤ ਹੈ। 604 503 87 87 78 43 128 ਸਟਰੀਟ। ਸਰ ਮਨਵੀਰ ਸਿੰਘ ਗਰੇਵਾਲ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੇ ਆਪਾਂ ਸਰਕਾਰਾਂ ਨੂੰ ਦੋਸ਼ ਦਈਏ ਵੀ ਉਹ ਸਿਲੇਬਸ ਦੇ ਵਿੱਚ ਨਹੀਂ ਹੈਗਾ ਜੀ, ਜਾਂ ਕੋਈ ਸਮਾਰਕ ਨਹੀਂ ਬਣਾਇਆ। ਮੇਰੀ ਗੱਲ ਪਰਸੋਂ ਮਾਈਕਲ ਨਾਲ ਵੀ ਗੱਲ ਹੁੰਦੀ ਸੀ ਵੀ ਮੈਂ ਕਿਹਾ ਵੀ ਉਹ ਸਰਕਾਰਾਂ ਨੇ ਨਹੀਂ ਬਣਾਉਣੇ। ਸਰਕਾਰ ਸਟੇਟ ਦੇ ਅਗੇਂਸਟ ਜਾਣ ਵਾਲੇ ਬੰਦੇ ਦਾ ਕਦੇ ਵੀ ਸਮਾਰਕ ਬਣਾ ਕੇ ਗਾਹਾਂ ਵਾਲੀ ਪੀੜ੍ਹੀ ਨੂੰ ਉਹਦੇ ਅਗੇਂਸਟ ਕਰ ਹੀ ਨਹੀਂ ਸਕਦੀ ਸਰਕਾਰ ਕਦੇ ਵੀ। ਇਹ ਆਪਣੀ ਜ਼ਿੰਮੇਵਾਰੀ ਬਣਦੀ ਸੀ ਵੀ ਆਪਾਂ
ਅਗਲੀ ਜਨਰੇਸ਼ਨ ਨੂੰ ਦੱਸੀਏ ਵੀ ਸੰਤ ਕੌਣ ਸੀ, ਖਾਲੜਾ ਸਾਹਿਬ ਕੌਣ ਸੀ। ਆਪਾਂ ਇੱਥੇ ਬਹੁਤ ਜ਼ਿਆਦਾ ਆਪਾਂ ਐਕਸ਼ਨ ਲਏ ਨੇ। ਸਰੀ ਦੇ ਵਿੱਚ ਸਤੰਬਰ 6 ਨੂੰ, ਰਜਾਈਨਾ ਦੇ ਵਿੱਚ ਤੇ ਹੋਰ ਬਰੈਂਪਟਨ ਦੇ ਵਿੱਚ ਜਸਵੰਤ ਸਿੰਘ ਖਾਲੜਾ ਡੇ ਮਨਾਉਣਾ ਹਨਾ, ਇਹ ਇਹਨਾਂ ਨੇ ਸਿਟੀ ਵੱਲੋਂ ਅਪਰੂਵਡ ਆ। ਪਰ ਉੱਥੇ ਜੇ ਆਪਾਂ ਸੋਚੀਏ ਉਹ ਜਿਹੜੀ ਸਟੇਟ ਦੇ ਸ਼ਿਕਾਰ ਹੋਏ ਨੇ, ਉਹ ਸਟੇਟ ਵੱਲੋਂ ਸੋਚੀਏ ਵੀ ਸਿਲੇਬਸ ਚ ਪਾਉਣਾ, ਉਹਦੇ ਚ ਕਮਜ਼ੋਰੀ ਆਪਣੀ ਆ, ਕਿਉਂਕਿ ਆਪਾਂ ਨਹੀਂ ਸਿਖਾ ਰਹੇ ਜਵਾਕਾਂ ਨੂੰ। ਆਪਾਂ ਸਿਖਾਉਣਾ ਸਰਕਾਰ ਦੇ ਉੱਤੇ ਆਪਣੇ ਹੱਥ ਰੱਖ ਕੇ ਬਹਿ ਨਹੀਂ ਸਕਦੇ, ਕਿਉਂਕਿ ਆਪਣੇ ਸਟੇਟ ਦੇ ਅਗੇਂਸਟ ਵਾਲੇ ਬੰਦੇ ਨੂੰ ਸਟੇਟ ਕਿਵੇਂ ਅੱਗੇ ਲਿਆਊਗੀ, ਉਹ ਆਪਾਂ ਨੂੰ ਸੋਚਣਾ ਪੈਣਾ। ਥੈਂਕ ਯੂ। ਬਿੱਟੂ ਜੀ, ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਯਾਦ ਕਰ ਰਹੇ ਆਪਣੇ ਜਸਵੰਤ ਸਿੰਘ ਖਾਲੜਾ ਹੋਣਾ ਨੂੰ। ਧੰਨਵਾਦ ਜੀ। ਕਈ ਵੀਰ ਆਪਣੇ ਰੋਸ ਕਰਦੇ ਵੀ ਉਹ ਬੀਬੀ ਹਾਰ ਗਈ। ਬੀਬੀ ਜੇ ਇੰਡੀਪੈਂਡੈਂਸ ਜੇ ਨਾ ਖੜਦੀ ਗੱਲ ਸਾਹਿਬ ਉਹਨੇ ਜਿੱਤ ਜਾਣਾ ਸੀ, ਕਿਉਂਕਿ ਜਿਹੜੀ ਪੰਥਕ ਵੋਟ ਹੈ ਉਹੀ ਡਿਵਾਈਡ ਹੁੰਦੀ ਹੈ। ਉਹਦਾ ਫਾਇਦਾ ਕਾਂਗਰਸ ਨੂੰ ਹੀ ਹੁੰਦਾ। ਜਿਹੜੇ 4-5 ਪੱਤਰਕਾਰ ਸੀ ਰੌਲਾ ਪਾਉਂਦੇ, ਇਹਨਾਂ ਦਾ ਮਤਲਬ ਇਹ ਬੀਬੀ ਨੂੰ ਜਿਤਾਉਣਾ ਨਹੀਂ ਸੀ, ਇਹਨਾਂ ਨੂੰ ਕਾਂਗਰਸ ਨੂੰ ਜਿਤਾਉਣਾ ਸੀਗਾ। ਮੈਂ ਕਹਿੰਦਾ ਬਾਦਲਾਂ ਨੂੰ ਤੁਸੀਂ 20 ਮਿੰਟ ਦੀ ਜਗ੍ਹਾ ਘੰਟਾ ਲਾ ਲਿਆ ਕਰੋ। ਪਰ ਜਦੋਂ ਕਾਂਗਰਸ ਦੀ ਗੱਲ ਆਉਂਦੀ ਹੈ, ਕਾਲਰ ਬੜੇ ਪੰਥਕ ਬਣਦੇ, ਇਹਨਾਂ ਦੀ ਆਵਾਜ਼ ਡਾਊਨ ਹੋ ਜਾਂਦੀ, ਪਤਾ ਨਹੀਂ ਕਾਹਤੋਂ। ਹੁਣ ਤੁਸੀਂ ਇੱਕ ਹੋਸਟ ਵੀ ਦੇਖ ਲਓ, ਉਹਨੇ ਨਾਗਪੁਰ ਦੀ ਗੱਲ ਸ਼ੁਰੂ ਕਰਨੀ 2 ਮਿੰਟ ਲਾ ਕੇ, ਮੁੜ ਕੇ ਜਦੋਂ ਬਾਦਲਾਂ ਦੇ ਕੋਈ ਮਾੜੀ ਜਿਹੀ ਫੇਰ ਦੀ ਗੱਲ ਕਰਦਾ, ਉਹਨੇ ਕਹਿਣਾ ਤੁਹਾਡੀ ਕਾਲ 'ਚ ਡਿਸਟਰਬੈਂਸ ਆ ਰਹੀ ਆ। ਜੇ ਤੁਸੀਂ ਬਾਦਲਾਂ ਤੇ ਲਾਉਂਦੇ ਆ, ਉਹਨੇ ਕਹਿਣਾ ਕ੍ਰਿਸਟਲ ਕਲੀਅਰ। ਸੋ ਮਤਲਬ ਸਾਡੇ ਲੋਕਾਂ ਨੂੰ ਚੇਤੇ ਕਰਨਾ ਚਾਹੀਦਾ ਵੀ ਜੇ ਕਿੱਥੇ ਖੜੇ ਤੁਸੀਂ ਨਵਜੋਤ ਸਿੱਧੂ ਦੀ ਗੱਲ ਲਾ ਲਓ, ਉਹਨੂੰ ਕਹਿੰਦੇ ਸੀ ਗਾਨੇ ਬੰਨੇ ਆ ਗੁੱਟ ਤੇ, ਹੁਣ ਉਹ ਕਾਂਗਰਸ 'ਚ ਆ ਗਿਆ। ਹੁਣ ਉਹਨਾਂ ਨੇ ਮੁੜ ਘੜ ਕੇ ਇਹ ਯਾਰ ਬੰਦਾ ਸਾਨੂੰ ਥੋੜਾ ਜਿਹਾ ਫੇਰ ਲੱਗਦਾ, ਇਮਾਨਦਾਰ ਲੱਗਦਾ। ਉਹੀ ਕਾਲਰ ਤੁਸੀਂ ਦੇਖ ਲਓ, ਤੁਹਾਨੂੰ ਵੀ 10 ਸਾਲ ਹੋ ਗਏ, ਤੁਸੀਂ ਦੇਖ ਲਓ ਤੁਹਾਡੇ ਪ੍ਰੋਗਰਾਮ 'ਚ ਵੀ ਆਉਂਦੇ ਆ। ਮੈਂ ਕਹਿੰਦਾ ਬਾਦਲਾਂ ਨੂੰ ਭਾਵੇਂ 2 ਘੰਟੇ ਤੁਸੀਂ ਗਾਣਾ ਕੱਢੀ ਚਲੋ। ਕਾਂਗਰਸ ਜਿਹਨੇ ਸਾਨੂੰ ਸਾਡੀ ਸਿੱਖੀ ਖਾਤਮ ਕਰਨ ਨੂੰ ਸਾਡੇ ਕਾਲ ਤੱਕ ਢਾਹ ਤੇ, ਉਹ ਫਤਿਹ ਵੀ ਵਧੀਆ ਬੁਲਾਉਂਦੇ ਆ ਕੇ, ਉਹਨਾਂ ਦੇ ਤੁਸੀਂ ਪਿੱਠੂ ਬਣੇ ਆ। ਥੋੜੀ ਬਹੁਤੀ ਸਾਨੂੰ ਆਪਣੇ ਜਿਹੜੀ ਆ ਜ਼ਮੀਰ ਨੂੰ ਜਗਾਉਣਾ ਚਾਹੀਦਾ। ਥੈਂਕ ਯੂ ਜੀ ਗੱਲ ਸਾਹਿਬ। ਵੀਰ ਜੀ ਧੰਨਵਾਦ। ਅਖੀਰ ਦੇ ਵਿੱਚ ਇਹੀ ਬੇਨਤੀ ਕਰਨਾ ਜੀ, ਸੋਚ ਤੁਹਾਡੀ ਕੋਈ ਵੀ ਹੋਵੇ, ਮਨੁੱਖਤਾ ਲਈ, ਸਭ ਦੇ ਲਈ, ਬਰਾਬਰਤਾ ਦੇ ਲਈ, ਜਿਹੜਾ ਕੋਈ ਇਸ ਦੁਨੀਆ ਦੇ ਵਿੱਚੋਂ ਕੂਚ ਕਰਦਾ, ਸ਼ਹੀਦ ਹੁੰਦਾ, ਬਹੁਤ ਵੱਡਾ ਰੁਤਬਾ ਹੈ, ਉਸ ਨੂੰ ਯਾਦ ਕਰਨਾ ਚਾਹੀਦਾ। ਕਈ ਵਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਆਮ ਮਨੁੱਖੀ ਮਨ ਇਸ ਗੱਲ ਕਰਕੇ ਨਹੀਂ ਯਾਦ ਕਰਦਾ ਵੀ ਉਹ ਤਹਿਰੀਕ ਦਾ, ਸੰਘਰਸ਼ ਦਾ ਹਾਮੀ ਸੀ, ਪਰ ਇਸ ਸੰਘਰਸ਼ ਤੋਂ ਪਹਿਲਾਂ ਉਹ ਖੱਬੇ ਪੱਖੀ ਸੰਘਰਸ਼ ਦਾ ਹਾਮੀ ਸੀ। ਇਹ ਵੀ ਸੋਚਣਾ ਚਾਹੀਦਾ। ਆਪਣੇ ਆਪ ਨੂੰ ਅਪਡੇਟਡ ਰੱਖੋ ਤੇ ਚੈਲੰਜ ਰੱਖੋ ਜ਼ਿੰਦਗੀ ਦੇ ਵਿੱਚ, ਦੇ ਸੱਦੇ ਵੱਡੇ ਕਰੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਇਹੀ ਜ਼ਰੂਰਤ ਹੈ। ਜ਼ਿੰਦਗੀ ਇੱਕ ਵਾਰ ਮਿਲੀ ਹੈ, ਇੱਥੋਂ ਤੁਰ ਜਾਣਾ ਆਪਾਂ ਸਾਰਿਆਂ ਨੇ, ਕਿਸੇ ਨੇ ਇੱਥੇ ਰਹਿਣਾ ਨਹੀਂ। ਸਿਰ ਝੁੱਕ ਕੇ ਸਿੱਟ ਕੇ ਜਿਉ ਲਓ, ਮੋਢੇ ਸਿੱਟ ਕੇ ਜਿਉ ਲਓ, ਜਾਂ ਮੋਢੇ ਉੱਪਰ ਚੱਕ ਕੇ ਤੇ ਗਰਦਨ ਸਿੱਧੀ ਕਰਕੇ ਜਿਉ ਲਓ। ਜਾਣਾ ਤੈਅ ਹੈ ਇਸ ਦੁਨੀਆ ਤੋਂ। ਰੱਬ ਰਾਖਾ, ਕੱਲ੍ਹ ਨੂੰ ਮਿਲਦੇ ਹਾਂ।